ਸਾਲ 2021 ਦਾ ਪਲੇਠਾ ਪ੍ਰੋਗਰਾਮ ਲੈ ਕੇ ਫੇਸਬੁੱਕ ਚਰਚਾ ਦੇ ਵਿੱਚ ਮੈਂ ਰੁਪਿੰਦਰ ਉੱਪਲ, ਜਿਹਨੂੰ ਕਿ ਤੁਸੀਂ ਪਿਆਰ ਨਾਲ ਮਾਸਟਰ ਜੀ ਨੂੰ ਵੀ ਕਹਿੰਦੇ ਹੋ, ਅਸੀਂ ਫੇਸਬੁੱਕ ਚਰਚਾ ਨਾਂ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਤੇ ਇਹ ਜਿਹੜਾ ਪ੍ਰੋਗਰਾਮ ਆ, ਇਹਦਾ 31ਵਾਂ ਐਪੀਸੋਡ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਕਰ ਰਹੇ ਹਾਂ। ਇਹ ਜਿਹੜਾ ਪ੍ਰੋਗਰਾਮ ਆ, ਅਸੀਂ ਪਿਛਲੇ ਕੁਝ ਸਮੇਂ ਤੋਂ ਆਪਣੇ ਸਨੇਹੀ ਸੱਜਣਾਂ ਦੇ ਸਹਿਯੋਗ ਦੇ ਨਾਲ ਚਲਾ ਰਹੇ ਹਾਂ ਔਰ ਬਹੁਤ ਹੀ ਬਾਖੂਬੀ ਚੱਲ ਰਿਹਾ, ਜਿਹਦੇ ਵਿੱਚ ਅਸੀਂ ਵੱਖ-ਵੱਖ ਵਿਸ਼ਿਆਂ ਦੇ ਤਾਲੁਕ ਵੱਖ-ਵੱਖ ਐਕਸਪਰਟੀਜ਼ ਨੂੰ ਲਿਆ ਕੇ ਤੁਹਾਡੇ ਰੂਬਰੂ ਕਰਦੇ ਹਾਂ ਔਰ ਜਿਹੜਾ ਕਿ ਬਹੁਤ ਹੀ ਸਕਸੈਸਫੁਲ ਜਾ ਰਿਹਾ। ਬਹੁਤ ਸਾਨੂੰ ਅੱਛਾ ਹੁੰਗਾਰਾ ਕਮਿਊਨਿਟੀ ਵੱਲੋਂ ਔਰ ਜਿਹੜੇ ਫੇਸਬੁੱਕ ਦੇ ਸਾਡੇ ਆਡੀਅנס ਆ ਉਹਨਾਂ ਵੱਲੋਂ ਮਿਲ ਰਿਹਾ। ਅਸੀਂ ਤੁਹਾਨੂੰ ਸਾਰਿਆਂ ਨੂੰ ਹੀ ਫੇਸਬੁੱਕ ਚਰਚਾ ਪ੍ਰੋਗਰਾਮ ਦੇ ਵਿੱਚ ਜਿਉ ਆਇਆਂ ਆਖਦੇ ਹਾਂ। ਔਰ ਇਹ ਜਿਹੜਾ ਨਵਾਂ ਸਾਲ 2021 ਚੜ੍ਹਿਆ ਔਰ ਜਿਹੜਾ 2020 ਨੂੰ ਮਾਤ ਦੇ ਕੇ ਚੜ੍ਹਿਆ, ਬਹੁਤ ਹੀ ਜੋ ਉਲਝਣਾ ਭਰਿਆ ਸੀਗਾ, ਦੁੱਖ ਤਕਲੀਫਾਂ ਵਾਲਾ ਸਾਲ ਸੀਗਾ 2020, ਉਹਨੂੰ ਅਸੀਂ ਪਿੱਛੇ ਛੱਡ ਕੇ ਅਸੀਂ ਅੱਜ ਇੱਕ ਨਵੇਂ ਸਾਲ ਦੇ ਵਿੱਚ ਪੈਰ ਧਰਿਆ। ਉਹਦੀ ਅੱਜ ਇੱਕ ਬਹੁਤ ਹੀ ਸੁਨਹਿਰੀ ਸ਼ਾਮ ਹੈ। ਉਹਦੇ ਵਿੱਚ ਅਸੀਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਅਸੀਂ ਸਾਰੇ ਪਰਿਵਾਰਾਂ ਲਈ ਔਰ ਤੁਹਾਡੇ ਜਿੰਨੇ ਵੀ ਸਾਨੂੰ ਸਰੋਤੇ ਸੁਣ ਰਹੇ ਨੇ ਇਸ ਵਕਤ, ਅਸੀਂ ਸਾਰਿਆਂ ਲਈ ਔਰ ਉਹਨਾਂ ਦੇ ਪਰਿਵਾਰਾਂ ਲਈ ਸ਼ੁਭ ਸ਼ਾਮਾਂ ਮੰਗਦੇ ਹਾਂ। ਉਮੀਦ ਹੈ ਕਿ ਇਹ ਜਿਹੜਾ ਨਵਾਂ ਸਾਲ ਹੈ, ਉਹਨਾਂ ਦੇ ਸਾਰਿਆਂ ਦੇ ਪਰਿਵਾਰ ਦੇ ਵਿੱਚ ਉਹਨਾਂ ਲਈ ਇੱਕ ਨਵੀਆਂ ਖੁਸ਼ੀਆਂ ਖੇੜੇ ਲੈ ਕੇ ਆਵੇ, ਉਹਨਾਂ ਦੀ ਸਿਹਤ ਲਈ ਇੱਕ ਅੱਛਾ ਸਾਲ ਹੋ ਨਿਬੜੇ। ਇਹੀ ਸਾਡੀ ਉਮੀਦ ਹੈ, ਇਹੀ ਸਾਡੀ ਆਸ਼ਾ ਹੈ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਵੇਂ ਕਿ ਅਸੀਂ ਪਹਿਲਾਂ ਪ੍ਰੋਗਰਾਮ ਕੀਤੇ ਆ, ਉਹਦੇ ਵਿੱਚ ਵੱਖ-ਵੱਖ ਮਹਿਕਮਿਆਂ ਨਾਲ ਔਰ ਵੱਖ-ਵੱਖ ਵਿਸ਼ਿਆਂ ਨਾਲ ਜਿਹੜੇ ਐਕਸਪਰਟੀਜ਼ ਨੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਣੇ ਆ। ਤੇ ਅੱਜ ਮੈਨੂੰ ਬਹੁਤ ਖੁਸ਼ੀ ਹੈ, ਮੇਰੇ ਨਾਲ 3 ਹੋਰ ਸੱਜਣ ਜੁੜੇ ਆ ਜਿਹੜੇ ਕਿ ਆਪਦੇ ਫੀਲਡ ਦੇ ਵਿੱਚ ਬਹੁਤ ਮਹਾਰਤ ਹਾਸਲ ਉਹਨਾਂ ਨੂੰ ਹੈਗੀ ਆ। ਉਹਨਾਂ ਕੋਲੋਂ ਬਹੁਤ ਵੱਡਾ ਲੰਬਾ ਚੌੜਾ ਐਕਸਪੀਰੀਅੰਸ ਹੈ ਤੇ ਮੈਂ ਉਹਨਾਂ ਦਾ ਵੀ ਤੁਹਾਡੇ ਨਾਲ ਹੁਣ ਤਾਲੁਕ ਕਰਾਉਣ ਜਾ ਰਿਹਾ। ਤੇ ਮੇਰੇ ਨਾਲ ਡਾਕਟਰ ਬਲਜਿੰਦਰ ਸੇਖੋਂ ਨੇ, ਜਿਹੜੇ ਕਿ ਬਹੁਤ ਹੀ ਕਮਿਊਨਿਟੀ ਐਕਟਿਵਿਸਟ ਨੇ ਔਰ ਜਿਨ੍ਹਾਂ ਦਾ ਤਾਲੁਕ ਖੇਤੀਬਾੜੀ ਯੂਨੀਵਰਸਿਟੀ ਨਾਲ ਹੈ ਆਪਣੇ ਇੰਡੀਆ ਦੇ ਵਿੱਚ। ਤੇ ਉਹ ਉੱਥੇ ਬਹੁਤ ਵਧੀਆ ਸੇਵਾਵਾਂ ਨਿਭਾ ਚੁੱਕੇ ਨੇ ਤੇ ਆਪਣੇ ਮਾਨਸਾ ਏਰੀਆ ਨੂੰ ਬਿਲੋਂਗ ਕਰਦੇ ਨੇ ਤੇ ਆਪਣੇ ਸਾਡੇ ਇੱਥੇ ਉਹ ਟੋਰਾਂਟੋ ਨੂੰ ਬਿਲੋਂਗ ਕਰਦੇ ਆ, ਟੋਰਾਂਟੋ ਏਰੀਆ ਨੂੰ। ਇੱਥੇ ਸਾਡੇ ਪੀਲ ਡਿਸਟ੍ਰਿਕਟ ਸਕੂਲ ਦੇ ਬੋਰਡ ਦੇ ਵਿੱਚ ਉਹ ਆਪਣੀਆਂ ਜਿਹੜੀਆਂ ਐਜ਼ ਏ ਓਕੇਸ਼ਨਲ ਟੀਚਰ ਸੇਵਾਵਾਂ ਵੀ ਨਿਭਾ ਰਹੇ ਨੇ। ਅਸੀਂ ਉਹਨਾਂ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ, ਉਹਨਾਂ ਦਾ ਟਾਈਮ ਦੇਣ ਲਈ, ਡਾਕਟਰ ਸੇਖੋਂ ਸਾਹਿਬ ਦਾ। ਤੇ ਨਾਲ ਸਾਡੇ ਬ੍ਰਿਗੇਡੀਅਰ ਨਵਾਬ ਹੀਰ ਜੀ ਨੇ, ਜਿਹੜੇ ਕਿ ਆਪਣੇ ਇੰਡੀਅਨ ਆਰਮੀ ਦੇ ਵਿੱਚ ਬ੍ਰਿਗੇਡੀਅਰ ਰਿਟਾਇਰ ਹੋਏ ਨੇ ਤੇ ਸਾਡੇ ਕੋਲ ਇੱਥੇ ਟੋਰਾਂਟੋ ਰਹਿ ਰਹੇ ਨੇ। ਬਹੁਤ ਹੀ ਸੋਸ਼ਲ ਤੌਰ ਤੇ ਉਹ ਐਕਟਿਵ ਰਹਿੰਦੇ ਨੇ ਔਰ ਕਮਿਊਨਿਟੀ ਵਾਸਤੇ ਹਮੇਸ਼ਾ ਹੀ ਚੁਤੰਤਰ ਰਹਿੰਦੇ ਨੇ। ਤੇ ਉਹਨਾਂ ਦਾ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਐਕਸਪੀਰੀਅੰਸ ਹੈ। ਵੱਖ-ਵੱਖ ਇਸ਼ੂਜ਼ ਤੇ ਉਹ ਸਾਡੇ ਨਾਲ ਹਮੇਸ਼ਾ ਹੀ ਗੱਲ ਕਰਦੇ ਰਹਿੰਦੇ ਨੇ। ਅਸੀਂ ਇੱਕ ਦੂਸਰੇ ਨਾਲ ਕਨੈਕਟਡ ਰਹਿੰਦੇ ਹਾਂ ਤੇ ਅਸੀਂ ਉਹਨਾਂ ਦੇ ਵੀ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਹਾਂ। ਮੇਰੀ ਮੁਰਾਦ ਹੈ ਬ੍ਰਿਗੇਡੀਅਰ ਨਵਾਬ ਹੀਰ ਜੀ ਤੋਂ। ਤੇ ਤੀਸਰੇ ਸਾਡੇ ਸੱਜਣ ਨੇ, ਉਹ ਇੱਕ ਆਪਣੇ ਆਪ ਦੇ ਵਿੱਚ ਇੱਕ ਚੱਲਦਾ ਫਿਰਦਾ ਆਪਣਾ ਕੀ ਕਹਿੰਦੇ ਹੁੰਦੇ ਹੋ ਵੀ, ਚਲਦੀ ਫਿਰਦੀ ਆਪਾਂ ਇੱਕ ਲਾਇਬ੍ਰੇਰੀ ਦਾ ਯੂਜ਼ ਕਰਦੇ ਹਾਂ ਜਾਂ ਉਹ ਇੱਕ ਚੱਲਦਾ ਫਿਰਦਾ ਹੀ ਬਿਜ਼ਨਸ ਨੇ। ਉਹ ਸਨੀ ਸੰਧੂ ਸਾਹਿਬ, ਉਹ ਬੜੇ ਐਕਟਿਵ ਨੇ, ਸੋਸ਼ਲ ਮੀਡੀਆ ਤੇ ਐਕਟਿਵ ਨੇ। ਉਹ ਇੱਕ ਬਿਜ਼ਨਸਮੈਨ ਨੇ ਆਪਣੇ USA ਤੋਂ ਤੇ ਉਹਨਾਂ ਦਾ ਜਿਹੜਾ ਪਿਛਲਾ ਤਾਲੁਕ ਹੈ ਉਹ ਸੰਗਰੂਰ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਨੇ। ਤੇ ਉਹ ਵੀ ਬੜੇ ਅਕਸਰ ਹੀ ਆਪਣੇ ਕਮਿਊਨਿਟੀ ਬਾਰੇ ਜਾਂ ਕਮਿਊਨਿਟੀ ਦੇ ਜਿਹੜੇ ਕਰੰਟ ਇਸ਼ੂ ਨੇ ਉਹਨਾਂ ਬਾਰੇ ਸਦਾ ਹੀ ਚਿੰਤਾ ਦੇ ਵਿੱਚ ਰਹਿੰਦੇ ਨੇ ਵੀ ਇਹਨਾਂ ਨੂੰ ਕਿਵੇਂ ਨਜਿੱਠਿਆ ਜਾਵੇ, ਤਾਂ ਇਹਨਾਂ ਦਾ ਕਿਵੇਂ ਹੱਲ ਕੀਤਾ ਜਾਵੇ। ਸੋ ਸਾਡੇ ਕੋਲੇ ਵੱਖ-ਵੱਖ ਤਰ੍ਹਾਂ ਦੇ ਐਕਸਪਰਟੀਜ਼ ਆਏ ਹੋਏ ਨੇ। ਅਸੀਂ ਉਹਨਾਂ ਨਾਲ ਵੱਖ-ਵੱਖ ਤੌਰ ਤੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਜਿਹੜਾ ਵੀ ਅੱਜ ਦਾ ਜਿਹੜਾ ਭਖਦਾ ਮਸਲਾ, ਜੇ ਆਪਾਂ ਉਹ 2 ਤਰ੍ਹਾਂ ਦੀਆਂ ਚੀਜ਼ਾਂ ਤੇ ਮੈਂ ਟੱਚ ਕਰਨੀ ਚਾਹੂੰਗਾ।
ਤੇ ਪਹਿਲੇ ਪੜਾਅ ਦੇ ਵਿੱਚ ਤਾਂ ਜਿਹੜਾ COVID-19 ਹੈ ਉਹਦੇ ਬਾਰੇ ਹਲਕੀ ਜੀ ਗੱਲ ਕਰਾਂਗੇ, ਬਾਹਲਾ ਸਮਾਂ ਤਾਂ ਨਹੀਂ ਉਹ ਤੇ ਲਾਉਂਦੇ ਆਪਾਂ। ਨੰਬਰ 2 ਤੇ ਅਸੀਂ ਕਰਾਂਗੇ ਫਾਰਮਰਸ ਪ੍ਰੋਟੈਸਟ, ਜਿਹੜਾ ਨਿਊ ਦਿੱਲੀ ਚੱਲ ਰਿਹਾ, ਬਹੁਤ ਇੱਕ ਹਿਸਟੋਰੀਕਲ ਫਾਰਮਰਸ ਪ੍ਰੋਟੈਸਟ ਚੱਲ ਰਿਹਾ, ਜਿਹੜਾ ਕਿ ਇੱਕ ਨਿਤ ਨਵੀਆਂ ਛਾਪਾਂ ਛੱਡ ਰਿਹਾ। ਉਹਦੇ ਬਾਰੇ ਅਸੀਂ ਪੈਨਲ ਜਿਹੜੇ ਸਾਡੇ ਮੈਂਬਰ ਸਾਹਿਬਾਨ ਨੇ ਉਹਨਾਂ ਤੋਂ ਉਹਨਾਂ ਦੇ ਵਿਚਾਰ ਲੈਣੇ ਚਾਹਾਂਗੇ, ਤੇ ਉਮੀਦ ਆ ਤੁਸੀਂ ਸਾਡੇ ਪ੍ਰੋਗਰਾਮ ਨੂੰ ਸਹਿਯੋਗ ਦਿਓਗੇ। ਸਾਡਾ ਜਿਹੜਾ ਪ੍ਰੋਗਰਾਮ ਆ ਉਹ ਫੇਸਬੁੱਕ ਤੇ ਲਾਈਵ ਚੱਲ ਰਿਹਾ, ਤੁਸੀਂ ਆਪਣੇ ਫਰੈਂਡਸ ਸਹਿਯੋਗੀਆਂ ਨਾਲ, ਆਪਣੇ ਦੋਸਤਾਂ ਮਿੱਤਰਾਂ ਨਾਲ ਉਹਨੂੰ ਸ਼ੇਅਰ ਕਰੋ ਵੱਧ ਤੋਂ ਵੱਧ, ਤਾਂ ਕਿ ਸਾਡੀ ਜਿਹੜੀ ਆਵਾਜ਼ ਹੈ ਉਹ ਦੁਨੀਆ ਦੇ ਹੋਰ ਕੋਨਿਆਂ ਤੱਕ ਪਹੁੰਚ ਸਕੇ। ਇਹ ਜਿਹੜਾ ਤੁਹਾਡੇ ਮੈਂ ਹੋਰ ਵੀ ਦੱਸਣ ਦੀ ਖੁਸ਼ੀ ਮਹਿਸੂਸ ਕਰ ਰਿਹਾ ਵੀ ਜਿਹੜੇ ਸਾਡੇ ਪ੍ਰੋਗਰਾਮਸ ਨੇ ਇਹ ਜਿਹੜੇ 30 ਹੋ ਚੁੱਕੇ ਆ, ਅੱਜ 31ਵਾਂ, ਉਹ ਤੁਸੀਂ YouTube ਚੈਨਲ ਤੇ ਵੀ ਫੇਸਬੁੱਕ ਚਰਚਾ ਨਾਂ ਦਾ ਜੋ ਜਾਣਿਆ ਜਾਂਦਾ ਹੈ ਉਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ। ਸੋ ਮੈਂ ਬਹੁਤਾ ਸਮਾਂ ਆਪਣੇ ਸਾਥੀਆਂ ਤੇ ਵਿਚਾਲੇ ਨਾ ਲੈਂਦਾ ਹੋਇਆ ਮੈਂ ਗੱਲਬਾਤ ਦੀ ਜਿਹੜੀ ਸ਼ੁਰੂ ਕਰਨ ਜਾ ਰਿਹਾ ਵੀ ਜਿਹੜਾ COVID-19 ਦਾ ਚੱਲ ਰਿਹਾ ਪ੍ਰਕੋਪ ਚੱਲ ਰਿਹਾ ਆਪਣੀ ਸਾਰੀ ਦੁਨੀਆ ਦੇ ਵਿੱਚ, ਆਪਣੇ ਨਾਰਥ ਅਮਰੀਕਾ ਦੇ ਵਿੱਚ ਜਾਂ ਆਪਣੇ ਉਧਰ ਸਾਊਥ ਏਸ਼ੀਆ ਦੇ ਵਿੱਚ, ਉਹ ਇੱਕ ਭਿਆਨਕ ਰੂਪ ਧਾਰਨ ਕੀਤਾ ਹੋਇਆ ਉਹਨੇ, ਕਿਸੇ ਹਿੱਸੇ 'ਚ ਜ਼ਿਆਦਾ ਔਰ ਕਿਸੇ 'ਚ ਘੱਟ ਹੈ। ਹੁਣ ਜਿਵੇਂ ਮੈਂ ਇੱਥੇ ਜਿਵੇਂ ਇੱਥੋਂ ਦੀ ਐਗਜ਼ਾਮਪਲ ਲੈ ਲਈਏ, ਕਿਉਂਕਿ ਮੈਂ ਟੋਰਾਂਟੋ ਏਰੀਆ 'ਚ ਰਹਿਣਾ, ਤੇ ਇੱਥੇ ਜਿਹੜੀ ਸਥਿਤੀ ਉਹ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਪਿਛਲੇ ਦਿਨਾਂ ਦੇ ਵਿੱਚ ਇੱਕ ਸਾਡੇ ਇੱਥੋਂ ਦੇ ਜਿਹੜੀ ਸਿਟਿੰਗ ਗਵਰਨਮੈਂਟ ਹੈ, ਉਹਨਾਂ ਦੇ ਜਿਹੜੇ ਮਿਨਿਸਟਰ ਆ, ਉਹ ਦੂਸਰਿਆਂ ਨੂੰ ਤਾਂ ਵੀ ਜਿਵੇਂ ਪ੍ਰੀਚ ਕਰ ਰਹੇ ਆ ਵੀ ਤੁਸੀਂ ਘਰੇ ਰਹੋ, ਕਿਸੇ ਦੂਸਰੇ ਆਪਣੇ ਰਿਲੇਟਿਵ ਦੇ ਘਰੇ ਨਾ ਜਾਓ, ਤੇ ਬਿਲਕੁਲ ਜਦੋਂ ਜ਼ਰੂਰਤ ਹੈ ਉਦੋਂ ਹੀ ਬਾਹਰ ਜਾਓ। ਪਰ ਜਿਹੜੇ ਵਨ ਆਫ ਦਾ ਅਦਰ ਮਿਨਿਸਟਰ, ਜਿਹੜੇ ਫਾਈਨੈਂਸ ਮਿਨਿਸਟਰ ਹੈ, ਜਿਹੜੇ ਬਹੁਤ ਵੱਡਾ ਪੋਰਟਫੋਲੀਓ ਹੁੰਦਾ, ਉਹ ਜਾ ਕੇ ਛੁੱਟੀਆਂ ਮਨਾ ਰਹੇ ਨੇ। ਉਹ ਸਾਰੇ ਉਹ ਫੜੇ ਗਏ ਨੇ ਤੇ ਉਹਨਾਂ ਨੇ ਹੁਣ ਅਸਤੀਫਾ ਵੀ ਦੇਤਾ। ਤੇ ਇਹਦੇ ਸੰਦਰਭ ਦੇ ਵਿੱਚ ਮੈਂ ਹਲਕੇ ਜਿਹੇ ਵਿਚਾਰ ਲੈਣੇ ਚਾਹਾਂਗਾ। ਮੈਂ ਡਾਕਟਰ ਸੇਖੋਂ ਸਾਹਿਬ ਤੋਂ ਸ਼ੁਰੂ ਕਰਦਾ ਵੀ ਉਹ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ, ਵੀ ਇਹ ਇਸ ਨੂੰ ਕਿਸ ਸੰਦਰਭ ਦੇ ਵਿੱਚ ਦੇਖਦੇ ਆ। ਬਰੀਫ ਦੇ ਵਿੱਚ ਪਲੀਜ਼ ਡਾਕਟਰ ਸੇਖੋਂ ਸਾਹਿਬ। ਉੱਪਰ ਸਾਹਿਬ ਦੇਖੋ, ਬਿਮਾਰੀ ਆਈ, ਬਿਮਾਰੀ ਨੇ ਦੁਨੀਆ ਨੂੰ ਆਪਣੀ ਜਕੜ ਦੇ ਵਿੱਚ ਲਿਆ। ਦੁਨੀਆ ਦੀਆਂ ਵੱਖ-ਵੱਖ ਸਰਕਾਰਾਂ ਨੇ ਆਪੋ ਆਪਣੇ ਹਿਸਾਬ ਦੇ ਨਾਲ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਹ ਇੱਕ ਤਿਲਕਵੇਂ ਜੀਵ ਦੀ ਤਰ੍ਹਾਂ ਨਿਕਲਦਾ ਗਿਆ ਇੱਥੇ ਤੱਕ ਆ ਗਿਆ। ਪਰ ਸੰਖੇਪ 'ਚ ਜੇ ਗੱਲ ਕਰਨੀ ਆ ਉਹ ਇਹ ਹੈ ਕਿ ਬਹੁਤ ਮੈਨੂੰ ਠੀਕ ਲੱਗ ਰਿਹਾ ਹੈ ਇਹਨਾਂ ਦਿਨਾਂ ਦੇ ਵਿੱਚ ਕਿ ਇੱਕ ਤਾਂ ਵੈਕਸੀਨ ਇੱਕ ਤੋਂ ਬਾਅਦ ਇੱਕ ਆ ਰਹੀ ਹੈ। ਦੂਜੀ ਗੱਲ ਜਿਹੜੀ ਪਿਛਲੇ ਕੁਝ ਦਿਨਾਂ ਦੇ ਵਿੱਚ ਵੱਡੀ ਚਿੰਤਾ ਦੁਬਾਰਾ ਫਿਰ ਉੱਭਰ ਆਈ ਸੀ, ਉਹ ਸੀਗੀ ਇਹਦੀ ਨਵੀਂ ਸਟੇਨ ਦੇ ਵਿੱਚ 24-25 ਥਾਵਾਂ ਦੇ ਉੱਤੇ ਇਹਦੇ 'ਚ ਮਿਊਟੇਸ਼ਨ ਹੋ ਗਈ। ਜਾਣੀ ਇਸ ਦੇ ਬੇਸ ਨਹੀਂ, ਜਿਹਨੂੰ ਅਸੀਂ ਕਹਿੰਦੇ ਹਾਂ, ਜਾਂ ਪੌੜੀ ਦੇ ਡੰਡੇ ਜੇ ਅਸੀਂ ਉਹਨੂੰ ਕਹਿ ਸਕਦੇ ਹਾਂ ਸਾਇੰਸ ਦੇ ਵਿੱਚ, ਉਹਦੇ 'ਚ ਤਬਦੀਲੀ ਹੋਈ। ਤਬਦੀਲੀ ਹੋਣ ਦੇ ਨਾਲ ਜਿਹੜਾ ਇਹਦਾ ਉੱਪਰਲਾ ਕੰਡਾ ਹੁਣ ਤਾਂ ਸਭ ਦੁਨੀਆ ਨੂੰ ਪਤਾ ਹੈ, ਉਹਦੇ 'ਚ ਥੋੜਾ ਜਿਹਾ ਫਰਕ ਪਿਆ। ਫਰਕ ਪੈਣ ਦੇ ਨਾਲ ਇਹ ਖਦਸ਼ਾ ਹੈ ਤੇ ਸੀ ਜ਼ਿਆਦਾ ਪਹਿਲਾਂ ਕਿ ਜਿਹੜੀਆਂ ਨਵੀਆਂ ਵੈਕਸੀਨਾਂ ਬਣੀਆਂ ਨੇ, ਕਿਤੇ ਇਹ ਨਾ ਹੋਵੇ ਕਿ ਇਹ ਤਬਦੀਲੀ ਹੋਣ ਦੇ ਨਾਲ ਉਹ ਵੈਕਸੀਨ ਵੀ ਬੇਕਾਰ ਹੋ ਜਾਏ, ਨਵੀਂ ਵੈਕਸੀਨ ਲਿਆਉਣੀ ਪਵੇ। ਬੇਸ਼ੱਕ ਉਹਦੇ ਤੇ ਵੱਡੇ ਤਜਰਬੇ ਨਹੀਂ ਹੋ ਸਕੇ, ਪਰ ਜਿਹੜੀ ਇੰਗਲੈਂਡ ਦੇ ਵਿੱਚ ਵਧੀਆ ਗੱਲ ਮੈਨੂੰ ਲੱਗ ਰਹੀ ਹੈ, ਠੀਕ ਹੈ ਲੱਗ ਰਹੀ ਹੈ, ਉਹ ਇਹ ਹੈ ਕਿ ਕਾਫੀ ਦਿਨਾਂ ਤੋਂ ਨਵੀਂ ਸਟ੍ਰੇਨ ਹੈ ਜਿਹੜੀ ਉਹ ਇੰਗਲੈਂਡ ਦੇ ਵਿੱਚ ਫੈਲ ਰਹੀ ਹੈ। ਪਰ ਕਿਸੇ ਵੀ ਉਸ ਵਿਅਕਤੀ ਨੂੰ ਜਿਹਨੂੰ ਪਹਿਲਾਂ ਕਰੋਨਾ ਹੋ ਚੁੱਕਾ ਹੈ, ਇਹ ਬਿਮਾਰੀ ਦੁਬਾਰਾ ਨਹੀਂ ਆਈ। ਨਵੀਂ ਸਟ੍ਰੇਨ ਬੇਸ਼ੱਕ ਵੱਡੇ ਪੱਧਰ ਤੇ ਉੱਥੇ ਹੈ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈਗਾ ਕਿ ਜਿਹੜੀ ਇਹਦੇ 'ਚ ਮਿਊਟੇਸ਼ਨ, ਜਿਹੜੀ ਇਹਦੇ 'ਚ ਤਬਦੀਲੀ ਆਈ ਹੈ, ਉਹ ਐਡੀ ਵੱਡੀ ਹੈ ਨਹੀਂ ਕਿ ਉਹਦੇ ਖਾਤਰ ਨਵੀਂ ਵੈਕਸੀਨ ਬਣਾਉਣੀ ਪਵੇ। ਜੇ ਪਹਿਲਾਂ ਜਿਹੜੇ ਬੰਦੇ ਬਿਮਾਰ ਹੋਏ ਨੇ ਉਹ ਬਿਮਾਰ ਨਹੀਂ ਹੋ ਰਹੇ, ਇਹਦਾ ਮਤਲਬ ਜਿਹੜੀ ਉਹਨਾਂ 'ਚ ਪਹਿਲਾਂ ਇਮਿਊਨਿਟੀ ਆਈ ਹੋਈ ਹੈ ਉਹ ਉੱਥੇ ਕੰਮ ਕਰ ਰਹੀ ਹੈ। ਇਸੇ ਤਰ੍ਹਾਂ ਹੀ ਜਿਹੜੀਆਂ ਵੈਕਸੀਨਾਂ ਦੇ ਨਾਲ ਇਮਿਊਨਿਟੀ ਆਊ ਉਹ ਵੀ ਕੰਮ ਕਰੂਗੀ। ਤੇ ਮੇਰਾ ਖਿਆਲ ਹੈ ਕਿ ਫਰਵਰੀ ਦੇ ਅਖੀਰ ਤੱਕ ਸਾਡੇ ਇੱਥੇ ਕੈਨੇਡਾ ਦੇ ਵਿੱਚ, ਦੁਨੀਆ, ਭਾਰਤ ਦਾ ਉੱਪਰ ਸਾਹਿਬ ਪਹਿਲਾਂ ਹੀ ਹੱਥ ਖੜੇ ਕਰੀ ਬੈਠਾ, ਉਹਨੂੰ ਕੋਈ ਬੜਾ ਫਰਕ ਨਹੀਂ ਪੈਂਦਾ। ਪੰਜਾਬ ਦੇ ਵਿੱਚ ਆਪਾਂ ਦੇਖਿਆ ਲੱਖਾਂ ਲੋਕ ਦਿੱਲੀ ਦੇ ਬਾਰਡਰ ਤੇ ਬੈਠੇ ਨੇ, ਪੰਜਾਬ ਦੇ ਵਿੱਚ ਨਹੀਂ ਹੁਣ ਇਹਨੂੰ ਕੋਈ ਸੀਰੀਅਸਲੀ ਲੈ ਰਿਹਾ। 500 ਸਰਕਾਰ ਵੱਲੋਂ ਜਿਹੜੀ 500 ਬੰਦਿਆਂ ਦਾ ਇਕੱਠ ਤਾਂ ਹੁਣ ਉੱਥੇ ਅਲਾਉਡ ਕੀਤਾ ਹੋਇਆ। ਸੋ ਮੇਰਾ ਖਿਆਲ ਹੈ ਕਿ ਬੜੀ ਛੇਤੀ ਇਹ ਜਿਹੜੀ ਮੁਸ਼ਕਿਲ ਹੈ ਇਹਦੇ ਤੇ ਕਾਬੂ ਪਾ ਲਿਆ ਜਾਊਗਾ। ਸੇਖੋਂ ਸਾਹਿਬ, ਆਪਾਂ ਬਾਰਡਰ ਤੇ ਪਹੁੰਚਣ ਤੋਂ ਪਹਿਲਾਂ ਆਪਣਾ ਹੀਰ ਸਾਹਿਬ ਤੋਂ ਇਹ ਪੁੱਛਦੇ ਹਾਂ ਵੀ ਜਿਹੜੀ ਵੈਕਸੀਨ ਹੈ, ਇਹ ਕਈਆਂ ਲੋਕਾਂ ਦੇ ਵਿੱਚ ਖਦਸ਼ਾ ਪਾਇਆ ਜਾਂਦਾ ਵੀ ਜਿਹੜੀ ਵੈਕਸੀਨ ਜਦੋਂ ਲਵਾ ਲੈਂਦੇ ਆ ਵੀ ਇਹ ਤੋਂ ਕਈ ਲੋਕ ਡਰ ਵੀ ਰਹੇ ਨੇ, ਵੀ ਇਹਦੇ ਬਾਰੇ ਹੀਰ ਸਾਹਿਬ ਤੁਹਾਡੇ ਕੀ ਵਿਚਾਰ ਨੇ? ਇਸ ਤਰ੍ਹਾਂ ਕਿ ਇੱਕ ਤਾਂ ਲੈਟਸ ਬੀ ਵੈਰੀ ਓਨੈਸਟ,
ਇੱਕ ਰਿਕਾਰਡ ਟਾਈਮ 'ਚ ਵੈਕਸੀਨ ਆਜ਼ਾਦ ਹੋ ਗਏ ਆ। ਆਲਮੋਸਟ 9-10 ਕੰਪਨੀਆਂ ਨੇ ਕਰ ਲਏ ਨੇ। ਆਲਮੋਸਟ ਕਹਿੰਦੇ 7 ਬਿਲੀਅਨ ਜੇ ਪੋਪੂਲੇਸ਼ਨ ਹੈ ਵਰਲਡ ਦੀ, ਤਾਂ 10 ਮਿਲੀਅਨ ਡੋਜ਼ਸ ਤਿਆਰ ਵੀ ਹੋ ਗਿਆ। ਪਰ ਅਨਫੋਰਚੂਨੇਟਲੀ ਇਹ ਹੈ ਕਿ 10 ਬਿਲੀਅਨ ਜਿਹੜੀਆਂ ਡੋਜ਼ਸ ਤਿਆਰ ਹੋਈਆਂ ਉਹ 13% ਕੰਟਰੀਜ਼ ਨੇ ਬੁੱਕ ਕਰ ਲਈਆਂ। ਸਭ ਤੋਂ ਪਹਿਲਾਂ ਈਵਨ ਕੈਨੇਡਾ ਲੀਡ ਕਰ ਰਿਹਾ। ਪਰ ਕਮਿੰਗ ਟੂ ਯੋਰ ਪੁਆਇੰਟ ਕਿ ਇਹ ਜਿਹੜਾ ਵੈਕਸੀਨ ਦੇ ਬਹੁਤ ਸਾਰੇ ਲੋਕ ਨੇ, ਮੇਰੇ ਖਿਆਲ 60-70% ਨੇ, ਪਰ 30% ਲੋਕ ਖਾਸ ਕਰ ਵੈਸਟਰਨ ਕੰਟਰੀਜ਼ 'ਚ ਪਹਿਲਾਂ ਤਾਂ ਇਹ ਸੀਗੀ ਥਿਉਰੀ ਸੀਗੀ ਕਿ ਪਹਿਲਾਂ ਕਰੋਨਾ ਕੁਛ ਨਹੀਂ ਹੈ, ਪਰ ਮੇਰੇ ਖਿਆਲ ਉਹ ਤਾਂ ਹੁਣ ਸਾਇੰਸ ਨੇ ਨਕਾਰ ਦਿੱਤੀ ਹੈ ਵੀ ਕਰੋਨਾ ਇਜ਼ ਸਮਥਿੰਗ, ਅਨਲੈਸ ਵੀ ਵਾਂਟ ਟੂ ਯੂਜ਼ ਮਾਡਲ ਕਿ ਦਿੱਲੀ ਦੇ ਬਾਰਡਰ ਤੇ ਜਿਹੜੇ 5 ਲੱਖ ਆਪਣੇ ਫਾਰਮਰਸ ਬੈਠੇ ਨੇ ਵੀ ਉਹਨਾਂ 'ਚ ਕੋਈ ਨਹੀਂ ਇਫੈਕਟ ਹੋਇਆ, ਉਹ ਵੀ ਸਟੱਡੀ ਹੋ ਜਾਏਗੀ। ਪਰ ਕੁਛ ਇੱਕ ਵੈਕਸੀਨ ਦੇ ਜਿਹੜੇ ਅਗੇਂਸਟ ਨੇ, ਕਿਉਂਕਿ ਵੈਕਸੀਨ ਦੀਆਂ ਵੀ ਕਈ ਖਾਮੀਆਂ ਹਾਲੇ ਤੱਕ ਉਹਨਾਂ ਦੇ ਆਨਸਰ ਨਹੀਂ ਆਏ ਸਾਡੇ ਕੋਲ। ਇੱਕ ਤਾਂ ਵੈਕਸੀਨ ਜਿਹੜਾ ਟੈਸਟ ਕੀਤਾ ਉਹ ਲੈਟਸ ਸੇ 3 ਫੇਜ਼ਸ ਤੇ ਟੈਸਟ ਹੋ ਗਿਆ, ਪਰ ਕਿਹੜੀ ਪੋਪੂਲੇਸ਼ਨ ਤੇ ਟੈਸਟ ਕੀਤਾ? ਜਿਵੇਂ ਅਮਰੀਕਾ 'ਚ ਇੱਕ ਖਦਸ਼ਾ ਦਿਖਾਇਆ ਜਾ ਰਿਹਾ ਬਲੈਕ ਪੋਪੂਲੇਸ਼ਨ ਤੋਂ ਵੀ ਕਿੰਨੇ % ਬਲੈਕਸ ਤੇ, ਕਿਉਂਕਿ ਹਰੇਕ ਪੋਪੂਲੇਸ਼ਨ ਦਾ ਹਰੇਕ ਇੰਡੀਵਿਜੂਅਲ ਜਿਹੜੀ ਕਮਿਊਨਿਟੀ ਆ ਉਹਨਾਂ ਦੇ ਸਿਗਨੇਚਰਸ ਡਿਫਰੈਂਟ ਹੈ, ਉਹਨਾਂ ਤੇ ਇਫੈਕਟ ਡਿਫਰੈਂਟ ਹੈ। ਇਸੇ ਤਰ੍ਹਾਂ ਇੰਡੀਆ ਵੀ ਇੰਟਰੋਡਿਊਸ ਕਰਨ ਜਾ ਰਿਹਾ, ਪਰ ਇੰਡੀਅਨ ਕਿੰਨੇ ਤੇ ਟੈਸਟ ਕੀਤਾ ਗਿਆ, ਇੱਕ ਇਹ ਗੱਲ ਹੈ। ਦੂਸਰੀ ਵੈਕਸੀਨ ਦੇ ਅਗੇਂਸਟ ਜਿਹੜੀ ਇਹ ਹੈ ਕਿ ਜਿੱਦਾਂ ਬ੍ਰਿਟਨ 'ਚ 2 ਕੇਸ ਹੋ ਗਏ ਜਿਨ੍ਹਾਂ ਨੂੰ ਅਲਰਜੀ ਹੋ ਗਈ ਸੀਗੀ, ਉਹਨਾਂ ਨੂੰ ਪ੍ਰੋਬਲਮਸ ਆ ਗਈ। ਇਸੇ ਤਰ੍ਹਾਂ ਅਮਰੀਕਾ 'ਚ ਇੱਕ ਨਰਸ ਜਿਹੜੀ ਨੇ ਵੈਕਸੀਨ ਲਿਆ ਉਹ ਬੇਹੋਸ਼ ਹੋ ਗਈ। ਸੋ ਇਹੋ ਜਿਹੇ ਜਿਹੜੇ ਕੁਛ ਇੱਕ ਪਰਸੈਂਟੇਜ ਨੈਗੇਟਿਵ ਇਫੈਕਟ ਹੈ, ਸੋ ਕੁਛ ਇੱਕ ਪਰਸੈਂਟੇਜ ਪਬਲਿਕ ਇਹਦੇ ਅਗੇਂਸਟ ਰਹਿਣੀ ਹੈ, ਪਰ ਮੇਰਾ ਖਿਆਲ ਕਿ ਮੈਜੋਰਿਟੀ ਪੋਪੂਲੇਸ਼ਨ ਰਿਅਲਾਈਜ਼ ਕਰ ਗਈ ਹੈ ਇਟ ਇਜ਼ ਵਰਥ ਗਿਵਿੰਗ ਅ ਟੈਸਟ। ਪਹਿਲਾਂ ਵੀ ਜਿਹੜੇ ਵੈਕਸੀਨ ਆਉਂਦੇ ਸੀਗੇ ਅਸੀਂ ਦੇਖਿਆ, ਉਹ ਵੀ ਇੱਥੇ ਅਸੀਂ ਕੈਨੇਡਾ ਦੀ ਐਗਜ਼ਾਮਪਲ ਲਈਏ, ਜਿਹੜੇ ਪਹਿਲਾਂ ਵੈਕਸੀਨ ਆਉਂਦੇ ਸੀਗੇ ਉਹ ਵੀ ਸਾਰੇ ਲੋਕ ਨਹੀਂ ਲਵਾਉਂਦੇ ਸੀ। ਬਟ ਦੈਨ end of the day, I think majority will prevail, truth will prevail, and majority of people will get it vaccinated. ਬਾਕੀ ਆਪਣੇ ਡਾਕਟਰ ਨਾਲ ਸਲਾਹ ਕਰ ਸਕਦੇ, ਫੈਮਿਲੀ 'ਚ ਸਲਾਹ ਕਰ ਸਕਦੇ, ਕਿਸੇ ਨੂੰ ਫੋਰਸ ਤਾਂ ਨਹੀਂ ਕੀਤਾ ਜਾ ਸਕਦਾ। ਪਰ ਜੇ ਉਹ ਇਹੋ ਜਿਹੀਆਂ ਰੈਸਟ੍ਰਿਕਸ਼ਨ ਲਾਉਣਗੇ ਕਿ ਯੂ ਕਾਂਟ ਟਰੈਵਲ ਜਦ ਤੱਕ ਤੁਹਾਡੇ ਵੈਕਸੀਨ ਨਹੀਂ ਲੱਗਾ, ਜਾਂ ਕਈ ਜਗ੍ਹਾ ਤੁਸੀਂ ਨਹੀਂ ਜਾ ਸਕਦੇ, ਤਾਂ ਮੇਰੇ ਖਿਆਲ ਇਨਡਾਇਰੈਕਟਲੀ ਸਾਰਿਆਂ ਨੂੰ ਰਿਕੁਐਸਟ ਕੀਤੀ ਜਾਊਗੀ ਕਿ ਵੈਕਸੀਨ ਲੈ ਲੈਣ। ਹਾਂਜੀ ਹਾਂ, ਜਿਵੇਂ ਕੈਨੇਡਾ ਗਵਰਨਮੈਂਟ ਨੇ ਹੁਣ ਰੈਸਟ੍ਰਿਕਸ਼ਨਸ ਉਹ ਨਵੀਆਂ ਲਾਈਆਂ ਨੇ ਵੀ ਤੁਹਾਨੂੰ ਉਹਦਾ ਟੈਸਟ ਕਰਵਾ ਕੇ ਫੇਰ ਹੀ ਉਹ ਅਲਾਉ ਕੀਤਾ ਜਾਊਗਾ। ਤੇ ਜਿਵੇਂ ਕਿ ਤੁਸੀਂ ਪਹਿਲਾਂ ਹੀ ਬਾਰਡਰ ਦੀ ਗੱਲ ਕੀਤੀ ਹੈ, ਮੈਂ ਸਨੀ ਸੰਧੂ ਹੁਣਾ ਸਾਹਿਬ ਨੂੰ ਇਹ ਪੁੱਛਣਾ ਚਾਹਣਾ ਵੀ ਜਿਵੇਂ ਇਹ ਥੋੜਾ ਜਿਹਾ ਉਹਨਾਂ ਦੇ ਵਿੱਚ ਗੱਲਬਾਤ ਦੇ ਕਿਹਾ ਵੀ ਜਿਹੜੇ ਆਪਣੇ ਕਿਸਾਨ ਪ੍ਰੋਟੈਸਟ ਚੱਲ ਰਿਹਾ, ਉੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਇੱਕ ਬਾਰਡਰ ਨਹੀਂ, 2 ਨਹੀਂ, ਸਾਰੇ ਜਿਹੜੇ ਦਿੱਲੀ ਆ ਸਰਾਊਂਡਿੰਗ ਜਿੰਨੇ ਵੀ ਬਾਰਡਰ ਲੱਗਦੇ ਨੇ ਉਹ ਯੂਪੀ ਤੋਂ ਲੱਗਦੇ ਨੇ, ਰਾਜਸਥਾਨ ਤੋਂ ਜਾਂ ਪੰਜਾਬ ਹਰਿਆਣੇ ਤੋਂ ਲੱਗਦੇ ਨੇ। ਤੇ ਉੱਥੇ ਦੇਖੋ ਆਪਣੇ ਲੱਖਾਂ ਬੰਦਾ ਕਿਸਾਨ ਇਕੱਠਾ ਹੋਇਆ ਬੈਠਾ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ। ਤੇ ਉੱਥੇ ਜਿਹੜਾ ਕੋਵਿਡ ਦਾ ਪ੍ਰਕੋਪ ਵੀ ਜਿਹੜੇ ਦੁਨੀਆ ਚੱਲ ਰਿਹਾ ਵੀ ਉੱਥੇ ਤੁਸੀਂ ਕਿਸੇ ਦੇ ਮਾਸਕ ਨਹੀਂ ਲੱਗਿਆ ਦੇਖਿਆ ਵੀ ਤੁਸੀਂ ਨਿਊਜ਼ ਦੇ ਵਿੱਚ, ਮੇਰਾ ਖਿਆਲ ਵੀ ਉਹ ਤੁਸੀਂ ਗੱਲ ਸੁਣੀ ਨਹੀਂ ਹੋਣੀ ਵੀ ਉਹਦੇ ਬਾਰੇ। ਸੰਧੂ ਸਾਹਿਬ ਤੁਹਾਡਾ ਕੀ ਵਿਚਾਰ ਹੈ? ਤੁਸੀਂ ਆਪਣੇ ਉਹਦੇ ਬਾਰੇ ਵਿਚਾਰ ਦਿਓ ਥੋੜੇ ਜਿਹੇ। ਹਾਂਜੀ, ਥੈਂਕ ਯੂ ਵੈਰੀ ਮਚ। ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਆਪਣੇ ਜਿੰਨੇ ਵਿਊਅਰਸ ਨੇ ਉਹਨਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ। ਤੇ ਖੈਰ ਮੇਰੇ ਕੁਝ ਵਿਚਾਰ ਇਸ ਨਾਲ ਮੁਬਾਰਕਾਂ ਦੇ ਵਿਪਰੀਤ ਨੇ, ਕਿਉਂਕਿ ਜਿੰਨੇ ਸਾਡੇ ਸੰਘਰਸ਼ੀ ਉੱਥੇ ਮਰ ਚੁੱਕੇ ਨੇ, ਆਪਣੀਆਂ ਜਾਨਾਂ ਗਵਾ ਚੁੱਕੇ ਨੇ, ਉਹਨਾਂ ਨੂੰ ਦੇਖਦੇ ਹੋਏ ਸਾਨੂੰ ਸਭ ਤੋਂ ਪਹਿਲਾਂ ਉਹਨਾਂ ਨੂੰ ਸ਼ਰਧਾਂਜਲੀ ਦੇਣੀ ਚਾਹੀਦੀ ਹੈ, ਤਾਂ ਕਿ ਉਹਨਾਂ ਦੀਆਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਹੈ ਉਹ ਜਿੱਥੇ ਵੀ ਹੋਣ ਸ਼ਾਂਤੀ 'ਚ ਹੋਣ। ਉਹਨਾਂ ਦੇ ਪਰਿਵਾਰਾਂ ਨੂੰ ਹੌਸਲਾ ਹੋਵੇ ਕਿ ਅਸੀਂ ਉਹਨਾਂ ਬਾਰੇ ਸੋਚਦੇ ਹਾਂ ਤੇ ਉਹਨਾਂ ਲਈ ਅਰਦਾਸ ਕਰਦੇ ਹਾਂ। ਦੂਸਰੀ ਗੱਲ, ਆਪਣੇ ਉਪਲ ਸਾਹਿਬ ਤੁਸੀਂ ਬੜਾ ਵਧੀਆ ਕੁਐਸਚਨ ਪੁੱਛਿਆ ਵੀ ਇਹ ਆਪਣੇ ਜਿਹੜੇ ਸਿੰਘੂ ਬਾਰਡਰ ਤੇ ਜਾਂ ਦਿੱਲੀ ਦੇ ਆਲੇ ਦੁਆਲੇ ਬਾਰਡਰਸ ਤੇ ਸਾਡੇ ਸੰਘਰਸ਼ੀ ਕਿਸਾਨ ਬੈਠੇ ਨੇ, ਉਹਨਾਂ ਦੇ ਵਿੱਚ ਕਿਉਂ ਨਹੀਂ ਹੋ ਰਿਹਾ। ਇੱਕ ਸਾਇੰਟਿਸਟ ਆਪਾਂ ਨੂੰ ਦੱਸਦੇ ਨੇ, ਡਾਕਟਰਸ ਦੱਸਦੇ ਨੇ ਕਿ ਜਿਹੜਾ ਸਾਡੇ ਬਾਡੀ ਦੇ ਵਿੱਚ ਇੱਕ ਐਡਰੇਨਾਲਿਨ ਹੁੰਦਾ, ਜਦੋਂ ਲੜਾਈ ਹੁੰਦੀ ਹੈ, ਕਿਤੇ ਝਗੜਾ ਹੋ ਜਾਂਦਾ ਜਾਂ ਜਦੋਂ ਜੰਗ ਲੱਗਦੀ ਹੈ, ਤਾਂ ਤੁਹਾਡਾ ਐਡਰੇਨਾਲਿਨ ਜਿਹੜਾ ਉਹ ਪਿਕ ਕਰਦਾ, ਤੁਹਾਡੀ ਬਾਡੀ ਦੇ ਵਿੱਚ ਉਹ ਆਉਂਦਾ ਤੇ ਉਹ ਤੁਹਾਨੂੰ ਸੱਟ ਮਹਿਸੂਸ ਨਹੀਂ ਹੋਣ ਦਿੰਦਾ।
ਉਹਦੇ 'ਚ ਤੁਹਾਨੂੰ ਤੁਹਾਡਾ ਡਰ ਚੁੱਕਿਆ ਜਾਂਦਾ ਜਦੋਂ ਤੁਸੀਂ ਜੰਗ ਦੇ ਵਿੱਚ ਚਲੇ ਜਾਂਦੇ। ਉਸੇ ਤਰੀਕੇ ਨਾਲ ਮੈਂ ਜਿਸ ਤਰੀਕੇ ਨਾਲ ਇਸ ਨੂੰ ਦੇਖ ਰਿਹਾ ਵੀ ਉੱਥੇ ਕਰੋਨਾ ਕਿਉਂ ਨਹੀਂ ਹੈ, ਕਿਉਂਕਿ ਉਹਨਾਂ ਸਾਰਿਆਂ ਦਾ ਜਿਹੜਾ ਹਾਈਪਰ ਇਮਿਊਨਿਟੀ ਸਿਸਟਮ ਇੱਕ ਬਿਲਡਅਪ ਹੋਇਆ ਹੈ। ਉਹਨਾਂ ਦਾ ਇਮਿਊਨ ਸਿਸਟਮ ਉੱਥੇ ਬੈਠੇ ਨੇ, ਉਹ ਸੰਘਰਸ਼ 'ਚ ਨੇ, ਉਹਨਾਂ ਨੂੰ ਖਤਰਾ ਵੀ ਹੈ, ਕੋਈ ਪੁਲਿਸ ਵਾਲੇ ਉਹਨਾਂ ਤੇ ਅਟੈਕ ਕਰ ਸਕਦੇ ਨੇ, ਗਵਰਨਮੈਂਟ ਪਤਾ ਨਹੀਂ ਉਹਨਾਂ ਨਾਲ ਕੀ ਕਰੂਗੀ। ਉਹ ਜਿਹੜਾ ਹਾਈਪਰ ਇਮਿਊਨਿਟੀ ਸਿਸਟਮ ਹੈ, ਉਹਨਾਂ ਦਾ ਇਮਿਊਨ ਸਿਸਟਮ ਇੰਨਾ ਸਟਰੋਂਗ ਹੋ ਗਿਆ, ਇੰਨਾ ਹਾਈਪਰ ਹੋਇਆ ਹੋਇਆ ਵੀ ਉਹਨਾਂ ਨੂੰ ਛੋਟੀ ਮੋਟੀ ਬਿਮਾਰੀ ਉਹਨਾਂ ਨੂੰ ਅਟੈਕ ਨਹੀਂ ਕਰੂਗੀ। ਨੰਬਰ 2, ਜਿਹੜਾ ਉੱਥੇ ਪੋਜ਼ਿਟਿਵ ਸਪੀਚਸ ਹੋ ਰਹੀਆਂ ਨੇ, ਜਿਹੜੀਆਂ ਉਹਨਾਂ ਨੂੰ ਪੰਪ ਅਪ ਕਰਕੇ ਰੱਖਦੀਆਂ ਨੇ, ਜਿਹੜੀਆਂ ਉਹਨਾਂ ਦਾ ਇਮਿਊਨ ਸਿਸਟਮ ਬਿਲਡਅਪ ਕਰਕੇ ਰੱਖਦੀਆਂ ਨੇ। ਮੈਂ ਉੱਥੇ ਕਿਸੇ ਨੂੰ ਵੀ ਇਹ ਗੱਲ ਕਰਦੇ ਨਹੀਂ ਸੁਣਿਆ ਕਿ ਅਸੀਂ ਹਾਰ ਕੇ ਜਾਵਾਂਗੇ। ਮੈਂ ਕਿਸੇ ਨੂੰ ਗੱਲ ਕਰਦੇ ਨਹੀਂ ਸੁਣਿਆ ਕਿ ਪਤਾ ਨਹੀਂ ਸਰਕਾਰ ਕੀ ਕਰੂਗੀ। ਜਿਸ ਦੇ ਕਿਸੇ ਦੀ ਵੀ ਇੰਟਰਵਿਊ ਦੇਖਦੇ ਆ, ਜਿਸ ਕਿਸੇ ਨੂੰ ਵੀ ਸੁਣਦੇ ਆ, ਉਹ ਇਹੀ ਕਹਿੰਦੇ ਨੇ ਕਿ ਜਦੋਂ ਤੱਕ ਸਾਡਾ ਡਿਜ਼ਾਇਰਡ ਰਿਜ਼ਲਟ ਨਹੀਂ ਮਿਲਦਾ ਸਾਨੂੰ, ਅਸੀਂ ਵਾਪਸ ਨਹੀਂ ਜਾਵਾਂਗੇ। ਤੇ ਜਿਹੜੀ ਇਹ ਪੋਜ਼ਿਟਿਵ ਥਿੰਕਿੰਗ ਹੈ, ਪੋਜ਼ਿਟਿਵ ਐਟੀਟਿਊਡ ਹੈ, ਇਟ ਇਜ਼ ਵਰਕਿੰਗ ਇਨ देयर ਫੇਵਰ। ਆਈ ਡੋਂਟ ਥਿੰਕ ਦੇ ਵਿਲ ਗੈਟ ਸਿਕ। ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਵੀ ਕਰਦਾ ਕਿ ਉਹ ਤੰਦਰੁਸਤ ਰਹਿਣ ਤੇ ਉਹਨਾਂ ਨੂੰ ਤੱਤੀ ਵਾਹ ਵੀ ਨਾ ਲੱਗੇ। ਖੈਰ ਉੱਥੇ ਠੰਡ ਬੜੀ ਪੈ ਰਹੀ ਆ, ਤੱਤੀ ਵਾਹ ਤਾਂ ਲੱਗਦੀ ਨਹੀਂ, ਉਹਨਾਂ ਨੂੰ ਠੰਡੀ ਵਾਹ ਵੀ ਨਾ ਲੱਗੇ ਤੇ ਉਹ ਖੁਸ਼ ਰਹਿਣ, ਚੜ੍ਹਦੀ ਕਲਾ 'ਚ ਰਹਿਣ। ਮੈਂ ਇਹੀ ਅਰਦਾਸ ਕਰਦਾ। ਥੈਂਕ ਯੂ ਸੰਧੂ ਸਾਹਿਬ, ਤੁਸੀਂ ਬਹੁਤ ਹੀ ਸੋਹਣੇ ਔਰ ਸੰਖੇਪ ਸ਼ਬਦਾਂ ਦੇ ਵਿੱਚ ਆਪਣੇ ਵਿਚਾਰ ਰੱਖੇ। ਤੇ ਤੁਸੀਂ ਜਿਹੜੇ ਆਪਣੇ ਪਰਿਵਾਰਾਂ ਦੇ ਜਿਹੜੇ ਉੱਥੇ ਮੈਂਬਰ ਸੀਗੇ ਕਿਸਾਨ, ਉਹ ਸ਼ਹੀਦ ਹੋ ਚੁੱਕੇ ਆ। ਅਸੀਂ ਆਪਣੇ ਜਿਹੜੇ ਪਹਿਲਾਂ ਪ੍ਰੋਗਰਾਮ ਲੰਘ ਚੁੱਕੇ ਆ, ਉਹਨਾਂ ਦੇ ਵਿੱਚ ਵੀ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰ ਚੁੱਕੇ ਆ। ਤੇ ਬਹੁਤ ਹੀ ਮਾੜੀ ਜਦੋਂ ਖਬਰ ਆਉਂਦੀ ਆ, ਉਹ ਸਾਰਿਆਂ ਨੂੰ ਦੁੱਖ ਲੱਗਦਾ। ਤੇ ਅਸੀਂ ਉਸ ਪਰਿਵਾਰਾਂ ਨਾਲ ਇੱਕ ਵਾਰ ਫੇਰ ਸਾਰੇ ਹੀ ਅਸੀਂ ਉਹਨਾਂ ਨੂੰ ਸਲੂਟ ਕਰਦੇ ਹਾਂ, ਸਿਰ ਝੁਕਾਉਣੇ ਆ ਤੇ ਉਹਨਾਂ ਦੇ ਨਾਲ ਅਸੀਂ ਦੁੱਖ ਵੰਡਾਉਣੇ ਆ। ਅਸੀਂ ਹਮੇਸ਼ਾ ਹੀ ਉਹਨਾਂ ਦੇ ਨਾਲ ਆ, ਅਸੀਂ ਸਾਡੀਆਂ ਜਿਹੜੀਆਂ ਦੁਆਵਾਂ ਨੇ ਉਹਨਾਂ ਦੇ ਨਾਲ ਨੇ। ਬਾਕੀ ਜਿਹੜਾ ਤੁਸੀਂ ਟੱਚ ਕੀਤੀ ਹੈ ਗੱਲ, ਜਿਹੜੇ ਕਿਸਾਨਾਂ ਦਾ ਜਿਹੜਾ ਜਜ਼ਬਾ ਹੈ, ਉਹਨਾਂ ਦੀ ਜਿਹੜੀ ਵਿਲ ਪਾਵਰ ਹੈ, ਉਹ ਬੜੀ ਸਟਰੋਂਗ ਹੈ। ਤੇ ਨਾਲ ਦੀ ਨਾਲ ਡਿਸਪਲਿਨ, ਜੇ ਮੇਰਾ ਖਿਆਲ ਡਿਸਪਲਿਨ ਦੀ ਗੱਲ ਕਰਨੀ ਹੋਵੇ ਤਾਂ ਮੇਰਾ ਖਿਆਲ ਜਾਂ ਤਾਂ ਆਪਾਂ ਆਰਮੀ ਤੋਂ ਸਿੱਖਦੇ ਹਾਂ ਡਿਸਪਲਿਨ, ਜਾਂ ਫਿਰ ਇਹ ਕਿਸਾਨ ਸੰਘਰਸ਼ ਤੋਂ ਆਪਾਂ ਨੂੰ ਡਿਸਪਲਿਨ ਦੂਜਾ ਵਰਡ ਸੁਣਨ ਨੂੰ ਮਿਲਿਆ। ਤੇ ਮੈਂ ਆਪਣੇ ਹੀਰ ਸਾਹਿਬ ਤੋਂ ਸੁਣਨਾ ਚਾਹਾਂਗਾ ਵੀ ਜਿਹੜਾ ਡਿਸਪਲਿਨ ਵਰਡ ਐਵਰੀ ਡੇ ਮੀਡੀਆ ਇਹਨੂੰ ਬਾਰ-ਬਾਰ ਲੈ ਕੇ ਆ ਰਿਹਾ ਹੈ, ਇਹਦੇ ਬਾਰੇ ਤੁਸੀਂ ਇਹਨੂੰ ਸਾਰਾ ਉਸ ਕਿਸਾਨੀ ਸੰਘਰਸ਼ ਨਾਲ ਜੋੜ ਕੇ ਕਿਵੇਂ ਦੇਖਦੇ ਹੋ? ਕਿਉਂਕਿ ਤੁਹਾਡਾ ਤਾਂ ਜਿਹੜਾ ਵਾਹ ਸਾਰੀ ਉਮਰ ਡਿਸਪਲਿਨ ਨਾਲ ਹੀ ਪਿਆ। ਤੁਹਾਡੀ ਜਿਹੜੀ ਜੌਬ ਸੀ ਉਹ ਆਰਮੀ ਨਾਲ ਤਾਲੁਕ ਰੱਖਦੀ ਸੀਗੀ, ਤੇ ਤੁਸੀਂ ਤਾਂ ਸਾਰੀ ਉਮਰ ਡਿਸਪਲਿਨ 'ਚ ਹੀ ਰਹੇ ਹੋ। ਤੇ ਹੁਣ ਵੀ ਮੈਨੂੰ ਤਾਂ ਪਤਾ ਵੀ ਡਿਸਪਲਿਨ 'ਚ ਹੀ ਹੁੰਦੇ ਹੋ ਅੰਕਲ ਜੀ। ਤੇ ਉਹਦੇ ਬਾਰੇ ਮੈਂ ਤੁਹਾਡੇ ਵਿਚਾਰ ਲੈਣੇ ਚਾਹੁੰਦਾ ਵੀ ਡਿਸਪਲਿਨ ਜਿਹੜਾ ਉਹਨਾਂ ਨੇ ਮੇਨਟੇਨ ਕਰਕੇ ਰੱਖਿਆ ਔਨ ਵੈਰੀ ਹਾਈ ਲੈਵਲ। ਉਹ ਜਿਹੜਾ ਮੀਡੀਆ ਉਹ ਲੋਕਾਂ ਨੂੰ ਅਨਪੜ੍ਹ ਸਮਝਦਾ ਸੀਗਾ ਵੀ ਇਹ ਤਾਂ ਕਿਸਾਨ ਨੇ, ਇਹਨਾਂ ਨੂੰ ਕੁਝ ਪਤਾ ਨਹੀਂ ਹੈਗਾ, ਜਾਂ ਇਹ ਲੈਕ ਆਫ ਨੌਲੇਜ ਹੈ ਇਹਨਾਂ ਨੂੰ। ਤੇ ਉਹੀ ਮੀਡੀਆ, ਉਹੀ ਜਿਹੜੇ ਵੱਡੇ ਵੱਡੇ ਜਰਨਲਿਸਟ ਨੇ, ਉਹੀ ਉਹਨਾਂ ਦੇ ਹੁਣ ਡਿਸਪਲਿਨ ਦੀਆਂ ਦਾਤ ਦੇ ਰਹੇ ਨੇ। ਵੀ ਤੁਸੀਂ ਇਹਨੂੰ ਕਿਸ ਸੰਦਰਭ ਦੇ ਵਿੱਚ ਦੇਖਦੇ ਹੋ? ਮੈਂ ਹੀਰ ਸਾਹਿਬ ਤੋਂ ਸ਼ੁਰੂ ਕਰੂੰਗਾ। ਇਸ ਤਰ੍ਹਾਂ ਉਪਲ ਸਾਹਿਬ ਕਿ ਜੇ ਅਸੀਂ ਗੁਰਬਾਣੀ ਨੂੰ ਪੜ੍ਹੀਏ, ਗੁਰਬਾਣੀ 'ਚ ਜਾਈਏ, ਗੁਰੂ ਨਾਨਕ ਸਾਹਿਬ ਨੇ ਸਾਨੂੰ ਪਹਿਲਾਂ ਹੀ ਦੱਸਿਆ ਕਿ ਹੁਕਮ, ਉਹਦੇ ਹੁਕਮ 'ਚ ਰਹਿਣਾ, ਉਹਦੇ ਹੁਕਮ ਨਾਲ ਸਭ ਕੁਝ ਚੱਲਦਾ। ਤਾਂ ਜਿਹੜੇ ਸੱਚੇ ਸੁੱਚੇ ਸਿੱਖ ਨੇ, ਉਹ ਤਾਂ ਮੇਰੇ ਖਿਆਲ ਵੈਸੇ ਹੀ ਡਿਸਪਲਿਨ 'ਚ ਰਹਿਣਾ ਸਿੱਖੇ ਹੋਏ ਨੇ। ਪਰ ਜੇ ਅਸੀਂ ਇਹ ਐਜੂਟੇਸ਼ਨ 'ਚ ਜਿਹੜੇ ਫਾਰਮਰਸ ਗਏ ਨੇ, ਇੱਕ ਤਾਂ 2-2.5 ਮਹੀਨੇ ਪੰਜਾਬ 'ਚ ਉਹ ਐਜੂਟੇਸ਼ਨ ਕਰਦੇ ਰਹੇ। ਇਹਨਾਂ 'ਚੋਂ ਪੂਰੀ ਪੰਜਾਬ ਦੀ ਜੇ ਆਬਾਦੀ 2 ਕਰੋੜ ਹੈ ਜਾਂ 3 ਕਰੋੜ ਹੈ, ਉਹਦੇ 'ਚੋਂ ਨਿੱਤਰ ਕੇ ਗਏ ਨੇ ਜਿਹੜੇ ਸਭ ਤੋਂ ਸੱਚੁੱਜੇ ਸੱਜਣ ਨੇ, ਉਹ ਗਏ ਨੇ, ਪਿਓਰ ਸੱਜਣ ਨੇ, ਜਿਹੜੇ ਉਹ ਆਪਣੀ ਸੈਕਰੀਫਾਈਸ ਦੇਣ ਗਏ ਆ ਦਿੱਲੀ ਤੇ। ਜੇ 5 ਲੱਖ ਵੀ ਹੈ ਇਸ ਵੇਲੇ, ਅਸੀਂ ਮਿਨੀਮਮ ਐਸਟੀਮੇਟ ਲਾਈਏ, ਤਾਂ ਪੰਜਾਬ ਦੇ 2 ਕਰੋੜ 'ਚੋਂ 5 ਲੱਖ ਉੱਥੇ ਗਏ ਨੇ। ਤੇ ਮੇਰੇ ਖਿਆਲ ਸਭ ਤੋਂ ਸੱਚੁੱਜੇ ਸੱਜਣ ਹੈ। ਮੈਂ ਤਾਂ ਇੱਥੋਂ ਤੱਕ ਕਹਿਣਾ ਹੁੰਦਾ ਕਿ ਜਿਹੜਾ ਸੱਜਣ ਉੱਥੇ 10 ਦਿਨ ਤੋਂ ਜ਼ਿਆਦਾ ਉਸ ਫਾਰਮਰ ਐਜੂਟੇਸ਼ਨ 'ਚ ਰਹੇ ਆ, ਸਾਨੂੰ ਪੰਜਾਬੀਆਂ ਨੂੰ ਉਹਨੂੰ ਹਾਜੀ ਕਹਿਣਾ ਚਾਹੀਦਾ। ਜਿੱਦਾਂ ਹੱਜ ਤੋਂ ਆਉਂਦੇ ਸੀਗੇ ਤਾਂ ਉਹਨਾਂ ਦੇ ਪੈਰੀ ਹੱਥ ਲਾਉਂਦੇ ਸੀ ਕਿ ਉਹ ਹਾਜੀ ਬਣ ਗਏ ਨੇ, ਕਿਉਂਕਿ ਉਹਨਾਂ ਨੇ ਮੈਕਸਿਮਮ ਜਿਹੜੀ ਸੈਕਰੀਫਾਈਸ ਹੁੰਦੀ ਹੈ ਉਹ ਅਚੀਵ ਕਰਦੀ ਹੈ। ਦੂਸਰੀ ਗੱਲ ਇਹ ਹੈ ਕਿ ਜਦੋਂ ਉਹ ਚੱਲੇ ਅੰਬਾਲੇ ਦੇ ਬਾਰਡਰ ਤੋਂ, ਉਹਨਾਂ ਨੇ ਵੀ ਸ਼ਾਇਦ ਨਹੀਂ ਸੋਚਿਆ ਸੀ, ਅਸੀਂ ਵੀ ਕਦੀ ਨਹੀਂ ਸੋਚਿਆ ਸੀ ਕਿ ਐਜੂਟੇਸ਼ਨ ਇੰਨੀ ਪੀਸਫੁਲ ਰਹਿ ਸਕੂਗੀ।
ਪਰ ਉਹ ਇੰਨੀ ਪੀਸਫੁਲ ਰਹੀ ਹੈ ਤੇ ਮੇਰਾ ਖਿਆਲ ਕਈ ਵਾਰੀ ਨੌਨ ਬਿਲੀਵਰ ਵੀ ਬਿਲੀਵ ਕਰਨ ਲੱਗ ਪੈਂਦੇ ਕੋਈ ਨਾ ਕੋਈ ਸਪਿਰਿਚੁਅਲ ਫੋਰਸ ਜਿਹੜੀ ਹੈ, ਕੋਈ ਨਾ ਕੋਈ ਜਿਹੜੀ ਕੁਦਰਤੀ ਫੋਰਸ ਹੈ, ਉਹ ਇਸ ਐਜੀਟੇਸ਼ਨ ਨੂੰ ਗਾਈਡ ਕਰ ਰਹੀ ਹੈ। ਖਾਸ ਕਰ ਜਦੋਂ ਸੱਚੇ ਸੁੱਚੇ ਇਨਸਾਨ ਇਕੱਠੇ ਹੋ ਕੇ ਉਹਨਾਂ ਦੀ ਕੌਨਸ਼ੀਅਸਨੈਸ ਹੁੰਦੀ ਆ, ਉਹਨਾਂ ਦੀ ਜਿਹੜੀ ਰੂਹਾਨੀਅਤ ਫੋਰਸ ਹੁੰਦੀ ਹੈ, ਉਹ ਫਿਰ ਇਕੱਠੀ ਹੋ ਜਾਂਦੀ ਹੈ। ਔਰ ਜਦੋਂ ਇਹ ਦਿੱਲੀ ਦੇ ਬਾਰਡਰ ਤੇ ਗਏ, ਉੱਥੋਂ ਚਾਹੇ ਦਿੱਲੀ ਦੀ ਗਵਰਨਮੈਂਟ ਦਾ ਜੋ ਐਟੀਟਿਊਡ ਸੀ, ਪ੍ਰੈਜ਼ੈਂਟ ਗਵਰਨਮੈਂਟ ਹੈ, ਉਹਨਾਂ ਨੂੰ ਜੋ ਵੀ ਹੈਲਪ ਕੀਤੀ, ਚਾਹੇ ਇਹਨਾਂ ਦੀ ਜਿਹੜੀ ਆਰਗੇਨਾਈਜੇਸ਼ਨ ਸੀ, ਇਹਨਾਂ ਸਾਰੀਆਂ ਆਰਗੇਨਾਈਜੇਸ਼ਨ 'ਚ ਇਨਸੀਡੈਂਟਲੀ ਕਾਫੀ ਐਕਸ ਸੋਲਜਰਸ ਵੀ ਨੇ ਜਿਹੜੇ ਇਹਨਾਂ ਨੂੰ ਐਡਮਿਨਿਸਟ੍ਰੇਸ਼ਨ ਵਗੈਰਾ ਬਾਰੇ ਗਾਈਡ ਵੀ ਕਰ ਰਹੇ ਆ ਔਰ ਇਹਨਾਂ ਨੂੰ ਵਲੰਟੀਅਰ ਵੀ ਕਰ ਰਹੇ ਆ। ਤੋ ਇੱਕ ਉਹ ਫੈਕਟਰ ਵੀ ਹੈਗਾ। ਔਰ ਦੂਸਰਾ ਫੈਕਟਰ ਇਹ ਹੈ ਕਿ ਜਦੋਂ ਤੁਸੀਂ ਕਿਸੇ ਜਗ੍ਹਾ ਪੋਜ਼ਿਟਿਵ ਸੋਚਣ ਲੱਗ ਪਓ, ਫਿਰ ਪੋਜ਼ਿਟਿਵਿਟੀ ਕ੍ਰੀਏਟ ਹੋਈ ਜਾਂਦੀ ਹੈ, ਜਨਰੇਟ ਹੋਈ ਜਾਂਦੀ ਹੈ। ਇਸ ਵੇਲੇ ਤਾਂ ਉਹ ਜਿਹੜਾ ਸੇਵਾ ਭਾਵ ਉੱਥੇ ਆਏ ਆ, ਉਹ ਅਗੇਨ ਮੈਂ ਗੁਰੂ ਨਾਨਕ ਸਾਹਿਬ ਨੂੰ ਕੋਟ ਕਰਦਾ ਕਿ ਤੇਰਾ ਤੇਰਾ ਤੇਰਾ, ਉੱਥੇ ਕੋਈ ਵੀ ਮੇਰੇ ਦੀ ਗੱਲ ਹੀ ਨਹੀਂ ਕਰ ਰਿਹਾ। ਸਭ ਆਪਣੇ ਆਪ ਨੂੰ ਦੇਣ ਨੂੰ ਤਿਆਰ ਹੈ, ਇੱਥੋਂ ਤੱਕ ਕਿ ਸੁਪਰੀਮ ਸੈਕਰੀਫਾਈਸ ਜਿਹੜੀ ਹੈ ਉਹ ਕਹਿੰਦੇ ਵੀ ਅਸੀਂ ਆਪਣਾ ਸ਼ਹਾਦਤ ਦੇਣ ਨੂੰ ਵੀ ਤਿਆਰ ਹੈ। ਤਾਂ ਹੀ 50 ਜਿਹੜੇ ਫਾਰਮਰਸ ਨੇ ਉਹਨਾਂ ਨੇ ਆਪਣੀ ਐਕਸਟ੍ਰੀਮ ਸ਼ਹਾਦਤ ਦਿੱਤੀ ਹੈ, ਪਰ ਕੋਈ ਵੀ ਫਾਰਮਰ ਡਰਿਆ ਨਹੀਂ ਹੈ ਕਿ ਵਾਪਸ ਚਲ ਜਾਈਏ, ਠੰਡ ਹੋ ਗਈ ਆ, ਕੱਲ ਨੂੰ ਗਵਰਨਮੈਂਟ ਕੋਈ ਹੋਰ ਫੋਰਸ ਯੂਜ਼ ਕਰ ਲਏਗੀ। ਤੋ ਇਹ ਜਿਹੜੀ ਯੂਨਾਈਟਿਡ ਇੱਕ ਐਗਜ਼ਾਮਪਲ ਹੈ ਨਾ, ਜਿਹੜੀ ਇਹ ਹਿਸਟਰੀ 'ਚ ਸਦੀਆਂ ਤੱਕ ਇਹ ਜਿਹੜੀ ਐਜੀਟੇਸ਼ਨ ਹੈ, ਇਹਦੀ ਸਟੱਡੀ ਹੋਊਗੀ, ਹਾਰਵਰਡ 'ਚ ਪੜ੍ਹਾਈ ਜਾਊਗੀ, ਪੂਰੇ ਵਰਲਡ 'ਚ ਪੜ੍ਹਾਈ ਜਾਊਗੀ। ਔਰ ਇਸ ਐਜੀਟੇਸ਼ਨ ਦੇ ਨਾਲ ਅੱਜ ਕੱਲ ਵੈਸੇ ਸੋਸ਼ਲ ਮੀਡੀਆ ਤਾਂ ਹੈ, ਪਰ ਇਹ ਸਿਰਫ ਇੰਡੀਆ ਨਹੀਂ ਜੁੜਿਆ, ਇੰਡੀਆ ਦੇ ਫਾਰਮਰ ਨਹੀਂ ਜੁੜੇ, ਸਾਊਥ ਇੰਡੀਆ, ਈਸਟ ਇੰਡੀਆ, ਨਾਰਥ ਇੰਡੀਆ ਤਾਂ ਇਨ ਐਨੀ ਕੇਸਿਸ ਦੇ, ਵੈਸਟਰਨ ਇੰਡੀਆ, ਉਸ ਉਧਰ ਦੇ ਵੀ ਫਾਰਮਰ ਨਾਲ ਹੌਲੀ 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 ਜੁੜੀ ਜਾ ਰਹੇ ਆ। ਸਿਰਫ ਉੱਥੇ ਤੱਕ ਲਿਮਟਡ ਨਹੀਂ ਹੈ ਕਿ ਈਵਨ ਕੈਨੇਡਾ ਦੇ ਫਾਰਮਰ ਜਿਹੜੇ ਇੱਥੋਂ ਦੇ ਵਾਈਟ ਫਾਰਮਰ ਨੇ, ਜਰਮਨੀ ਦੇ ਵਾਈਟ ਫਾਰਮਰ ਨੇ, ਕੁਛ ਇੱਕ ਮਿਡ ਵੈਸਟ ਅਮਰੀਕਾ ਦੇ ਫਾਰਮਰ, ਉਹ ਵੀ ਜੁੜ ਗਏ ਨੇ। ਉਹਨਾਂ ਨੇ ਵੀ ਇਹਨਾਂ ਦੇ ਨਾਲ ਆਪਣੀ ਉਹਨਾਂ ਨੇ ਕਿਹਾ ਵੀ ਇਹ ਰਾਈਟ ਲਈ ਲੜ ਰਹੇ ਆ। ਤੋ ਇਹ ਬੈਟਲ ਹੋ ਸਕਦਾ ਗਲੋਬਲ ਬਣ ਜਾਏ ਜੇ ਇਹ ਆਪਣੀ ਪ੍ਰੈਜ਼ੈਂਟ ਗਵਰਨਮੈਂਟ ਆਫ ਇੰਡੀਆ ਨੇ ਇਹਨੂੰ ਨਹੀਂ ਸੋਲਵ ਕੀਤਾ। ਤੋ ਉਹ ਡਿਸਿਪਲਿਨ ਪੋਜ਼ਿਟਿਵਿਟੀ ਚੋਂ ਆਇਆ, ਸਪਿਰਿਚੁਅਲ ਸਪਿਰਿਟ ਚੋਂ ਆਇਆ, ਔਰ ਜਿਹੜੀ ਇੱਕ ਇਹ ਜਿਹੜੇ ਸੱਚੇ ਸੁੱਚੇ ਇਨਸਾਨ ਨੇ ਉਹਨਾਂ ਚੋਂ ਆਇਆ। ਤੇ ਇਹ ਬਹੁਤ ਵੱਡੀ ਐਗਜ਼ਾਮਪਲ ਇਸ ਵੇਲੇ ਵਰਲਡ ਦੇ ਕੋਲ ਹੋ ਗਈ ਹੈ। ਥੈਂਕ ਯੂ ਹੀਰ ਸਾਹਿਬ। ਜਿਵੇਂ ਤੁਸੀਂ ਮੈਂਸ਼ਨ ਕੀਤਾ ਵੀ ਇਹਨਾਂ ਨੂੰ ਬਹੁਤ ਵੱਡੀ ਸਪੋਰਟ ਹੈ ਜਿਹੜੇ ਐਕਸ ਸਰਵਿਸਮੈਨ ਨੇ, ਇਨਕਲੂਡਿੰਗ ਯੂ, ਉਹਦੇ ਨਾਲ ਜਿਹੜੇ ਇੱਥੋਂ ਕੈਨੇਡਾ ਦੇ ਅੰਟਾਰੀਓ ਸੂਬਾ ਜਿਹੜਾ ਆਪਣਾ, ਇੱਥੋਂ ਦੀ ਜਿਹੜੀ ਸੈਕੰਡਰੀ ਸਕੂਲ ਟੀਚਰ ਫੈਡਰੇਸ਼ਨ ਹੈ ਬਹੁਤ ਵੱਡੀ ਹੈ, ਉਹਨਾਂ ਦੇ ਕੋਈ 65,000 ਮੈਂਬਰ ਸਹਿਬਾਨ ਹੈਗੇ ਆ। ਤੇ ਉਹਨਾਂ ਨੇ ਨਾਲ ਫਿਰ ਇੱਕ ਐਲੀਮੈਂਟਰੀ ਟੀਚਰ ਫੈਡਰੇਸ਼ਨ ਹੈਗੀ ਆ, ਜਿਹੜੇ ਐਲੀਮੈਂਟਰੀ ਟੀਚਰਸ ਨੇ ਉਹਨਾਂ ਦੀ ਬਹੁਤ ਵੱਡੀ ਫੈਡਰੇਸ਼ਨ ਹੈ। ਉਹ ਸਾਰਿਆਂ ਨੇ ਕਿਸਾਨਾਂ ਨੂੰ, ਆਪਣੇ ਜਿਹੜੇ ਉੱਥੇ ਪ੍ਰੋਟੈਸਟ ਤੇ ਬੈਠੇ ਆ, ਉਹਨਾਂ ਨੂੰ ਸਮਰਥਨ ਦਿੱਤਾ। ਤੇ ਤੁਸੀਂ ਹੋਰ ਜਿਹੜੇ ਆਪਣੇ ਕੈਨੇਡੀਅਨ ਫਾਰਮਰਸ ਦਾ ਕਿਹਾ, ਜਾਂ ਹੋਰ ਵੀ ਜਿਹੜੇ ਅਰਾਊਂਡ ਦਾ ਵਰਲਡ ਫਾਰਮਰਸ ਨੇ ਜਾਂ ਹੋਰ ਜਥੇਬੰਦੀਆਂ ਨੇ, ਉਹਨਾਂ ਨੂੰ ਬਹੁਤ ਪੁਰਜ਼ੋਰ ਉਹਨਾਂ ਨੂੰ ਉਹ ਸਮਰਥਨ ਦੇ ਰਹੀਆਂ ਨੇ। ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਹੈ ਇਸ ਜਿਹੜਾ ਫਾਰਮਰ ਪ੍ਰੋਟੈਸਟ ਹੈ। ਤੇ ਆਪਾਂ ਡਿਸਪਲਿਨ ਦੀ ਗੱਲ ਚੱਲੀ ਹੈ, ਔਰ ਡਿਸਪਲਿਨ ਦੇ ਨਾਲ ਉੱਥੇ ਜਿਹੜੇ ਕਿਸਾਨ ਨੇ ਆਪਣੇ ਆਪ ਨੂੰ ਉਹਨਾਂ ਨੇ ਵਾਤਾਵਰਨ ਦੇ ਅਨੁਕੂਲ ਬਣਾ ਲਿਆ। ਜਿਵੇਂ ਕਿ ਮੈਂ ਪਿੱਛੇ ਜੇ ਵੀਡੀਓ ਦੇਖ ਰਿਹਾ ਸੀ, ਉਹਨਾਂ ਨੇ ਟਾਇਲਟਸ ਉੱਥੇ ਆਪਣੀਆਂ ਬਣਾਉਣੀਆਂ ਸ਼ੁਰੂ ਕਰਤੀਆਂ। ਮੈਂ ਤਾਂ ਪਰਸੋਂ ਦੇਖ ਰਿਹਾ ਸੀਗਾ, ਉਹਨਾਂ ਨੇ ਨਾ ਉੱਥੇ ਪੰਪ ਲਾਉਣਾ ਸ਼ੁਰੂ ਕਰਤਾ ਪਾਣੀ ਕੱਢਣ ਲਈ। ਤੇ ਮੈਂ ਹੁਣ ਡਾਕਟਰ ਸਾਹਿਬ ਵੱਲ ਚੱਲੂੰਗਾ, ਡਾਕਟਰ ਸੇਖੋਂ ਵੱਲ। ਇਹਨਾਂ ਦਾ ਨਾ ਕਿਸਾਨਾਂ ਨਾਲ ਬਹੁਤ ਹੀ ਗੂੜਾ ਰਿਸ਼ਤਾ ਰਿਹਾ, ਬਹੁਤ ਨੌ ਮਾਸ ਦਾ ਜਿਵੇਂ ਕਹਿ ਦੋ ਵੀ, ਕਿਉਂਕਿ ਇਹਨਾਂ ਦਾ ਖੇਤੀਬਾੜੀ ਨਾਲ ਤਾਲੁਕ ਸੀਗਾ। ਤੇ ਇਹ ਕਿਸਾਨਾਂ ਨੂੰ ਬਹੁਤ ਅੱਛੀ ਤਰ੍ਹਾਂ ਜਾਣਦੇ ਆ ਵੀ ਜਿਹੜੇ ਹੁਣ ਕਿਸਾਨ ਉੱਥੇ ਬੈਠੇ ਆ ਸੇਖੋਂ ਸਾਹਿਬ, ਵੀ ਜਿਵੇਂ ਮੈਂ ਤੁਹਾਨੂੰ ਥੋੜਾ ਜਿਹਾ ਮੈਂਸ਼ਨ ਕਰ ਹੀ ਦਿੱਤਾ ਵੀ ਉਹ ਜਿਹੜੀ ਆਪਣੀ ਡੇਲੀ ਲਾਈਫ ਆ ਉਹਨੂੰ ਕਿਵੇਂ ਤਬਦੀਲੀ 'ਚ ਲਿਆ ਰਹੇ ਨੇ। ਵੀ ਇਹਦੇ ਬਾਰੇ ਤੁਸੀਂ ਚਾਨਣਾ ਪਾਓ ਥੋੜਾ ਜਿਹਾ, ਵੀ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਉੱਪਲ ਸਾਹਿਬ ਦੇਖੋ, ਬਹੁਤ ਵਧੀਆ ਜਿਹੜਾ ਤੁਸੀਂ ਇਹ ਪੁਆਇੰਟ ਲਿਆ ਹੈਗਾ। ਕਿੱਦਾਂ ਲੋਕ ਗੁਜ਼ਾਰਾ ਕਰਦੇ ਨੇ, ਜਿਹੜੇ ਸ਼ਹਿਰਾਂ ਦੇ ਲੋਕ ਨੇ ਉਹਨਾਂ ਨੂੰ ਤਾਂ ਵਿਸ਼ਵਾਸ ਹੀ ਨਹੀਂ। ਜਾਂ ਮੈਂ ਤਾਂ ਇਹ ਕਹਿਣਾ ਕਿ ਜਿਹੜੀ ਸਰਕਾਰ ਭਾਰਤ ਦੇ ਵਿੱਚ ਅੱਜ ਕੱਲ੍ਹ ਰਾਜ ਕਰ ਰਹੀ ਹੈ, ਉਹ ਜਿਹੜੇ ਥਾਵਾਂ ਤੇ ਰਹਿੰਦੇ ਜਾਂ ਜਿਸ ਤਰ੍ਹਾਂ ਦੀਆਂ ਹਾਲਤਾਂ 'ਚ ਉਹ ਰਹਿੰਦੇ ਨੇ, ਉਹਨਾਂ ਨੂੰ ਤਾਂ ਪਹਿਲੀ ਗੱਲ ਤਾਂ ਇਹ ਨਹੀਂ ਸੀਗਾ ਕਿ ਉਹ ਇੱਥੇ ਤੱਕ ਅੱਪੜ ਜਾਣਗੇ। ਉਹਨਾਂ ਨੂੰ ਐਡਾ ਵੱਡਾ ਵਿਸ਼ਵਾਸ ਸੀ ਕਿ ਹਰਿਆਣਾ ਸਾਡੀ ਸਰਕਾਰ ਹੈ, ਕਿੱਦਾਂ ਲੰਘਣ ਦੇ ਦਾਂਗੇ ਅਸੀਂ ਤਾਂ ਉੱਥੋਂ ਆਉਣ ਹੀ ਨਹੀਂ ਦੇਣਾ ਕਿਸੇ ਨੂੰ। ਇਹ ਆ ਗਏ,
ਇਹ ਇੱਥੇ ਬੈਠ ਗਏ। ਦੂਜੀ ਗੱਲ ਉਹਨਾਂ ਨੂੰ ਇਹ ਸੀ ਕਿ ਕੋਈ ਵੀ ਬੰਦਾ ਘਰੋਂ ਬਾਹਰ ਨਿਕਲ ਕੇ ਹੋਟਲ ਦੇ ਵਿੱਚ ਤਾਂ ਰਹਿ ਸਕਦਾ ਹੈ, ਕਿਸੇ ਸਰਾਂ 'ਚ ਤਾਂ ਰਹਿ ਸਕਦਾ ਹੈ, ਸੜਕ ਤੇ ਕਿੰਨਾ ਕੁ ਚਿਰ ਬੈਠੂਗਾ? ਉਹ 2 ਦਿਨ ਬੈਠੂ, 4 ਦਿਨ ਬੈਠੂ, ਆਪਣੇ ਆਪ ਹੀ ਇਹ ਚਲੇ ਜਾਣਗੇ। ਇਹ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਮਾਨਤਾਵਾਂ ਸੀ ਉਹ ਫੇਲ ਹੋਈਆਂ। ਉਹ ਇਸ ਕਰਕੇ ਫੇਲ ਹੋਈਆਂ ਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਕਿਸਾਨ ਹੁੰਦਾ ਕੀ ਹੈ, ਉਹਨਾਂ ਨੂੰ ਪਤਾ ਹੀ ਨਹੀਂ ਕਿ ਕਿਸ ਤਰ੍ਹਾਂ ਦੇ ਲੋਕ ਨੇ ਇਹ, ਉਹਨਾਂ ਨੂੰ ਪਤਾ ਹੀ ਨਹੀਂ ਕਿ ਕਿੰਨਾ ਹਾਲਤਾਂ ਦੇ ਵਿੱਚ ਇਹ ਰਹਿ ਸਕਦੇ ਨੇ। ਖੇਤ ਦੇ ਵਿੱਚ ਪਾਣੀ ਲਾਉਂਦਾ ਵਿਅਕਤੀ ਕਈ ਵਾਰ ਨੀਂਦ ਆ ਜਾਂਦੀ ਹੈ। ਮੈਂ ਤਾਂ ਆਪ ਖੁਦ ਵੇਖਿਆ, ਉੱਥੇ ਰੋੜਿਆਂ ਤੇ ਸੌਂ ਜਾਓ, ਬੰਦੇ ਨੂੰ ਨੀਂਦ ਉੱਥੇ ਵੀ ਆ ਜਾਂਦੀ ਹੈ ਜੇ ਥੱਕਿਆ ਹੋਵੇ ਤਾਂ। ਉਹ ਹੁਣ ਇਸ ਥਾਂ ਦੇ ਉੱਤੇ ਆ ਕੇ ਜਿਹੜੇ ਸਾਡੇ ਕਿਸਾਨ ਵੀਰ ਨੇ ਉਹ ਆਏ, ਜਦੋਂ ਯੂਨੀਅਨ ਵਾਲਿਆਂ ਨੇ ਉਹਨਾਂ ਨੂੰ ਉੱਥੇ ਸੱਦਾ ਦਿੱਤਾ ਕਿ ਇੱਥੇ ਆਓ, ਉਹਨਾਂ ਸਾਰਿਆਂ ਦੇ ਦਿਮਾਗ ਦੇ ਵਿੱਚ, ਉਹਨਾਂ ਸਾਰਿਆਂ ਦੀ ਸੋਚ ਦੇ ਵਿੱਚ ਇਹ ਗੱਲ ਪੱਕੀ ਤਰ੍ਹਾਂ ਭਰ ਦਿੱਤੀ ਗਈ ਕਿ ਇਹ ਨਹੀਂ ਸੋਚ ਕੇ ਆਉਣਾ ਕਿ ਅਸੀਂ ਚੱਲੇ ਆ ਦਿੱਲੀ ਤੇ ਆ ਜਾਾਂਗੇ, ਪਤਾ ਨਹੀਂ ਸਾਨੂੰ ਉੱਥੇ ਕਿੰਨਾ ਚਿਰ ਰਹਿਣਾ ਪੈ ਜੇ। ਹੁਣ ਜਿਹੜੀਆਂ ਇਹ ਹਾਲਤਾਂ ਨੇ, ਬਹੁਤ ਸਾਰੇ ਧਾਰਮਿਕ ਮੇਲੇ ਲੱਗਦੇ ਨੇ ਪੰਜਾਬ ਦੇ ਵਿੱਚ, ਬਹੁਤ ਸਾਰੀਆਂ ਧਾਰਮਿਕ ਥਾਵਾਂ ਦੇ ਉੱਤੇ ਲੋਕ ਜਾਂਦੇ ਨੇ। ਆਹ ਜਿਹੜਾ ਟਰਾਲੀ ਸਿਸਟਮ ਹੈ, ਇਹ ਟਰਾਲੀ ਸਿਸਟਮ ਉਹਨਾਂ ਧਾਰਮਿਕ ਥਾਵਾਂ ਦੇ ਉੱਤੇ ਵੀ ਲੋਕ ਵਰਤਦੇ ਨੇ। ਪੂਰੇ ਦਾ ਪੂਰਾ ਪਿੰਡ ਦੇ ਵਿੱਚੋਂ ਜਿੰਨੇ ਕੁ ਬੰਦੇ ਹੁੰਦੇ ਨੇ ਇਕੱਠੇ ਹੋ ਜਾਂਦੇ ਨੇ, ਖਾਣ ਪੀਣ ਦਾ ਸਮਾਨ ਲੈਂਦੇ, ਆਪਣੇ ਪਿੰਡੋਂ ਸ਼ਰਧਾ ਮੁਤਾਬਕ ਸਮਾਨ ਇਕੱਠਾ ਕਰਕੇ ਉੱਥੇ ਜਾ ਕੇ ਜਿੰਨੀ ਦੇਰ ਤੱਕ ਉਹ ਧਾਰਮਿਕ ਪ੍ਰੋਗਰਾਮ ਚੱਲਦਾ ਹੈ, 3 ਦਿਨ 4 ਦਿਨ, ਸਰਹੰਦ ਦੇ ਵਿੱਚ ਆਪਾਂ ਲੈ ਲਈਏ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਜੋੜ ਮੇਲੇ ਦੇ ਉੱਤੇ, ਦੂਜੀਆਂ ਥਾਵਾਂ ਦੇ ਉੱਤੇ, ਉੱਥੇ ਜਾ ਕੇ ਆਪਣੇ ਉਸ ਥਾਂ ਦੇ ਉੱਤੇ ਉਲਟਾ ਉਹ ਜਾ ਕੇ ਲੰਗਰ ਲਾਉਂਦੇ ਨੇ। ਉੱਥੇ ਜਿਹੜੇ ਲੋਕ ਆਏ ਹੁੰਦੇ ਉਹਨਾਂ ਦੀ ਸੇਵਾ ਕਰਦੇ ਨੇ, ਆਪ ਤਾਂ ਰਹਿੰਦੇ ਨੇ, ਸਗੋਂ ਉਹ ਹੋਰ ਆਇਆਂ ਦੀ ਵੀ ਸੇਵਾ ਕਰਦੇ ਨੇ ਉੱਥੇ। ਸੋ ਇਹ ਜਿਹੜਾ ਕਲਚਰ ਹੈ, ਇਹ ਜਿਹੜਾ ਸਿਸਟਮ ਹੈ, ਇਹ ਸਾਡੇ ਕਿਸਾਨਾਂ ਨੂੰ ਪਤਾ ਹੈ, ਸਾਡੇ ਪਿੰਡਾਂ ਵਾਲਿਆਂ ਨੂੰ ਪਤਾ ਹੈ। ਸਾਡੇ ਪਿੰਡਾਂ ਵਾਲੇ ਕੋਈ ਪਹਿਲੀ ਗੱਲ ਨਹੀਂ ਹੈਗੀ ਇਹ ਪਹਿਲੀ ਵਾਰ ਵੀ ਦਿੱਲੀ ਆ ਕੇ ਬੈਠੇ ਨੇ। ਕਿੰਨੀ ਦੇਰ ਤੱਕ, ਕਿੰਨੇ ਮਹੀਨੇ ਤੱਕ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਨੇ ਇੱਕ ਵਾਰ ਧਰਨਾ ਲਾਇਆ ਸੀਗਾ ਤੇ ਚੰਡੀਗੜ੍ਹ ਦੇ ਲੋਕ ਟੈਂ ਕਰਨ ਲੱਗੇ ਸੀ ਕਿ ਇੰਨੀ ਦੇਰ ਹੋ ਗਈ, ਇਹਨਾਂ ਨੂੰ ਕੁਛ ਨਾ ਕੁਛ ਕਰੋ, ਇਹਨਾਂ ਨੂੰ ਭੇਜੋ ਇੱਥੋਂ। ਪਰ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਸੀ। ਮੇਰੇ ਪਿੰਡੋਂ ਟਰਾਲੀ, ਆਪਾਂ ਕਹਿੰਦੇ ਟਰੱਕ ਲੱਕੜਾਂ ਦਾ ਭਰ ਕੇ ਜਾ ਰਿਹਾ ਜੀ, ਕਿੱਧਰ ਜਾ ਰਿਹਾ ਜੀ? ਚੰਡੀਗੜ੍ਹ ਜਾ ਰਿਹਾ। ਸੋ ਇਹ ਜਿਹੜੀਆਂ ਗੱਲਾਂ ਨੇਗੀਆਂ, ਇਹ ਸਰਕਾਰ ਨੂੰ ਨਹੀਂ ਸੀਗੀਆਂ ਦਿਮਾਗ ਦੇ ਵਿੱਚ, ਤੇ ਉਹਨਾਂ ਨੇ ਕਦੇ ਸੁੱਖ ਨਾਲ ਸੋਚੇ ਨਹੀਂ। ਉਹ ਤਾਂ ਜੇ ਜਾਣਾ ਵੀ ਹੈਗਾ, ਚਾਹੇ ਸਰਕਾਰ 'ਚ ਹੈਗੇ ਚਾਹੇ ਨਹੀਂ ਹੈਗੇ, ਜੇ ਭਾਈ ਗਵਾਲੀਅਰ ਜਾਣਾ ਤਾਂ ਗਵਾਲੀਅਰ ਕਿਹੜੇ 5 ਸਟਾਰ ਹੋਟਲ ਦੇ ਵਿੱਚ ਬੁੱਕ ਕਰਾ ਲਈਏ ਪਹਿਲਾਂ ਆਪਾਂ ਕਮਰਾ, ਫਿਰ ਆਪਾਂ ਉੱਥੇ ਜਾਣਾ। ਇਹ ਜਿਹੜੇ ਸਾਡੇ ਪਿੰਡਾਂ ਦੇ ਲੋਕ ਆਏ ਹੋਏ ਨੇ, ਇਹਨਾਂ ਦਾ 5 ਸਟਾਰ ਹੋਟਲ ਆਪਦਾ ਆਪਣਾ, ਆਪਣੇ ਹਿਸਾਬ ਦੇ ਨਾਲ ਰਹਿਣਾ, ਉਹ 5 ਸਟਾਰ ਹੋਟਲ ਹੈ, ਆਪਦੀ ਟਰਾਲੀ ਜਾਂ ਆਪਦਾ ਥਾਂ ਜਾਂ ਆਪਦਾ ਇੰਤਜ਼ਾਮ ਜਾਂ ਆਪਦਾ ਖਾਣਾ, ਜਾਣੀ ਸਾਰਿਆਂ ਨੇ ਰਲ ਕੇ ਬਣਾ ਲਿਆ। ਉਦੋਂ ਵਧੀਆ ਮੌਜ ਕਾਹਦੀ ਹੈ ਭਾਈ? ਉਹ ਸਭ ਤੋਂ ਵਧੀਆ ਮੌਜ ਹੈ। ਸੋ ਠੀਕ ਹੈ, ਔਖੀਆਂ ਹਾਲਤਾਂ 'ਚ ਨੇ, ਠੀਕ ਹੈ, ਠੰਡ ਬਹੁਤ ਹੈ, ਪਰ ਜਿੱਦਾਂ ਸੰਧੂ ਸਾਹਿਬ ਨੇ ਵੀ ਦੱਸਿਆ ਵੀ ਉਹਨਾਂ ਦੇ ਹੌਸਲੇ ਬੁਲੰਦ ਨੇ। ਉਹਨਾਂ ਨੂੰ ਇਹ ਮੁਸ਼ਕਲਾਂ ਜਿਹੜੀਆਂ ਬਹੁਤ ਛੋਟੀਆਂ ਲੱਗਦੀਆਂ ਨੇ, ਕਿਉਂਕਿ ਉਹਨਾਂ ਨੂੰ ਲੀਡਰਾਂ ਨੇ ਜਾਂ ਆਸੇ-ਪਾਸੇ ਨੇ, ਇਕੱਲੇ ਲੀਡਰ ਨਹੀਂ ਹੈ। ਇਹ ਜਿਹੜੀਆਂ ਗੱਲਾਂ ਜਿਹਦੀਆਂ ਨਾਲ ਉਹ ਇੱਥੇ ਆਏ ਨੇ, ਉਹ ਤਾਂ ਅੱਜ ਕੱਲ ਕਿੰਨੇ ਥਾਵਾਂ ਦੇ ਉੱਤੇ, ਹਰ ਇੱਕ ਥਾਂ ਤੇ ਅੱਜ ਕੱਲ ਫੇਸਬੁੱਕ ਤੇ ਨਾਲ ਦੀ ਨਾਲ ਗੱਲ ਆ ਜਾਂਦੀ ਹੈ, ਉੱਥੇ ਪਈਆਂ ਨੇ ਵੀ ਭਰਾਵੋ ਇਹ ਤੁਹਾਡੇ ਜਿਉਣ ਮਰਨ ਦੀ ਲੜਾਈ ਹੈ। ਜੇ ਅੱਜ ਨਾ ਇਸ ਸਰਕਾਰ ਦੇ ਮੂਹਰੇ ਅੜੇ ਤਾਂ ਇਹਦਾ ਮਤਲਬ ਇਹ ਹੈ ਕਿ ਇੱਥੇ ਕਾਰਪੋਰੇਟ ਘਰਾਣਿਆਂ ਦਾ ਹੀ ਰਾਜ, ਵੈਸੇ ਤਾਂ ਉੱਪਰ ਸਾਹਿਬ ਕਾਰਪੋਰੇਟ ਰਾਜਾਂ ਦਾ ਰਾਣਾ, ਜਿਹੜੇ ਘਰਾਣੇ ਨੇ ਉਹਨਾਂ ਦਾ ਹੀ ਰਾਜ ਚੱਲ ਰਿਹਾ। ਜਿਹੜਾ ਕੈਪੀਟਲਿਜ਼ਮ ਹੈ ਨਾ, ਕੈਪੀਟਲਿਜ਼ਮ ਦੀ ਜਿਹੜੀ ਫਾਰਮ, ਜਿਹੜਾ ਸਿਲਸਿਲਾ ਭਾਰਤ ਦੇ ਵਿੱਚ ਚੱਲ ਰਿਹਾ ਹੈ, ਉਹਨੂੰ ਲੋਕਾਂ ਨੇ ਕ੍ਰੋਨੀ ਕੈਪੀਟਲਿਜ਼ਮ ਦਾ ਨਾਮ ਦਿੱਤਾ ਹੋਇਆ, ਜਿਹਦੇ ਵਿੱਚ ਆਮ ਦੂਜੇ ਕੈਪੀਟਲਿਜ਼ਮ ਦੇ ਵਿੱਚ ਸਰਕਾਰ ਉੱਪਰ ਹੈ, ਉਦੋਂ ਥੱਲੇ ਅਮੀਰ ਨੇ, ਉਦੋਂ ਥੱਲੇ ਮੱਧ ਵਰਗ ਹੈ, ਉਦੋਂ ਥੱਲੇ ਗਰੀਬ ਹੈ। ਇੱਥੇ ਕੀ ਹੋਇਆ ਪਿਆ ਹੈ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਕਿ ਕਾਰਪੋਰੇਟ ਘਰਾਣੇ ਉੱਤੇ ਹੋ ਗਏ, ਸਰਕਾਰ ਵਿਚਾਲੇ ਆ ਗਈ। ਹਾਂਜੀ, ਬਾਕੀ ਉਹ ਸਰਕਾਰ ਤਾਂ ਹੁਣ ਦੋਨਾਂ ਧੜਿਆਂ ਨੂੰ, ਜਿਹੜੀ ਦੋਨਾਂ ਚੀਜ਼ਾਂ ਨੂੰ ਦੂਰ ਰੱਖ ਕੇ ਦੋਨਾਂ ਦੀਆਂ ਉੱਪਰਲਿਆਂ ਦੀਆਂ ਮੰਗਾਂ ਹੇਠਲਿਆਂ ਤੇ ਮੜਨ ਦਾ ਕੰਮ ਹੀ ਕਰ ਰਹੀ ਹੈ, ਇਹ ਲੱਗ ਰਿਹਾ ਹੈ। ਸੋ ਇਹਨਾਂ ਹਾਲਤਾਂ 'ਚ ਲੋਕ ਸਮਝ ਗਏ, ਸਮਝਣ ਕਰਕੇ ਉਹਨਾਂ ਦੇ ਜਦੋਂ ਦਿਮਾਗ ਦੇ ਵਿੱਚ ਇਹ ਹੈਗਾ ਕਿ ਅਸੀਂ ਆਰ ਪਾਰ ਦੀ ਲੜਾਈ ਲੜਨ ਲੱਗੇ ਹਾਂ, ਇਹਨਾਂ ਹਾਲਤਾਂ ਦੇ ਵਿੱਚ ਇਹ ਠੰਡ, ਇਹ ਠੁੱਕਰ, ਇਹ ਔਖ, ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਉੱਥੋਂ ਬਾਹਰ ਵਾਪਸ ਪੰਜਾਬ 'ਚ ਬਗੈਰ ਮੰਗਾਂ ਮਨਾਏ ਤੋਂ ਲਿਜਾਣ ਲਈ ਮਜਬੂਰ ਕਰ ਸਕਦੀ ਹੈ। ਗ੍ਰੇਟ ਕਮੈਂਟ ਸੇਖੋਂ ਸਾਹਿਬ, ਧੰਨਵਾਦ। ਜਿਵੇਂ ਨਾ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਕਿਹਾ, ਜਿਵੇਂ ਆਪਣੇ ਸੈਲਫ ਇੰਪਲੋਇਡ ਬੰਦਾ ਹੁੰਦਾ ਉਹ ਦੂਸਰਿਆਂ ਨੂੰ ਰੁਜ਼ਗਾਰ ਦਿੰਦਾ ਹੈ, ਇਹ ਧਰਨੇ ਨੇ ਤਾਂ ਉੱਥੇ ਜਾ ਕੇ ਜਿਹੜੇ ਗਰੀਬ ਬੰਦੇ ਸੀਗੇ ਆਲੇ ਦੁਆਲੇ, ਉਹਨਾਂ ਨੂੰ ਇੱਕ ਤਰ੍ਹਾਂ ਦਾ ਉਹ ਫੂਡ ਖਾਂਦੇ ਆ ਉੱਥੇ ਆ ਕੇ, ਤੇ ਉੱਥੇ ਕਿਸਾਨਾਂ ਨੇ ਤਾਂ ਆਪਣਾ ਮਾਲ ਵੀ ਬਣਾ ਲਿਆ, ਤੇ ਉੱਥੋਂ ਹਰੇਕ ਜ਼ਰੂਰਤਮੰਦ ਨੂੰ ਉਹ ਹੈਗਾ ਤਾਂ ਸਾਰੀ ਡੋਨੇਸ਼ਨ ਹੀ ਹੈ, ਤੇ ਹਰੇਕ ਚੀਜ਼ ਮਿਲਦੀ ਆ ਉੱਥੇ, ਜਰਾਬਾਂ ਤੋਂ ਲੈ ਕੇ ਕੰਬਲ ਤੱਕ, ਉਹਨੂੰ ਸਾਰਾ ਕੁਝ ਉਹ ਪ੍ਰੋਵਾਈਡ ਉੱਥੇ ਹੋ ਰਿਹਾ ਹੈ।
ਤੇ ਉਹਨਾਂ ਦਾ ਆਪਣੇ ਉਹਦੀ ਵਿਲ ਪਾਵਰ ਬਾਰੇ ਤਾਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ। ਇਹ ਜਿਹੜਾ ਦੇਖੋ ਇਹਨਾਂ ਡਿਸਪਲਿਨ ਨਾਲ ਚੱਲ ਰਿਹਾ ਉੱਥੇ ਸਾਰਾ ਪ੍ਰੋਗਰਾਮ, ਮੈਂ ਤਾਂ ਕਹਿੰਦਾ ਵੀ ਉਹ ਸਲੂਟ ਆ। ਜਿਹੜੀਆਂ 32 ਜਥੇਬੰਦੀਆਂ ਨੇ ਪਲੱਸ ਹੋਰ ਨੇ, ਉਹ 40 ਕੁ ਬਣ ਜਾਂਦੀਆਂ ਨੇ ਕਹਿੰਦੇ, ਆਪਾਂ ਨੂੰ ਐਗਜ਼ੈਕਟ ਆਈ ਮੇ ਬੀ ਰੋਂਗ। ਤੇ ਉੱਥੇ ਜਿਹੜੀਆਂ ਇੰਨੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਇੱਕ ਜਥੇਬੰਦਕ ਢਾਂਚਾ ਹੈ, ਉਹ ਇੰਨੀ ਕਰਾਊਡ ਨੂੰ ਦੇਖੋ ਕਿਵੇਂ ਉਹਨਾਂ ਨੇ ਬੰਨ੍ਹ ਕੇ ਰੱਖਿਆ ਹੋਇਆ। ਉਹਨਾਂ ਨੇ ਮੀਟਿੰਗਸ ਵੀ ਕਰਨੀਆਂ ਨੇ ਤੇ ਹੋਰ ਵੀ ਲੋਕਾਂ ਨੂੰ ਵੀ ਸੇਧ ਦੇ ਕੇ ਰੱਖਣੀ ਆ, ਔਰ ਸਟੇਜ ਨੂੰ ਵੀ ਆਰਗੇਨਾਈਜ਼ ਕਰਨਾ ਹੈ। ਤੇ ਇਹਦੇ ਵਿੱਚ ਕੀ ਹੁੰਦਾ, ਕਈ ਵਾਰੀ ਵੀ ਕੋਈ ਵੀ ਗਲਤ ਆਨਸਰ ਵੀ ਐਡੇ ਕਰਾਊਡ ਦੇ ਵਿੱਚ ਆ ਸਕਦੇ ਨੇ। ਵੀ ਜੇ ਵੀ ਤੁਸੀਂ ਕੀ ਸਮਝਦੇ ਹੋ? ਮੈਂ ਆਪਣੇ ਸੰਧੂ ਸਾਹਿਬ ਤੋਂ ਪੁੱਛਣਾ ਚਾਹਾਂਗਾ, ਇਹਨਾਂ ਦਾ ਵੀ ਕਾਫੀ ਐਕਸਪੀਰੀਅੰਸ ਹੈ ਇਸ ਸੰਘਰਸ਼ ਪ੍ਰਤੀ। ਵੀ ਤੁਸੀਂ ਕੀ ਸਮਝਦੇ ਹੋ ਵੀ ਇਸ ਤਰ੍ਹਾਂ ਦੀ ਉੱਥੇ ਕੋਈ ਗੱਲ ਹੈ, ਜਾਂ ਵੀ ਹੋ ਸਕਦੀ ਹੈ ਐਡੀ ਕਰਾਊਡ ਦੇ ਵਿੱਚ ਕੋਈ ਬੰਦਾ ਵੀ ਗਲਤ ਆਨਸਰ ਉੱਥੇ ਐਂਟਰ ਹੋ ਜਾਏ, ਜਾਂ ਉਹਦਾ ਗਲਤ ਫਾਇਦਾ ਉਠਾ ਸਕੇ? ਕੋਈ ਐਸੀ ਗੱਲ ਤੁਸੀਂ ਦੇਖਦੇ ਹੋ, ਤੁਹਾਡੇ ਜ਼ਿਹਨ 'ਚ ਆਉਂਦੀ ਆ ਵੀ ਜਿਹੜੀ ਤੁਸੀਂ ਸ਼ੇਅਰ ਕਰ ਸਕੋ? ਥੈਂਕ ਯੂ ਉਪਲ ਸਾਹਿਬ, ਬਹੁਤ ਵਧੀਆ ਸਵਾਲ ਹੈ ਤੁਹਾਡਾ। ਤੇ ਮੇਰੇ ਪਹਿਲਾਂ ਤਾਂ ਮੈਂ ਇਹ ਕਹੂੰਗਾ ਵੀ ਜਿਹੜਾ ਡਿਸਪਲਿਨ ਹੈ ਇਹ ਕਿੱਥੋਂ ਆ ਰਿਹਾ। ਤੁਸੀਂ ਇਹ ਦੇਖੋ ਵੀ ਮੈਨੂੰ ਜਿਹੜਾ ਫੀਲ ਹੁੰਦਾ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਇਹ ਕੋਈ ਪਹਿਲੀ ਮੁਹਿੰਮ ਨਹੀਂ। ਸਾਨੂੰ 47 ਵੀ ਆਇਆ, 47 ਤੋਂ ਬਾਅਦ 84 ਆਇਆ, 84 ਤੋਂ ਬਾਅਦ ਅੱਜ ਅਸੀਂ ਫਿਰ ਲੜ ਰਹੇ ਹਾਂ। ਪਰ ਜੇ ਅਸੀਂ 47 ਤੋਂ ਪਿੱਛੇ ਵੀ ਚਲੇ ਜਾਈਏ ਤਾਂ ਕਿੰਨੇ ਮੋਰਚੇ ਲੱਗੇ ਨੇ, ਉਸ ਤੋਂ ਪਹਿਲਾਂ ਕਿੰਨੇ ਧਾੜ ਵੀ ਆਉਂਦੇ ਰਹੇ ਨੇ। ਮੈਨੂੰ ਲੱਗਦਾ ਵੀ ਇਹ ਡਿਸਪਲਿਨ ਕ੍ਰੀਏਟ ਕਰਨਾ ਤੇ ਆਪਣੇ ਆਪ ਨੂੰ ਇੰਨੇ ਵਧੀਆ ਤਰੀਕੇ ਨਾਲ ਆਰਗੇਨਾਈਜ਼ ਕਰਨਾ, ਇਹ ਸਾਡੇ ਬਲੱਡ 'ਚ ਹੈ, ਇਹ ਸਾਡੇ DNA ਦਾ ਹਿੱਸਾ ਬਣਿਆ ਹੈ। ਕਿਉਂਕਿ ਅਸੀਂ ਪਤਾ ਨਹੀਂ ਕਿੰਨੀ ਦੇਰ ਤੋਂ ਜੰਗਾਂ ਲੜਦੇ ਆ ਰਹੇ ਹਾਂ। ਉਰਸ ਨੇ ਸਿਕੰਦਰ ਦਾ ਨੱਕ ਮੋੜ ਕੇ, ਨੱਕ ਭੰਨ ਕੇ ਉਹਨੂੰ ਵਾਪਸ ਮੋੜਿਆ ਸੀ, ਉਹ ਵੀ ਡਿਸਪਲਿਨ ਉਸ ਵੇਲੇ ਵੀ ਸੀ। ਹੁਣ ਰਹੀ ਗੱਲ ਕਿ ਵੀ ਸਾਡੇ ਸੰਘਰਸ਼ ਦੇ ਵਿੱਚ ਆਊਟਸਾਈਡਰਸ ਦਾ ਇੰਟਰੂਡ ਕਰਨਾ ਤੇ ਉਹਨੂੰ ਡਿਸਟਰਬ ਕਰਨਾ ਜਾਂ ਉਹਨੂੰ ਮੈਲਾਈਨ ਕਰਨਾ, ਉਹਦਾ ਅਕਸ ਖਰਾਬ ਕਰਨਾ, ਇਹ ਬਹੁਤ ਵੱਡਾ ਖਦਸ਼ਾ ਹੈ। ਤੁਹਾਡੀ ਗੱਲ ਸਹੀ ਹੈ, ਪਰ ਮੈਂ ਇੱਕ ਚੀਜ਼ ਮੈਂ ਮਹਿਸੂਸ ਕਰਦਾ ਕਿ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਨੇ, ਜਿਨ੍ਹਾਂ ਨੂੰ ਕਿਸੇ ਜ਼ਮਾਨੇ 'ਚ ਨਸ਼ੇੜੀ ਵੀ ਕਿਹਾ ਜਾਂਦਾ ਸੀ, ਉਹਨਾਂ ਨੂੰ ਇਰਰਿਸਪੌਂਸਿਬਲ ਦਾ ਨਾਂ ਦਿੱਤਾ ਜਾਂਦਾ ਸੀ। ਸਾਡੇ ਗੀਤਕਾਰਾਂ ਨੂੰ ਅਸੀਂ ਮਿਹਣੇ ਮਾਰਦੇ ਸੀ, ਤਾਨੇ ਦਿੰਦੇ ਸੀ ਵੀ ਤੁਸੀਂ ਕਿੱਦਾਂ ਦੇ ਗੀਤ ਗਾਉਂਦੇ ਹੋ। ਪਰ ਅੱਜ ਤੁਸੀਂ ਉਹਨੂੰ ਦੇਖੋ ਕਿ ਉਹ ਇੰਨੇ ਜਾਗਰੂਕ ਨੇ, ਇੰਨੇ ਤਿੱਖੇ ਨੇ, ਇੰਨੇ ਸਮਝਦਾਰ ਨੇ ਕਿ ਉਹਨਾਂ ਨੇ ਹਰ ਰੋਜ਼ 8-10 ਬੰਦੇ ਜਿਹੜੇ ਉਸ ਧਰਨੇ ਦੇ ਵਿੱਚ ਆ ਕੇ ਕੋਈ ਡਿਸਪਲਿਨ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਨੇ ਹਮੇਸ਼ਾ ਉਹਨਾਂ ਨੂੰ ਫੜਿਆ ਹੁੰਦਾ ਤੇ ਉਹਨਾਂ ਨੂੰ ਲਾਈਮਲਾਈਟ ਕੀਤਾ ਹੁੰਦਾ ਵੀ ਆਹ ਦੇਖੋ ਆ ਕੀ ਹੋ ਰਿਹਾ। ਤੇ ਇੱਕ ਮਜ਼ੇ ਦੀ ਗੱਲ ਇਹ ਹੈ ਵੀ ਕੋਈ ਕਿਸੇ ਤੇ ਹੱਥ ਨਹੀਂ ਚੁੱਕ ਰਿਹਾ। ਇੰਨਾ ਉਹਨਾਂ ਨੇ ਡਿਸਪਲਿਨ ਰੱਖਿਆ ਹੋਇਆ ਵੀ ਚਲੋ ਬੰਦਾ ਫੜ ਲਿਆ, ਉਹਨੂੰ ਪਿਆਰ ਨਾਲ ਸਮਝਾਉਂਦੇ ਨੇ, ਉਹਨੂੰ ਕੁਐਸਚਨ ਕਰਦੇ ਨੇ, ਉਹਨੂੰ ਪੁਲਿਸ ਦੇ ਹਵਾਲੇ ਕਰਦੇ ਨੇ। ਹਾਂ, ਸਾਨੂੰ ਪਤਾ ਕਿ ਪੁਲਿਸ ਉਹਨਾਂ ਨੂੰ ਫੜਦੇ ਸਾਰ ਛੱਡ ਦਿੰਦੀ ਹੈ, ਇਹ ਵੱਖਰੀ ਗੱਲ ਹੈ। ਪਰ ਕਮਾਲ ਦੀ ਗੱਲ ਹੈ ਵੀ ਸਾਡੇ ਨੌਜਵਾਨ, ਸਾਡੇ ਬਜ਼ੁਰਗਾਂ ਦਾ ਹੋਸ਼ ਤੇ ਸਾਡੇ ਨੌਜਵਾਨਾਂ ਦਾ ਜੋਸ਼ ਇੰਨਾ ਸਿੰਕਰੋਨਾਈਜ਼ਡ ਤਰੀਕੇ ਨਾਲ ਕੰਮ ਕਰ ਰਿਹਾ ਹੈ ਕਿ ਉਹਨਾਂ ਨੂੰ ਸਲਾਮ ਕਰਨਾ ਬਣਦਾ ਤੇ ਉਹ ਲਾਸਾਨੀ ਸੰਘਰਸ਼ ਦਾ ਡਿਸਪਲਿਨ ਚਲਾ ਰਹੇ ਨੇ ਤੇ ਮੈਂ ਉਹਨਾਂ ਨੂੰ ਸੈਲੂਟ ਕਰਦਾ ਜੀ ਆਪਣੇ ਸਾਰਿਆਂ ਵੱਲੋਂ। ਥੈਂਕ ਯੂ। ਉਸ ਤੋਂ ਪਹਿਲਾਂ ਕਿ ਅਸੀਂ ਗਾਹਾਂ ਵਾਲੀ ਗੱਲਬਾਤ ਕਰੀਏ, ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਵੀ ਜਿਹੜੀ ਸਾਡੀ ਬੈਕਗ੍ਰਾਉਂਡ ਤੇ ਟੀਮ ਕੰਮ ਕਰ ਰਹੀ ਹੈ ਟੈਕਨੀਕਲ ਸਪੋਰਟ ਦੇ ਤੌਰ ਤੇ, ਉਹ 'ਚ ਮੈਂ ਧੰਨਵਾਦ ਕਰਨਾ ਚਾਹੂੰਗਾ ਬਲਜਿੰਦਰ ਸਿੰਘ ਉਬੀ ਜੀ ਦਾ ਤੇ ਅਮਰਜੀਤ ਸਿੰਘ ਦਾ ਕੈਲੀਫੋਰਨੀਆ ਤੋਂ। ਬਲਜਿੰਦਰ ਸਿੰਘ ਜੀ ਆਪਣੇ ਵੈਨਕੂਵਰ ਤੋਂ ਸਾਨੂੰ ਸਪੋਰਟ ਕਰ ਰਹੇ ਆ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ। ਤੇ ਨਾਲੇ ਮੈਂ ਜਿੰਨੇ ਵੀ ਸਾਨੂੰ ਸਰੋਤੇ ਸੁਣ ਰਹੇ ਆ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਜਿਹੜਾ ਤੁਸੀਂ ਸਾਡਾ ਪ੍ਰੋਗਰਾਮ ਹੈ ਫੇਸਬੁੱਕ ਤੇ, ਉਹ ਵੱਧ-ਵੱਧ ਲੋਕਾਂ ਨਾਲ ਸ਼ੇਅਰ ਕਰੋ ਤਾਂ ਕਿ ਦੂਸਰੇ ਲੋਕਾਂ ਨੂੰ ਵੀ ਇਹਦੇ ਤੱਕ ਪਹੁੰਚਾਇਆ ਜਾ ਸਕੇ। ਤੇ ਤੁਸੀਂ YouTube ਤੇ ਵੀ ਇਹ ਫੇਸਬੁੱਕ ਚਰਚਾ ਦੇ ਨਾਂ ਹੇਠ ਇਸ ਪ੍ਰੋਗਰਾਮ ਨੂੰ ਦੇਖ ਸਕਦੇ ਆ। ਤੇ ਮੈਂ ਸਾਡੀ ਟੈਕਨੀਕਲ ਟੀਮ ਨੂੰ ਕਹੂੰਗਾ ਵੀ ਉਸ ਤੋਂ ਪਹਿਲਾਂ ਕਿ ਮੈਂ ਨੈਕਸਟ ਆਪਣੇ ਪੜਾਅ ਵੱਲ ਜਾਵਾਂ ਪ੍ਰੋਗਰਾਮ ਦੇ, ਇੱਕ ਵੀਡੀਓ ਪਲੀਜ਼ ਸ਼ੇਅਰ ਕਰੋ ਆਪਣੇ ਸਾਰੇ ਸਾਡੇ ਸਰੋਤਿਆਂ ਨਾਲ ਪਲੀਜ਼। ਥੈਂਕ ਯੂ। मॉडल मंडी एक्ट लागू होने के बाद मध्य प्रदेश के कई जिलों से ऐसी शिकायतें आई जहां किसान से फसल खरीदकर कारोबारियों ने पैसे नहीं चुकाए और भाग गए। ऐसा ही एक मामला अब कृषि मंत्री के जिले हरदा और मुख्यमंत्री शिवराज सिंह चौहान के सीहोर जिले से आया है, जहां किसानों का आरोप है कि एक बड़े कारोबारी ने उन्हें करोड़ों का झांसा दे दिया। हरदा, देवास, सीहोर, होशंगाबाद जिले के लगभग 150 किसानों के साथ 5 से 7 करोड़ रुपए की ठगी हो गई। 22 किसान देवास में एसडीएम दफ्तर पहुंचे, लिखित शिकायत दी कि आरोपी ने उनसे 2581 क्विंटल चना मूंग खरीदा, चेक दिया जो बाउंस हो गया, अब उसका अता पता नहीं है।
भाव तय होने के बाद में जब हमारा सौदा हुआ तो उन्होंने हमारा माल लेके गए। जो हमारा रेट तय हुआ उसमें हमारा को लगा कि हाँ इनको दे देना चाहिए, हमने उनको हमारा माल दे दिया। माल देने के बाद में आज दिनांक तक हमारा को पैसा नहीं मिला है। ऐसे बहुत सारे किसान बंधु हैं जो मेरे साथी हैं, जो हरदा ज़िले से, होशंगाबाद ज़िले से और देवास ज़िला, नरसुला, अपना सीहोर ज़िला, जो लगभग 150 से 200 किसान हैं। और अमाउंट अगर देखा जाए एक मोटा मोटा आंकड़ा तो 5 से 6 करोड़ रुपए का जो घोटाला है, जो गबन करके व्यापारी यहाँ से फरार हो गया। मेरा डालर, चना और मूंग की फसल लगभग 18 लाख 19 लाख के बीच की लेके गए थे और चेक दे के गए मुझे, लेकिन चेक लगाने पर पर्याप्त नहीं थी। चेक बाउंस हो चुका है मेरा। अब हमें एसडीएम साहब से उम्मीद है कि हमारा न्याय करवा जाए। इन सभी किसानों की राशि आज तक वो लेकर फरार है, आज तक किसी को भी एक भी रुपया नहीं दिया। मैं मुख्यमंत्री और प्रदेश के कृषि मंत्री से अनुरोध करता हूं कि जल्द उस व्यापारी के ऊपर एफआईआर दर्ज हो और उसकी प्रॉपर्टी कुर्क करके किसानों की फसल का पैसा दिलाया जाए। मध्य प्रदेश में 1 मई से ही मॉडल मंडी एक्ट लागू हो गया था। हमने बताया था कि कैसे इसके बाद 47 मंडियों में ना के बराबर खरीद हुई, कई मंडियां बंद हो गईं। किसानों का कहना था पहले ये कंपनियां और व्यापारी भी मंडी में दर्ज होकर ही उत्पाद खरीदने आते थे। एक किस्म की गारंटी थी जितना माल खरीदेंगे उतने का चेक मंडी बोर्ड में रहेगा, वो भाग जाएं तो उन्हें नुकसान ना हो। लेकिन मॉडल मंडी एक्ट में इस जिम्मेदारी से वो मुक्त हो गए। एक्ट लागू होने के बाद से कई ऐसे मामले आए जहां कारोबारियों ने किसानों को ठगा है। सिवनी मालवा में 61 किसानों से व्यापारी ने धान और मक्का खरीदा, लाखों का बकाया लेकर भाग गया। बमौरी में 18 किसानों से कारोबारी ने 20 लाख का धनिया खरीदा, जो चेक दिए सब बाउंस हो गए। ग्वालियर में 24 किसानों ने शिकायत दी कि एक कारोबारी ने 10 लाख की उपज खरीदी लेकिन अब लापता है। बालाघाट में राइस मिलर ने कई किसानों को धान का भुगतान नहीं किया, अब फरार है। कृषि मंत्री कह रहे हैं सब पर कार्रवाई होगी, किसी को बख्शा नहीं जाएगा। किसान उधार में माल न बेचें, लालच न करें। मंडी की बजाय मंडी के बाहर बेचे थे और वो भाग। ਹਾਂਜੀ, ਥੈਂਕ ਯੂ। ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਕਿਵੇਂ ਆਪਣੇ ਠੱਗੀਆਂ ਤਾਂ ਖੈਰ ਰੋਜ਼ ਆਪਾਂ ਸੁਣਨ ਨੂੰ ਮਿਲਦੀਆਂ ਨੇ ਆਪਣੇ ਇੰਡੀਆ ਦੇ ਵਿੱਚ, ਅੱਡ-ਅੱਡ ਸਟੇਟਸ ਦੇ ਵਿੱਚ। ਕਿਸਾਨਾਂ ਨਾਲ ਠੱਗੀ ਹੋ ਗਈ, ਮਜ਼ਦੂਰਾਂ ਨਾਲ ਹੋ ਗਈ, ਕਿਸੇ EMPLOYE ਨਾਲ ਹੋ ਗਈ। ਠੱਗੀਆਂ ਦਾ ਤਾਂ ਸਿਲਸਿਲਾ ਜਿਹੜਾ ਹਰ ਰੋਜ਼ ਜਾਰੀ ਰਹਿੰਦਾ ਹੈ, ਉਹ ਆਪਾਂ ਸਾਰਿਆਂ ਨੂੰ ਪਤਾ ਹੈ। ਤੇ ਇਸ ਠੱਗੀ ਤੇ ਆਉਣ ਤੋਂ ਪਹਿਲਾਂ, ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਤੁਹਾਨੂੰ ਜਾਣਕਾਰੀ ਦਿੰਦਾ ਵੀ ਪਿੱਛੇ ਜੇ ਥੋੜੇ ਦਿਨਾਂ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਸੀਗੀ ਬਈ ਮੋਦੀ ਨੂੰ ਨਹੀਂ, ਉਹ ਅਡਾਨੀ ਹੁਣਾਂ ਨੂੰ ਘਾਟਾ ਪੈ ਗਿਆ ਜਾਂ ਅੰਬਾਨੀ ਨੂੰ ਘਾਟਾ ਪੈ ਗਿਆ, ਉਹ ਸਰਟਨ ਨੰਬਰ ਤੋਂ 10 ਦੀ ਪਹਿਲੀ ਲਿਸਟ ਤੋਂ ਥੱਲੇ ਆ ਗਏ। ਉਹਦੇ ਸੰਦਰਭ ਦੇ ਵਿੱਚ ਆਪਣੇ ਇੱਕ ਸਨੀ ਸੰਧੂ ਸਾਹਿਬ, ਜਿਹੜੇ ਕਿ ਮੇਰੇ ਨਾਲ ਪੈਨਲਿਸਟ ਵੀ ਨੇ, ਉਹਨਾਂ ਨੇ ਇੱਕ ਬੜਾ ਕਮਾਲ ਦਾ ਡਾਟਾ ਕੱਢਿਆ। ਉਹਨਾਂ ਨੇ ਉਹ ਸ਼ੇਅਰ ਕੀਤਾ, ਉਹਨਾਂ ਨੇ ਵੀਡੀਓ ਸ਼ੇਅਰ ਕੀਤੀ, ਉਹ ਮੇਰੇ ਕੋਲ ਵੀ ਵੀਡੀਓ ਆਈ, ਫਿਰ ਮੈਂ ਵੀ ਸ਼ੇਅਰ ਕੀਤੀ ਆਪਣੇ ਫਰੈਂਡਸ ਦੇ ਨਾਲ, ਆਪਣੇ ਗਰੁੱਪਸ ਦੇ ਵਿੱਚ। ਉਹ ਬੜੀ ਕਮਾਲ ਦੀ ਗੱਲ ਉਹਨਾਂ ਨੇ ਕਰੀ ਵੀ ਉਹਨਾਂ ਨੂੰ ਇਕੱਲਾ ਉਹ ਥੱਲੇ ਨਹੀਂ ਗਏ ਹੈਗੇ ਵੀ ਜੇ ਤੁਸੀਂ ਸਾਰੇ ਆਪਣੇ ਆਮ ਬੰਦੇ ਦਾ ਦੇਖੋ, ਕਿਸਾਨਾਂ ਦਾ ਦੇਖੋ, ਜਾਂ ਪੰਜਾਬੀ ਦਾ ਦੇਖੋ, ਜਾਂ ਪੰਜਾਬੀ ਕਿਸਾਨ ਦਾ ਦੇਖੋ, ਜਾਂ ਕਿਤੇ ਹੋਰ ਇੰਡੀਅਨ ਫਾਰਮਰਸ ਦਾ ਦੇਖੋ, ਉਹ ਸਾਰਿਆਂ ਨੂੰ ਹੀ ਸੱਟ ਵੱਜਦੀ ਹੁੰਦੀ ਹੈ। ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਹੁਣ ਜੇ ਤੁਸੀਂ ਪੰਜਾਬ ਦੇ ਵਿੱਚ ਜਾਂਦੇ ਹੋ, ਕਿਸੇ ਸਮੇਂ ਦੇ ਵਿੱਚ ਉੱਥੇ ਜਿਹੜੀ ਜ਼ਮੀਨ ਦੀ ਕੀਮਤ ਸੀਗੀ ਉਹ ਅਸਮਾਨ ਨੂੰ ਛੂਹਣ ਲੱਗ ਗਈ ਸੀਗੀ, ਕਰੋੜਾਂ ਚੱਕ ਗੱਲ ਹੋ ਰਹੀ ਸੀਗੀ ਵੱਡੇ ਵੱਡੇ ਸ਼ਹਿਰਾਂ 'ਚ। ਤੇ ਅੱਜ ਉਹੀ ਜ਼ਮੀਨ ਕੋਈ ਜਾਂ ਪਲਾਟ ਉੱਥੇ ਲੈਣ ਨੂੰ ਤਿਆਰ ਨਹੀਂ, ਕੋਈ ਜ਼ਮੀਨ ਠੇਕੇ ਤੇ ਲੈਣ ਨੂੰ ਤਿਆਰ ਨਹੀਂ। ਉਹਦੇ ਸੰਦਰਭ ਦੇ ਵਿੱਚ ਮੈਂ ਮਿਸਟਰ ਸੰਧੂ ਨੂੰ ਕਹੂੰਗਾ ਵੀ ਤੁਸੀਂ ਉਹ ਜਿਹੜੀ ਵੀਡੀਓ ਬਣਾਈ ਸੀਗੀ ਉਹਦੇ ਤਾਲੁਕ ਸਾਨੂੰ ਸਰੋਤਿਆਂ ਨਾਲ ਸ਼ੇਅਰ ਕਰੋ ਥੋੜੇ ਜਿਹੇ ਅੰਸ਼ ਉਹਦੇ, ਪਲੀਜ਼। ਹਾਂਜੀ, ਥੈਂਕ ਯੂ ਵੈਰੀ ਮਚ। ਫਿਰ ਤੁਸੀਂ ਕਮਾਲ ਦੇ ਸਵਾਲ ਪੁੱਛਦੇ ਹੋ। ਮੈਂ ਵੀ ਉਹ ਵੀਡੀਓ ਦੇਖੇ ਜਿਹਦੇ ਚੋਂ ਕਿਹਾ ਗਿਆ ਕਿ ਅੰਬਾਨੀ ਜਿਹੜਾ ਹੈ ਰਿਲਾਇੰਸ ਇੰਡਸਟਰੀਜ਼ $6.8 ਬਿਲੀਅਨ ਲੂਜ਼ ਕਰ ਗਏ। ਮੇਰਾ ਸ਼ੁਰੂ ਤੋਂ ਇੱਕ ਨਜ਼ਰੀਆ ਰਿਹਾ ਜੀ ਵੀ ਹਰ ਇੱਕ ਚੀਜ਼ ਨੂੰ ਪਲਟਾ ਕੇ ਜ਼ਰੂਰ ਦੇਖਿਆ ਜਾਵੇ। ਆਪਾਂ ਇੱਕ ਬੰਦੇ ਦੀ ਗੱਲ ਕਰਦੇ ਹਾਂ ਕਿ ਉਹਨੇ $6.8 ਬਿਲੀਅਨ ਲੂਜ਼ ਕਰ ਲਿਆ, ਉਹ 90 ਨੰਬਰ ਤੋਂ 90 ਨੰਬਰ ਤੇ ਆ ਗਿਆ। ਪਰ ਮੈਂ ਇਹ ਦੇਖਦਾ ਵੀ ਹੋਰ ਕਿਸੇ ਨੇ ਕੀ ਲੂਜ਼ ਕੀਤਾ, ਕੀ ਅਸੀਂ ਕੁਝ ਲੂਜ਼ ਕੀਤਾ, ਸਾਨੂੰ ਕੋਈ ਫਰਕ ਪਿਆ। ਤੇ ਉਹ ਕੈਲਕੂਲੇਸ਼ਨ ਮੈਨੂੰ ਯਾਦ ਸੀ ਕਿ ਵੀ ਕਿਸੇ ਜ਼ਮਾਨੇ 'ਚ ਮੋਦੀ ਦੇ ਇਕਤਦਾਰ 'ਚ ਆਉਣ ਤੋਂ ਪਹਿਲਾਂ, ਮੋਦੀ ਦੇ ਪਾਵਰ 'ਚ ਆਉਣ ਤੋਂ ਪਹਿਲਾਂ ਸਾਡੀਆਂ ਪੰਜਾਬ ਦੀ ਐਵਰੇਜ ਜ਼ਮੀਨ ਸੰਗਰੂਰ ਜ਼ਿਲ੍ਹੇ ਦੇ ਵਿੱਚ 40 ਲੱਖ ਰੁਪਏ ਤੇ ਪਹੁੰਚ ਚੁੱਕੀ ਸੀ।
ਤੇ 40 ਲੱਖ ਰੁਪਈਆ ਬਹੁਤ ਵਧੀਆ ਕੀਮਤ ਸੀ। ਜੇ ਕੋਈ ਵੇਚਣਾ ਚਾਹੁੰਦਾ ਸੀ ਉਹ ਵੇਚਦਾ ਵੀ ਨਹੀਂ ਸੀ, ਕਿਉਂਕਿ ਉਹਨੂੰ ਉਮੀਦ ਸੀ ਕਿ ਇਹ ਕੀਮਤਾਂ ਹੋਰ ਚੜ੍ਹਨਗੀਆਂ, ਜਿਹੜੀਆਂ ਕਿ ਅੱਜ ਘਟ ਕੇ 8, 9 ਤੇ 10 ਲੱਖ ਦੇ ਨੇੜੇ ਤੇੜੇ, ਕਿਤੇ ਕੋਈ ਲੱਕੀ ਹੈ ਜਿਹੜਾ ਬੰਦਾ 12 ਲੱਖ ਦੀ ਵੇਚ ਸਕਦਾ ਹੈ। ਸੋ ਮੇਰੇ ਦਿਮਾਗ 'ਚ ਆਇਆ ਵੀ ਕਿਉਂ ਨਾ ਮੈਂ ਕੈਲਕੂਲੇਸ਼ਨ ਕਰਾਂ ਕਿ ਬਈ ਅਸੀਂ ਕੀ ਲੂਜ਼ ਕੀਤਾ, ਅਸੀਂ ਆਪਦੀ ਵੈਲਿਊ ਕਿੰਨੀ ਲੂਜ਼ ਕਰ ਗਏ ਆ, ਪੰਜਾਬ ਦੀ ਐਗਰੀਕਲਚਰ ਲੈਂਡ ਦੀ ਵੈਲਿਊ ਕਿੰਨੀ ਲੂਜ਼ ਹੋਈ ਹੈ। ਤਾਂ ਮੈਂ ਗੂਗਲ ਕੀਤਾ, ਬੈਠਾ ਸੀ, 6.8 ਬਿਲੀਅਨ ਡਾਲਰ ਦੀ ਮੈਨੂੰ ਜਿਹੜੀ ਫਿਗਰ ਸੀ ਕਾਫੀ ਵੱਡੀ ਲੱਗ ਰਹੀ ਸੀ, ਪਰ ਮੈਨੂੰ ਐਡੀ ਵੱਡੀ ਵੀ ਨਹੀਂ ਸੀ ਲੱਗ ਰਹੀ। ਮੈਂ ਦੇਖਿਆ ਕਿ ਪੰਜਾਬ ਦੇ ਵਿੱਚ 4.2 ਮਿਲੀਅਨ ਹੈਕਟੇਅਰਸ ਲੈਂਡ ਹੈ ਐਗਰੀਕਲਚਰ ਵਾਹੀ ਵਾਲੀ, ਜਿਹੜੀ ਆਪਣੀ ਅਰਬਨ ਲੈਂਡ ਹੈ ਜਾਂ ਅਰਬਨ ਪ੍ਰਾਪਰਟੀਆਂ ਨੇ ਉਹ ਵੱਖਰੀਆਂ, ਉਹਨਾਂ ਦੀ ਕੀਮਤ ਮੈਨੂੰ ਨਹੀਂ ਪਤਾ ਕਿੰਨੀ ਹੋਊਗੀ, ਪਰ ਮੈਨੂੰ ਇੰਨਾ ਪਤਾ ਹੈ ਕਿ 4.2 ਮਿਲੀਅਨ ਹੈਕਟੇਅਰਸ ਐਗਰੀਕਲਚਰ ਲੈਂਡ ਹੈ ਜਿਹੜੀ, ਜੇ ਅਸੀਂ ਉਹਨੂੰ ਏਕੜਸ ਦੇ ਵਿੱਚ ਕਨਵਰਟ ਕਰਦੇ ਹਾਂ, that becomes 10.374 ਮਿਲੀਅਨ ਏਕੜਸ, ਸੋ ਰਫਲੀ 10 ਮਿਲੀਅਨ, more than 10 ਮਿਲੀਅਨ ਏਕੜਸ। ਤੇ ਫਿਰ ਮੈਂ ਦੇਖਿਆ ਵੀ ਪ੍ਰੀ ਮੋਦੀ ਪ੍ਰਾਈਸਿਸ ਜਿਹੜੀਆਂ ਨੇ ਉਹ 40 ਲੱਖ ਰੁਪਈਆ ਸੀ, ਜੇ ਮੈਂ ਆਪਣੇ ਜ਼ਿਲ੍ਹੇ ਦੇ ਮੁਤਾਬਕ ਦੇਖਾਂ ਜਿਹੜਾ ਕਿ ਡਿਸਟ੍ਰਿਕਟ ਸੰਗਰੂਰ, ਤੇ ਅੱਜ ਸਾਡੀ ਉੱਥੇ ਲੈਂਡ ਦੀ ਵੈਲਿਊ 12 ਲੱਖ ਰੁਪਈਸ ਹੈ। ਤੇ ਮੈਂ ਦੇਖਿਆ ਕਿ 12 ਲੱਖ ਰੁਪਈਆ ਤਾਂ ਹੁਣ ਮੈਨੂੰ ਕਈਆਂ ਨੇ ਫੋਨ ਕਰਕੇ ਕਿਹਾ ਵੀ 12 ਲੱਖ ਨਹੀਂ ਬਾਈ ਜੀ, ਹੁਣ ਤਾਂ ਘਟ ਕੇ 9 ਲੱਖ ਤੇ ਆ ਗਈ, 9 ਲੱਖ ਤੇ ਵੀ ਕੋਈ ਖਰੀਦਦਾ ਨਹੀਂ। ਖੈਰ ਆਪਾਂ ਜੇ ਉਹਨੂੰ 12 ਲੱਖ ਵੀ ਲਾਈਏ ਤਾਂ 28 ਲੱਖ ਰੁਪਈਆ ਪਰ ਏਕੜ ਅਸੀਂ ਲੂਜ਼ ਕੀਤਾ ਲੈਂਡ ਦੀ ਵੈਲਿਊ ਦੇ ਵਿੱਚ। ਤੇ ਜਦੋਂ ਮੈਂ 28,000 ਦੀ ਫਿਗਰ ਦੇਖੀ ਤਾਂ ਮੈਂ ਦੇਖਿਆ ਵੀ ਯੂਐਸ ਡਾਲਰ ਕਿੰਨੇ ਬਣਦੇ ਨੇ ਇਹਦੇ, ਤਾਂ ਯੂਐਸ ਡਾਲਰ ਦੇ ਵਿੱਚ ਕਨਵਰਟ ਕੀਤਾ ਤਾਂ ਯੂਐਸ 38,000 ਡਾਲਰ ਬਣਦਾ। ਜੇ ਤੁਸੀਂ ਇਹਨੂੰ ਗੂਗਲ ਕਰਨਾ ਚਾਹੋ ਤਾਂ ਜਿਹੜੀ ਕਨਵਰਜਨ ਰੇਟ ਆ ਇਸ ਟਾਈਮ 74 ਡਾਲਰ ਆਪਣੇ ਜਿਹੜਾ 74 ਰੁਪੀਸ ਮਿਲਦੇ ਨੇ $1 ਤੇ। ਯਾਰ ਮੈਂ ਗੂਗਲ ਤੇ ਕਨਵਰਜਨ ਕੀਤੀ, 28 ਲੱਖ ਰੁਪਈਆ ਜਿਹੜਾ ਸਾਨੂੰ ਘਾਟਾ ਪੈਂਦਾ ਹੈ 1 ਏਕੜ ਮੁਤਾਬਕ ਦੇ ਪਿੱਛੇ, ਉਹ 38,000 ਯੂਐਸ ਡਾਲਰ ਦਾ ਬਣਦਾ। ਮੈਂ 38,000 ਨੂੰ 10.374 ਨਾਲ ਮਲਟੀਪਲਾਈ ਕੀਤਾ, ਉਹ ਫਿਗਰ ਬਣੀ 394.06 ਬਿਲੀਅਨ ਡਾਲਰਸ। ਜਦੋਂ ਮੈਂ 394.06 ਬਿਲੀਅਨ ਡਾਲਰਸ ਪੜ੍ਹੇ ਸਕਰੀਨ ਤੇ, ਯਕੀਨ ਕਰੋ ਉਪਲ ਸਾਹਿਬ ਮੈਨੂੰ ਅੱਗ ਲੱਗ ਗਈ। ਮੈਂ ਸੋਚ ਰਿਹਾ ਸੀ ਕਿ ਅਸੀਂ ਉਹਦੇ 6.8 ਬਿਲੀਅਨ ਡਾਲਰ ਉਹਨੇ ਲੂਜ਼ ਕੀਤਾ ਤੇ ਅਸੀਂ ਖੁਸ਼ੀ ਮਨਾ ਰਹੇ ਹਾਂ ਵੀ ਉਹ ਦੇਖੋ ਕਿੰਨਾ ਲੂਜ਼ ਕਰ ਗਿਆ, ਕਿੰਨਾ ਲੂਜ਼ ਕਰ ਗਿਆ। ਯਾਰ ਆਪਾਂ ਆਪ ਵੀ ਸੋਚੋ ਅਸੀਂ ਕੀ ਲੂਜ਼ ਕੀਤਾ। ਅਸੀਂ ਆਪਣੀ ਲੈਂਡ ਵੈਲਿਊ ਦੇ ਵਿੱਚ 395 ਬਿਲੀਅਨ ਡਾਲਰ ਲੂਜ਼ ਕਰੀ ਬੈਠੇ ਹਾਂ, ਆਲਮੋਸਟ 400 ਬਿਲੀਅਨ। ਜੇ ਅਸੀਂ ਇਹਨੂੰ 4 ਨਾਲ ਮਲਟੀਪਲਾਈ ਕਰੀਏ 1600 ਬਿਲੀਅਨ ਡਾਲਰ, ਜੇ ਸਾਡੇ ਪੰਜਾਬ ਦੀ ਐਗਰੀਕਲਚਰ ਲੈਂਡ ਦੀ ਐਵਰੇਜ ਲਾ ਕੇ ਅਸੀਂ ਵੈਲਿਊ ਦੇਖੀਏ 1600 ਬਿਲੀਅਨ ਡਾਲਰ ਤੋਂ ਲੂਜ਼ ਕਰਕੇ ਆਪਣੀ ਲੈਂਡ ਵੈਲਿਊ ਦੇ ਵਿੱਚ ਅਸੀਂ 400 ਬਿਲੀਅਨ ਤੇ ਆ ਗਏ। ਯਾਰ ਤੁਸੀਂ 1600 ਬਿਲੀਅਨ ਦੇ ਮਾਲਕ ਸੀ, ਹੁਣ ਤੁਸੀਂ 400 ਬਿਲੀਅਨ ਦੇ ਮਾਲਕ ਰਹਿ ਗਏ ਕਲੈਕਟਿਵਲੀ। ਆਪਾਂ ਬਹੁਤ ਵੱਡੇ ਲੂਜ਼ਰ ਆ, ਪਰ ਕਿਹਦੇ ਕਰਕੇ, ਕਿਸ ਨੇ ਲੂਜ਼ ਕਰਵਾਇਆ ਸਾਨੂੰ? ਇਹ ਸਾਡੇ ਹੱਕ, ਸਾਡੇ ਹਕੂਕ ਥੋੜੇ ਥੋੜੇ ਕਰਕੇ ਖੋਹੇ ਜਾਂਦੇ ਨੇ ਤੇ ਸਾਨੂੰ ਪਤਾ ਵੀ ਨਹੀਂ ਲੱਗਦਾ। ਮੈਂ ਇਹਦੇ ਬਾਬਤ ਇੱਕ ਹੋਰ ਵੀਡੀਓ ਵੀ ਬਣਾਈ ਸੀ ਕਿ ਜਿਹਦੇ 'ਚ ਮੈਂ ਇੱਕ ਐਗਜ਼ਾਮਪਲ ਦਿੱਤੀ ਸੀ ਕਿ ਸਾਇੰਟਿਸਟ ਨੇ ਇੱਕ ਡੱਡੂ ਨੂੰ ਉਬਲਦੇ ਪਾਣੀ 'ਚ ਸੁੱਟਿਆ, ਟੈਂਪਰੇਚਰ ਦਾ ਡਿਫਰੈਂਸ ਇੰਨਾ ਜ਼ਿਆਦਾ ਸੀ ਕਿ ਇੱਕਦਮ ਸਡਨਲੀ ਉਹਨੂੰ ਇੰਨਾ ਜ਼ਿਆਦਾ ਟੈਂਪਰੇਚਰ ਲੱਗਿਆ ਕਿ ਛਾਲ ਮਾਰ ਕੇ ਬਾਹਰ ਨਿਕਲ ਗਿਆ, ਕਿਉਂਕਿ ਉਹਦੇ 'ਚ ਹਲੇ એનર્ਜੀ ਬਾਕੀ ਸੀ ਤੇ ਚੇਂਜ ਬਹੁਤ ਸਡਨ ਸੀ। ਤੇ ਦੂਸਰਾ, ਉਹਨੇ ਡੱਡੂ ਠੰਡੇ ਪਾਣੀ 'ਚ ਰੱਖਿਆ, ਉਹਨੂੰ ਚੁੱਲ੍ਹੇ ਤੇ ਰੱਖਤਾ, ਹੌਲੀ ਹੌਲੀ ਅੱਗ ਵਧਾਈ, ਸੇਕ ਵਧਾਇਆ ਤੇ ਡੱਡੂ ਉਬਲ ਕੇ ਮਰ ਗਿਆ, ਕਿਉਂਕਿ ਉਹ ਉਬਲਣ ਵੇਲੇ ਤੱਕ ਆਪਦੇ ਬਾਡੀ ਦਾ ਟੈਂਪਰੇਚਰ ਚੇਂਜ ਕਰਕੇ ਆਪਦੀ એનર્ਜੀ ਲੂਜ਼ ਕਰ ਚੁੱਕਿਆ ਸੀ। ਤੇ ਜਦੋਂ ਤੱਕ ਉਹ ਪਾਣੀ ਉਬਲਣ ਲੱਗਿਆ ਉਹਦੇ 'ਚ એનર્ਜੀ ਬਾਕੀ ਨਹੀਂ ਸੀ ਬਚੀ ਤੇ ਉਹ ਬਾਹਰ ਛਾਲ ਮਾਰ ਕੇ ਬਾਹਰ ਨਹੀਂ ਸੀ ਨਿਕਲ ਸਕਦਾ ਤੇ ਉਬਲ ਕੇ ਮਰ ਗਿਆ। ਸਾਡੀ ਹਾਲਤ ਤਕਰੀਬਨ ਉਦਾਂ ਦੀ ਬਣਦੀ ਜਾ ਰਹੀ ਹੈ। ਸਾਡੇ ਤੋਂ ਸਾਡੇ ਹੱਕ ਹੌਲੀ ਹੌਲੀ ਖੋਹੇ ਜਾ ਰਹੇ ਨੇ ਤੇ ਸਾਨੂੰ ਪਤਾ ਨਹੀਂ ਲੱਗ ਰਿਹਾ। ਪਰ ਮੋਦੀ ਦੀ ਸਿਆਣਪ ਸੀ, ਸਾਡੇ ਵਾਸਤੇ ਤਾਂ ਫਾਇਦਾ ਹੀ ਹੋ ਗਿਆ ਕਿ ਆਹ ਜਿਹੜੀ ਚੇਂਜ ਸੀ, ਆ 3 ਜਿਹੜੇ ਲਾਜ਼ ਉਹਨੇ ਬਣਾਏ ਉਹ ਇੰਨੇ ਸਡਨ ਸੀ ਤੇ ਇੰਨੇ ਡੈਵਸਟੇਟਿੰਗ ਲਾਜ਼ ਸੀਗੇ ਉਹ ਕਿ ਸਾਨੂੰ ਇੱਕਦਮ ਜਾਗ ਆ ਗਈ। ਅਸੀਂ ਸੁੱਤੇ ਪਏ ਸੀ, ਉਹਨੇ ਹਲੂਣਾ ਦੇ ਕੇ ਜਿਵੇਂ ਸਾਨੂੰ ਜਗਾਇਆ ਹੋਵੇ। ਪਰ ਇਹ ਜਗਾਉਣਾ ਮੋਦੀ ਲਈ, ਮੋਦੀ ਸਰਕਾਰ ਲਈ ਤੇ ਮੋਦੀ ਦੇ ਜਿਹੜੇ ਚਹੇਤੇ ਬਿਜ਼ਨਸਮੈਨ ਨੇ ਉਹਨਾਂ ਲਈ ਇੱਕ ਝਟਕਾ ਹੈ। ਉਹਨਾਂ ਲਈ ਇੱਕ, ਉਹਨਾਂ ਨੂੰ ਖਬਰ ਕਰ ਦਿੱਤੀ ਹੈ ਕਿ ਸ਼ੇਰ ਸਿਰਫ ਸੁੱਤਾ ਹੈ, ਜ਼ਖਮੀ ਹੋ ਸਕਦਾ ਹੈ ਪਰ ਇਹ ਮਰਿਆ ਨਹੀਂ ਹੈ।
ਇਹ ਹਲੇ ਜਿਉਂਦਾ ਹੈ, ਹਲੇ ਸਾਡੀ ਸਿਰਫ ਉਹ ਬੜਕਾ ਸੁਣ ਰਿਹਾ ਹੈ, ਹਲੇ ਸਾਡੀ ਤਾਕਤ ਨਹੀਂ ਦੇਖੀ ਉਹਨੇ। Anyways, that's how I looked at it. That's why I took out the figures, ਕਿਉਂਕਿ ਮੈਨੂੰ ਸ਼ੌਕ ਲੱਗਿਆ ਜਦੋਂ ਮੈਂ $395 ਬਿਲੀਅਨ ਦੇਖੇ, $400 ਬਿਲੀਅਨ ਦੇਖਿਆ। It was a shocker for me. Anyways, thank you for letting me answer the question. No, very good, ਤੁਸੀਂ ਕਮਾਲ ਦਾ ਡਾਟਾ ਜਿਹੜਾ ਕਿ ਅਨਐਕਸਪੈਕਟਡ ਹੈ। ਕੋਈ ਬੰਦਾ ਉੱਥੇ ਜਿਹੜੇ ਬੈਠੇ ਨੇ ਗਵਰਨਮੈਂਟ ਦੇ ਵਿੱਚ ਉਹ ਸੋਚ ਨਹੀਂ ਸਕਦੇ ਵੀ ਜਿਹੜੇ ਜੱਟ ਲੋਕ ਨੇ, ਕਿਸਾਨ ਲੋਕ ਨੇ, ਉਹ ਤਾਂ ਅਨਪੜ੍ਹ ਹੀ ਦੱਸਦੇ ਸੀਗੇ, ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਡਾਟਾ ਵੀ ਇਕੱਠਾ ਕਰ ਸਕਦੇ ਆ, ਵੀ ਜਿੰਨਾ ਚਿਰ ਤੁਹਾਡੇ ਵਰਗੇ ਲੋਕ ਬੈਠੇ ਨੇ ਤੇ ਤੁਹਾਨੂੰ ਕਿਸਾਨਾਂ ਨੂੰ ਮੇਰਾ ਨਹੀਂ ਖਿਆਲ ਕੋਈ ਹਰਾ ਸਕਦਾ। ਉਹ ਜਿੱਤ ਕੇ ਹੀ ਵਾਪਸ ਆਉਣਗੇ, ਸਾਡੀ ਇਹੀ ਉਮੀਦ ਹੈ। ਤੇ ਇਹ ਤੁਹਾਡੇ ਅੱਗ ਨਹੀਂ ਲੱਗੀ ਸੁਣ ਕੇ, ਇਹ ਉਹਨਾਂ ਦੀ ਅੱਗ ਲੱਗ ਗਈ ਵੀ ਬੰਦੇ ਤਾਂ ਡਾਟਾ ਕੱਢੀ ਬੈਠੇ ਨੇ। ਸੋ ਮੈਂ ਤਾਂ ਇਹ ਕਹੂੰਗਾ, ਤੇ ਬਹੁਤ ਤੁਸੀਂ ਇਸ ਤਰ੍ਹਾਂ ਹੀ, ਮੈਂ ਤਾਂ ਕਹੂੰ ਕੀਪ ਇਟ ਅਪ। ਤੇ ਜਿਹੜਾ ਨੈਕਸਟ ਆ ਨਾ, ਹੁਣ ਆਪਾਂ ਉਹਦੇ ਵੱਲ ਵਧੀਏ ਵੀ ਜਿਹੜੀ ਇੱਕ ਮੀਟਿੰਗ ਹੋਈ ਹੈ ਹੁਣ ਇਹਨਾਂ ਦੀ ਰੀਸੈਂਟਲੀ ਕਿਸਾਨ ਜਥੇਬੰਦੀਆਂ ਦੀ, ਉਹ ਹੁਣ ਜਿਹੜੀ ਨੈਕਸਟ ਮੀਟਿੰਗ ਹੈ ਉਹ ਸਕੈਜੂਲ ਹੈ ਆਪਣੀ 4 ਜਨਵਰੀ ਦੀ। ਉਹਦੇ ਵਿੱਚ ਇਹਨਾਂ ਨੇ 4 ਮੇਜਰ ਇਸ਼ੂਜ਼ ਸੀਗੇ ਉਹਨਾਂ ਦੇ, ਜਿਹਦੇ ਵਿੱਚੋਂ ਉਹਨਾਂ ਨੇ 2 ਤੇ ਥੋੜੀ ਜਿਹੀ ਗੱਲ ਕੀਤੀ ਆ, ਉਹਨੂੰ ਹਾਂ ਪੱਖੀ ਹੁੰਗਾਰਾ ਭਰਿਆ। ਕਈ ਤਾਂ ਉਹਨੂੰ ਮੀਡੀਆ ਦੇ ਵਿੱਚ ਇਹ ਪ੍ਰਚਾਰ ਰਹੇ ਨੇ ਵੀ ਜੀ 50% ਜਿੱਤ ਪ੍ਰਾਪਤ ਹੋ ਗਈ, ਕੋਈ ਕੁਛ ਕਹਿ ਰਿਹਾ ਵੀ ਪਰਸਨਲੀ ਜੇ ਤੁਸੀਂ ਮੈਨੂੰ ਪੁੱਛੋ ਤਾਂ ਉਹ ਕੋਈ ਹਜੇ ਜਿੱਤ ਨਹੀਂ ਹੈਗੀ। ਜਿਹੜੇ ਜਿੱਤ ਤਾਂ ਉੱਥੇ ਹੀ ਹਜੇ ਖੜੀ ਆ, ਜਿਹੜੇ ਇਸ਼ੂ ਆ ਉਹ ਤਾਂ ਉੱਥੇ ਤੇ ਉੱਥੇ ਹੀ ਖੜਾ ਹੈ, ਜਿਹੜੇ ਆਪਣੇ ਬਿੱਲ ਵਾਪਸ ਕਰਾਉਣ ਵਾਲਾ। ਇਹ ਤਾਂ ਆਪਾਂ ਇਹ ਕਹਾਂਗੇ, ਮੈਂ ਪਹਿਲਾਂ ਫੇਸਬੁੱਕ ਤੇ ਵੀ ਆਪਣਾ ਸ਼ੇਅਰ ਕੀਤਾ ਸੀ ਵੀ ਇਹ ਇੱਕ ਚੰਗੇ ਪਾਸੇ ਨੂੰ ਇੱਕ ਚੰਗੀ ਸ਼ੁਰੂਆਤ ਹੈ, ਵੀ ਉਸ ਪਾਸੇ ਇੱਕ ਠੰਡੀ ਹਵਾ ਦਾ ਤੁਸੀਂ ਕਹਿੰਦੇ ਹੋ ਵੀ ਬੁੱਲਾ ਆਇਆ, ਵੀ ਉਹਦੇ ਵਿੱਚੋਂ ਥੋੜਾ ਜਿਹਾ ਉਹਨਾਂ ਨੇ ਉਹ ਰੁਖ ਅਖਤਿਆਰ ਕੀਤਾ ਵੀ ਹਾਂ ਵੀ ਆ ਜਿਹੜੀਆਂ ਉਹ ਵੈਸੇ ਬਿੱਲ ਬਣੇ ਨਹੀਂ ਸੀਗੇ, ਉਹ ਤਾਂ ਆਰਡੀਨੈਂਸ ਸੀ, ਉਹਨਾਂ ਨੇ ਚਲੋ ਵਾਪਸ ਲੈਣ ਦੀ ਗੱਲ ਕਹੀ ਹੈ, ਹਜੇ ਕੋਈ ਰਿਟਨ ਨਹੀਂ ਆਈ। ਹੁਣ ਜਿਹੜੇ 2 ਜਿੱਥੇ ਮੇਜਰ ਗੱਲ ਅਟਕੀ ਹੋਈ ਆ ਜਾਂ ਉਦੋਂ ਗੱਲਬਾਤ ਫੇਲ ਹੋ ਗਈ, ਜਿਹੜੀ ਕਿ 4 ਤਰੀਕ ਨੂੰ ਹੋਪਫੁਲੀ ਆਪਾਂ ਤੁਹਾਡੇ ਵਿਚਾਰ ਵੀ ਲਵਾਂਗੇ ਵੀ ਕੀ ਹੋਣ ਦੀ ਸੰਭਾਵਨਾ, ਵੀ 3 ਉਹ ਜਿਹੜੇ ਕਾਨੂੰਨ ਨੇ, ਤੇ ਦੂਸਰਾ ਜਿਹੜਾ ਮੇਜਰ ਹੈ ਉਹ MSP ਦਾ। ਫਾਈਨਲ ਗੱਲ ਕਰਨ ਤੋਂ ਪਹਿਲਾਂ ਮੈਂ ਥੋੜੀ ਬਸ ਕੁਇਕਲੀ ਤੁਹਾਡਾ ਬਰੀਫ MSP ਤੇ ਤੁਸੀਂ ਆਪਣੇ ਉਹ ਵਿਚਾਰ ਦਿਓ। ਜਿਹੜੀ MSP ਆ, ਵੀ ਕਈ ਲੋਕ ਆਪਾਂ ਨੂੰ ਹੋਰ ਕਹਿ ਦਿੰਦੇ ਆ ਜਿਹੜੇ ਨਾਨ ਫਾਰਮਿੰਗ ਵਾਲੇ ਆ, ਵੀ ਤੁਸੀਂ MSP ਕਿਵੇਂ ਨਿਰਧਾਰਿਤ ਕਰਨਾ ਚਾਹੁੰਦੇ ਹੋ, ਵੀ ਤੁਸੀਂ ਕੀ ਚਾਹੁੰਦੇ ਹੋ ਵੀ ਉਹ MSP ਕਿਵੇਂ ਨਿਰਧਾਰਿਤ ਕੀਤੀ ਜਾਵੇ। ਤੇ ਹਾਲਾਂਕਿ ਸਵਾਮੀਨਾਥਨ ਰਿਪੋਰਟ ਦੇ ਵਿੱਚ ਲਿਖਿਆ ਹੋਇਆ ਹੈ ਵੀ ਜਿਹੜੀ MSP ਹੈ ਉਹ ਜਿਹੜੀ ਉਹਦੀ ਲਾਗਤ ਹੈ ਉਹ ਤੋਂ ਵੱਧ ਕੇ 1.5 ਗੁਣਾ ਦਿੱਤੀ ਜਾਵੇ। ਤੇ ਮੈਂ ਆਪਣੇ ਸੇਖੋਂ ਸਾਹਿਬ ਤੋਂ ਸ਼ੁਰੂ ਕਰਦਾ ਵੀ ਤੁਸੀਂ ਇਹਦੇ ਬਾਰੇ ਕੀ ਸਮਝਦੇ ਹੋ ਵੀ MSP ਹੈ ਜਿਹੜੀ ਉਹ ਕਿਸ ਹਿਸਾਬ ਨਾਲ ਇਹਨੂੰ ਲਾਗੂ ਕੀਤਾ ਜਾਵੇ। ਸੰਧੂ ਸਾਹਿਬ, ਸਰਕਾਰ ਜੀ ਹੋਰੀ ਤਾਂ ਕਹਿ ਰਹੇ ਨੇ ਕਿ ਅਸੀਂ ਤਾਂ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਤੀ। ਹਾਂਜੀ, ਹਾਂ, ਤੇ ਅਸੀਂ ਵੀ ਕੀਤੀ ਹੈ। ਪਹਿਲੀਆਂ ਸਰਕਾਰਾਂ ਨੇ ਬਿਲਕੁਲ ਹੀ ਨਹੀਂ ਕੁਛ ਇਹਦੇ ਬਾਰੇ ਕਰਿਆ। ਗੱਲ ਅਸਲ 'ਚ ਇਹ ਹੈ, ਉਹਦੇ 'ਚ 2 ਫਾਰਮੂਲੇ ਬਣਾਏ ਹੋਏ ਸੀ, ਇੱਕ A2 ਵਾਲਾ, ਇੱਕ C2 ਵਾਲਾ। A2 ਵਾਲੇ ਦੇ ਵਿੱਚ ਬੀਜ ਤੋਂ ਲੈ ਕੇ ਜਿੰਨਾ ਖਰਚ ਫਸਲ ਕੱਢਣ ਤੱਕ ਆ ਜਾਂਦਾ ਹੈਗਾ, ਉਹ ਤੇ ਫਾਰਮਰ ਦੀ ਜਿਹੜੀ ਲੇਬਰ ਲਾਈ ਹੈ ਉਹ ਲਾ ਕੇ ਉਹਦੇ ਤੇ 50% ਤਾਂ ਲਾਤਾ। ਉਦੋਂ ਬਾਅਦ ਰੌਲਾ ਇਹ ਪਿਆ ਕਿ ਜੀ ਜਦੋਂ ਤੁਸੀਂ ਕਿਸੇ ਕਾਰਖਾਨੇਦਾਰ ਦੀ ਗੱਲ ਕਰਦੇ ਹੋ, ਜਦੋਂ ਤੁਸੀਂ ਕਿਸੇ ਕਾਰੋਬਾਰੀ ਦੀ ਗੱਲ ਕਰਦੇ ਹੋ, ਉਦੋਂ ਤਾਂ ਤੁਸੀਂ ਕਹਿੰਦੇ ਹੋ ਜੀ ਇਹਨੇ ਇੰਨੇ ਕਰੋੜ ਰੁਪਈਆ ਲਾਇਆ ਹੋਇਆ, ਕਰੋੜ ਦਾ ਵਿਆਜ ਤਾਂ ਮੁੜਨਾ ਹੀ ਚਾਹੀਦਾ ਘੱਟ ਤੋਂ ਘੱਟ। ਭਾਈ ਕਰੋੜ ਦਾ ਵਿਆਜ ਮੁੜਨਾ ਚਾਹੀਦਾ। ਜੇ ਉਹਦੇ ਕਾਰਖਾਨੇ ਦਾ ਵਿਆਜ ਮੁੜਨਾ ਚਾਹੀਦਾ ਤਾਂ ਜੱਟ ਦੀ ਜ਼ਮੀਨ ਦਾ ਜਿਹੜਾ ਕੀਮਤ ਆ ਉਹਦਾ ਵਿਆਜ ਦਾ ਕੀ ਬਣੂਗਾ। ਤਾਂ ਉਹਦੇ ਵਿੱਚ ਉਹ ਫਿਰ ਮੰਨੀ ਗੱਲ ਕਿ ਹਾਂ ਜੀ ਜ਼ਮੀਨ ਦਾ ਮੁੱਲ ਵੀ ਲਾ ਲਓ, ਜਾਂ ਇਹ ਕਹਿ ਲਓ ਕਿ ਜ਼ਮੀਨ ਦਾ ਜਿਹੜਾ ਸਾਲ ਦੇ ਵਿੱਚ ਉਸ ਦਾ ਠੇਕਾ ਆਉਂਦਾ ਉਹ ਲਾ ਲਓ। ਉਹ ਫਾਰਮੂਲਾ ਬਣ ਗਿਆ C2 ਦੇ ਵਿੱਚ ਜਾਨੀ ਸਾਰਾ ਖਰਚ ਤੇ ਜ਼ਮੀਨ ਦਾ ਮੁੱਲ, ਉਹਦਾ ਵਿਆਜ ਜਾਂ ਠੇਕਾ ਲਾ ਲਓ, ਉਹਦਾ 50% ਵੱਧ ਕਰਾ ਕੇ ਉਸ ਦਾ ਮੁੱਲ ਦਿਓ। ਇਹ ਘੱਟੋ ਘੱਟ ਸਮਰਥਨ ਮੁੱਲ ਬਣੂਗਾ। ਪਰ ਸਰਕਾਰ ਜੀ ਹੋਰਾਂ ਨੇ ਇਹ ਤੋਂ ਗੱਲ ਉਲਟਾਤੀ, A2+ ਕਰਕੇ ਕਹਿੰਦੇ ਜੀ ਅਸੀਂ ਲਾਗੂ ਕਰਤੀ। ਹੁਣ ਕਿਸਾਨ ਮੰਗ ਰਹੇ ਨੇ ਕਿ ਜਿਹੜਾ ਅਸਲ ਸਵਾਮੀਨਾਥਨ ਦਾ ਫਾਰਮੂਲਾ ਹੈ C2+50 ਉਹ ਦਿਓ ਜੀ ਸਾਨੂੰ। ਹੀਰ ਸਾਹਿਬ, ਤੁਸੀਂ ਕੀ ਸਮਝਦੇ? ਥੈਂਕ ਯੂ ਸੇਖੋਂ ਸਾਹਿਬ, ਵੀ ਤੁਸੀਂ ਕੀ ਸਮਝਦੇ ਹੋ MSP ਬਾਰੇ? ਲਾਗੂ ਹੋਣੀ ਚਾਹੀਦੀ ਹੈ ਕਿ ਵੀ ਇਹ ਜਿਵੇਂ ਹੁਣ ਹੈਗੀ ਆ ਐਜ਼ ਇਟ ਇਜ਼ ਇਹ ਐਂ ਚੱਲਦੀ ਰਹੇ? ਨਹੀਂ, ਇਸ ਤਰ੍ਹਾਂ ਕਿ ਜਿਵੇਂ ਸੇਖੋਂ ਸਾਹਿਬ ਨੇ ਕਿਹਾ ਕਿ ਗਵਰਨਮੈਂਟ ਵੀ ਇਸ ਵੇਲੇ ਟੋਟਲੀ ਝੂਠ ਬੋਲ ਰਹੀ ਹੈ ਕਿ ਸਵਾਮੀਨਾਥਨ ਕਮੇਟੀ ਦੀ ਰਿਕਮੈਂਡੇਸ਼ਨ ਸਾਰੀਆਂ ਲਾਗੂ ਕਰ ਦਿੱਤੀਆਂ। I mean it is a stark-lie. ਬਟ MSP ਦੇ ਅਗੇਂਸਟ ਜਿਹੜਾ ਪ੍ਰੋਪਗੈਂਡਾ ਹੋ ਰਿਹਾ, 2-3 ਪ੍ਰੋਪਗੈਂਡੇ ਹੋ ਰਹੇ ਆ ਕਿ ਸਿਰਫ ਜੀ 6%
ਉਹ ਵੀ ਪੰਜਾਬ ਹਰਿਆਣੇ ਦੇ ਲੋਕ ਲੈ ਰਹੇ ਆ। ਦੂਸਰਾ ਇਹ ਹੈ ਕਿ ਜੇ ਦੇ ਦਿੱਤੀ ਤਾਂ ਗਵਰਨਮੈਂਟ ਤੇ ਬਹੁਤ ਜ਼ਿਆਦਾ ਖਰਚ ਆਊਗਾ। ਤੀਸਰਾ, ਜੇ ਐਮਐਸਪੀ ਦੇ ਦਿੱਤੀ ਤਾਂ ਕੀਮਤਾਂ ਵੱਧ ਜਾਣਗੀਆਂ। ਹੁਣ ਤਿੰਨੋਂ ਪੁਆਇੰਟ ਦੇ ਅਗੇਂਸਟ ਆਰਗੂਮੈਂਟ ਇਹ ਆ, ਇਹ ਜੋਗਿੰਦਰ ਯਾਦਵ ਦੇ ਸਟੈਟਿਸਟਿਕਸ ਨੇ, ਜੇ ਪੂਰੇ ਹਿੰਦੁਸਤਾਨ 'ਚ ਐਮਐਸਪੀ 20 ਫਸਲਾਂ ਦੀ ਦੇ ਦੇਣ ਤਾਂ ਟੋਟਲ ਖਰਚਾ ਇਹਨਾਂ ਦਾ ਸਾਲ ਦਾ 3.60 ਕਰੋੜ ਆਊਗਾ, 60 ਲੱਖ ਕਰੋੜ ਆਊਗਾ। 3.60 ਲੱਖ ਕਰੋੜ ਐਗਰੀਕਲਚਰ ਤੇ ਖਰਚਣਾ, ਵਿਜ਼ਾ ਵੀ ਜਿਹੜੇ ਕਾਰਪੋਰੇਟ ਨੂੰ ਉਹ ਦੇ ਰਹੇ ਕੰਸੈਸ਼ਨ ਜਾਂ ਉਹਨਾਂ ਦੇ ਲੋਨ ਮਾਫ ਕਰ ਰਹੇ ਆ, ਤਾਂ ਮੇਰਾ ਖਿਆਲ ਨੋਟ ਅ ਬਿਗ ਡੀਲ। ਅੱਛਾ, ਇਹਦੇ ਨਾਲ ਫਾਇਦਾ ਕੀ ਹੋਏਗਾ ਕਿ ਜਿਹੜੇ ਕਹਿੰਦੇ ਆ ਕਿ ਪੰਜਾਬ 'ਚ ਡਾਇਵਰਸਿਫਿਕੇਸ਼ਨ ਨਹੀਂ ਹੋ ਰਹੀ, ਜੇ 20 ਫਸਲਾਂ ਨੂੰ ਦੇਣ ਲੱਗ ਪੈਣ ਤਾਂ ਪੰਜਾਬ ਦਾ ਕਿਸਾਨ ਆਪਣੇ ਆਪ ਹੀ ਧਾਨ ਨੂੰ ਛੱਡ ਕੇ ਹੋਰ ਫਸਲ ਵੱਲ ਜਾਏਗਾ ਜਿੱਥੋਂ ਕਿ ਉਹਨੂੰ ਮਿਨੀਮਮ ਪ੍ਰਾਈਸ ਮਿਲ ਰਹੀ ਹੈ। ਉਹ ਕਿਉਂ ਕਣਕ ਔਰ ਝੋਨੇ ਦੇ ਸਾਈਕਲ 'ਚ ਰਹੇਗਾ। ਔਰ ਤੀਸਰੀ ਜਿਹੜੀ ਵੱਡੀ ਗੱਲ ਹੈ, ਜੇ ਐਮਐਸਪੀ ਇਹਨਾਂ ਨੇ ਦੇ ਦਿੱਤੀ ਤਾਂ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਫਾਇਦਾ ਹੋਊਗਾ। ਉਹਨਾਂ ਕੋਲ ਪੈਸਾ ਪਹੁੰਚੂਗਾ, ਜਿਹਦੇ ਨਾਲ ਪੈਸਾ ਆਏਗਾ ਤਾਂ ਉਹ ਘਰ ਤਾਂ ਰੱਖ ਨਹੀਂ ਸਕਦੇ, ਉਹਨਾਂ ਨੇ ਖਰਚਣਾ। ਪੂਰੇ ਹਿੰਦੁਸਤਾਨ ਦੀ ਇਕਨੋਮੀ ਦਾ ਜਿਹੜਾ ਇੰਜਨ ਹੈ ਨਾ, ਸਾਈਕਲ, ਉਹ ਉਸ ਤਰ੍ਹਾਂ ਸ਼ੁਰੂ ਹੋ ਜਾਏਗਾ ਜਿਵੇਂ 29 'ਚ ਅਮਰੀਕਾ ਨੇ ਸ਼ੁਰੂ ਕੀਤਾ ਸੀ, ਜਾਂ ਸਰਵ ਦੇ ਕੇ ਇੱਥੇ ਦੇ ਟਰੂਡੋ ਸਾਹਿਬ ਨੇ ਇਕਨੋਮੀ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਹੈ। ਲਾਸਟ ਪੁਆਇੰਟ ਮੇਰਾ ਇਹੀ ਹੈ ਕਿ ਇਹ ਮੈਗਨਾਨਿਮਿਟੀ ਹੈ ਪੰਜਾਬ ਦੇ ਫਾਰਮਰਸ ਦੀ, ਕਿ ਉਹਨਾਂ ਨੇ ਕਿਹਾ, ਲੋਕਾਂ ਨੇ ਜਦੋਂ ਪੁੱਛਿਆ ਕਿ ਵੀ ਇਹ ਬਾਕੀ ਹਿੰਦੁਸਤਾਨ 'ਚ ਤਾਂ ਮਿਲਦੀ ਨਹੀਂ ਹੈ, ਉਹ ਕਹਿੰਦੇ ਉਹਨਾਂ ਨੂੰ ਵੀ ਦਿਓ। ਇਹ ਹੈਗਾ ਸਰਬੱਤ ਦਾ ਭਲਾ। ਔਰ ਮੈਂ ਓਨੈਸਟਲੀ ਪ੍ਰੇ ਕਰਦਾ, ਆਪਾਂ ਸਾਰੇ ਪ੍ਰੇ ਕਰੀਏ ਕਿ ਮੇਰਾ ਆਪਣਾ ਮੰਨਣਾ ਹੈਗਾ ਕਿ ਜਿਹੜੀਆਂ ਪੋਜ਼ਿਟਿਵ ਚੀਜ਼ਾਂ ਇਸ ਐਜੂਕੇਸ਼ਨ 'ਚ ਆਈਆਂ, ਜਿਹੜਾ ਸਾਡਾ ਪੰਜਾਬੀਆਂ ਦਾ, ਸਿੱਖਾਂ ਦਾ ਇਮੇਜ ਰਿਵਾਈਵ ਹੋਇਆ ਪੂਰੇ ਇੰਡੀਆ 'ਚ, ਜਿਹੜਾ 35 ਸਾਲ ਡਾਊਨ ਸੀਗਾ, ਉਹ ਰਿਵਾਈਵ ਹੋਇਆ। ਔਰ ਜੇ ਕਿਤੇ ਖੁਦਾ ਨਾ ਖਾਸਤਾ, ਮੈਂ ਪ੍ਰੇ ਕਰਦਾ, ਐਮਐਸਪੀ ਲਾਗੂ ਹੋ ਗਈ ਪੂਰੇ ਇੰਡੀਆ 'ਚ, ਪੂਰਾ ਹਿੰਦੁਸਤਾਨ ਪੰਜਾਬੀ ਫਾਰਮਰਸ ਨੂੰ ਪੂਜੇਗਾ ਫॉर ਪੋਸਟੈਰਿਟੀ ਸੇਕ। ਉਹਨਾਂ ਦੇ ਬੱਚੇ ਵੀ ਪੂਜਣਗੇ ਕਿ ਇਹ ਕੋਈ ਮਸੀਹੇ ਆਏ ਸੀਗੇ ਜਿਨ੍ਹਾਂ ਨੇ ਜਿਹੜੀਆਂ ਚੀਜ਼ਾਂ ਸਾਨੂੰ ਨਹੀਂ ਪਤਾ ਸੀਆਂ ਉਹ ਦੱਸੀਆਂ, ਉਹ ਗਵਰਨਮੈਂਟ ਨੂੰ ਕਹਿ ਕੇ ਉਹ ਸਾਡੇ ਤੇ ਲਾਗੂ ਕਰਾਈਆਂ। ਔਰ ਉਹਨਾਂ ਨੇ ਇਹ ਨਹੀਂ ਕਿ ਮੇਰਾ ਫਾਇਦਾ ਹੋਵੇ, ਉਹਨਾਂ ਨੇ ਫਿਰ 13 ਦਾ ਪ੍ਰਿੰਸੀਪਲ ਯੂਜ਼ ਕੀਤਾ। ਗੁੱਡ, ਥੈਂਕ ਯੂ ਹੀਰ ਸਾਹਿਬ। ਤੇ ਜਿਵੇਂ ਹੀਰ ਸਾਹਿਬ ਨੇ ਆਖਿਆ ਵੀ 360 ਕਰੋੜ ਦਾ ਵੀ ਉਹਨਾਂ ਨੂੰ ਬਜਟ ਚਾਹੀਦਾ ਹੈ, ਤੇ ਜਦੋਂ ਫਾਰਮਰਸ ਦੀ ਗੱਲ ਆਉਂਦੀ ਆ ਵੀ ਐਮਐਸਪੀ, ਉਹ ਰੌਲਾ ਪਾਉਣ ਲੱਗ ਜਾਂਦੇ ਆ। ਜਦੋਂ ਕਿਸੇ ਇਹ ਕਾਰਪੋਰੇਟ ਘਰਾਣੇ ਦਾ ਇਹਨਾਂ ਨੇ ਵੀ ਉਹ ਟੈਕਸ ਜਾਂ ਉਹਨਾਂ ਦਾ ਲੋਨ ਮਾਫ ਕਰਨਾ ਹੁੰਦਾ, ਉਹ ਕਿਸੇ ਨੂੰ ਦੱਸਦੇ ਵੀ ਨਹੀਂ ਹੈਗੇ, ਉਹ ਰਾਤੋਂ ਰਾਤ ਮਾਫ ਕਰ ਦਿੰਦੇ ਆ। ਵੀ ਸੰਧੂ ਸਾਹਿਬ, ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ ਵੀ ਇਹ ਜਦੋਂ ਲੋਕਾਂ ਦੀ ਗੱਲ ਆਉਂਦੀ ਆ ਵੀ ਉਦੋਂ ਕਿਸਾਨ ਆਪਦਾ ਬਜਟ ਦੇਖਣ ਲੱਗ ਜਾਂਦੀ ਹੈ, ਜਦੋਂ ਕਾਰਪੋਰੇਟ ਘਰਾਣਿਆਂ ਦੀ ਗੱਲ ਆਉਂਦੀ ਹੈ ਉਦੋਂ ਇਹ ਰਾਤੋਂ ਰਾਤ ਕਿਸੇ ਨੂੰ ਪੁੱਛਦੇ ਵੀ ਨਹੀਂ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਉਪਲ ਸਾਹਿਬ, ਬਹੁਤ ਵਧੀਆ ਸਵਾਲ ਹੈ, ਕਿਉਂਕਿ ਇਹ ਸਵਾਲ ਵੀ ਮੇਰੇ ਪੈਸ਼ਨ ਦਾ ਹਿੱਸਾ ਹੈ, ਕਿਉਂਕਿ ਮੈਂ ਇਹਦੇ ਬਾਰੇ ਆਮ ਤੌਰ ਤੇ ਸੋਚਦਾ ਰਹਿਣਾ। ਜਿਹੜੇ ਸਾਡੀਆਂ ਪੋਲੀਟੀਕਲ ਸਿਸਟਮ ਹੈ ਜਾਂ ਪੋਲੀਟੀਕਲ ਪਾਰਟੀਆਂ ਨੇ ਨਾ, ਮੈਂ ਇਹਨਾਂ ਨੂੰ ਸੌਫਟ ਡਿਕਟੇਟਰਸ਼ਿਪ ਕਹਿਣਾ। ਮੈਂ ਉਹ ਜਿਹੜਾ ਤੁਹਾਡਾ ਸਵਾਲ ਹੈ ਉਹਦੇ ਤੇ ਆਉਣਾ, ਮੈਂ ਥੋੜੀ ਜਿਹੀ ਬਰੀਫ ਜੀ ਭੂਮਿਕਾ ਬਣਦਾ ਕਿ ਸਾਨੂੰ ਕਦੇ ਵੀ ਸਾਡੇ ਕੈਂਡੀਡੇਟਸ ਅਸੀਂ ਨਹੀਂ ਚੁਣਦੇ। ਕਾਂਗਰਸ ਹੈ ਉਹ ਨੋਮੀਨੇਟ ਕਰਦੇ ਨੇ ਵੀ ਆਹ ਬੰਦਾ ਤੁਹਾਡਾ ਐਮਐਲਏ ਹੈ, ਬੀਜੇਪੀ ਵਾਲੇ ਕਹਿੰਦੇ ਨੇ ਆਹ ਐਮਐਲਏ ਹੈ, ਤੇ ਅਕਾਲੀ ਦਲ ਵਾਲੇ ਕਹਿੰਦੇ ਨੇ ਵੀ ਸਾਡੇ ਵੱਲੋਂ ਆਹ ਸਾਡਾ ਐਮਐਲਏ ਦੀ ਟਿਕਟ ਦੇ ਦਿੱਤੀ। ਅਸੀਂ ਉਹਨੂੰ ਚੂਜ਼ ਨਹੀਂ ਕੀਤਾ। ਹੁਣ 3 ਡਾਕੂ ਖੜੇ ਕਰ ਦਿੱਤੇ, ਅਸੀਂ ਚੂਜ਼ ਕਰਨਾ ਵੀ ਕਿਹਦੇ ਤੋਂ ਲੁੱਟਣਾ ਹੈ, ਲੁਟਾ ਹੋਣਾ ਹੈ। 3 ਡਾਕੂ ਨੇ, ਅਮਿਤ ਸ਼ਾਹ ਕੋਈ ਸ਼ਰੀਫ ਆਦਮੀ ਨਹੀਂ, ਮੋਦੀ ਸ਼ਰੀਫ ਆਦਮੀ ਨਹੀਂ, ਜਾਂ ਆਪਣਾ ਉਹ ਜਿਹੜਾ ਯੋਗੀ ਹੈ ਉਹ ਸ਼ਰੀਫ ਆਦਮੀ ਥੋੜੀ ਨੇ। ਇਹ ਸਾਨੂੰ ਡਾਕੂ ਦਿੱਤੇ ਹੋਏ ਨੇ, ਭਾਵੇਂ ਉਹ ਕਾਂਗਰਸ ਵਾਲੇ ਦੇ ਦੇਣ ਤੇ ਭਾਵੇਂ ਉਹ ਬੀਜੇਪੀ ਵਾਲੇ ਦੇ ਦੇਣ। ਅਸੀਂ ਚੂਜ਼ ਕਰ ਲੈਨੇ ਆ ਕਿ ਇਹਨਾਂ ਵਿੱਚੋਂ ਕਿਹੜੇ ਡਾਕੂ ਤੋਂ ਲੁਟਾ ਹੋਣਾ। ਇਹ ਤਾਂ ਇੱਕ ਗੱਲ ਹੋਈ। ਤੇ ਦੂਸਰੀ, ਤੁਹਾਡਾ ਵਾਪਸ ਸਵਾਲ ਥੋੜਾ ਮੈਨੂੰ ਪ੍ਰੌਂਪਟ ਕਰੋ, ਕੀ ਸਵਾਲ ਸੀ ਤੁਹਾਡਾ? ਉਹ ਆਹੀ ਸੀਗਾ ਵੀ ਜਦੋਂ ਵੀ ਇਹ ਕਿਸਾਨਾਂ ਦੀ, ਮਜ਼ਦੂਰਾਂ ਦੀ ਗੱਲ ਨਹੀਂ ਹੁੰਦੀ ਆ। ਹਾਂ, ਐਗਜ਼ੈਕਟਲੀ। ਹੁਣ ਗੱਲ ਇਹ ਹੈ ਵੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ, ਇਹਨਾਂ ਦੀ ਪੂਰੀ ਜਿਹੜੀ ਇਹਨਾਂ ਦਾ ਜਿਹੜਾ ਕੰਟਰੋਲ ਹੈ, ਇਹਨਾਂ ਦੀ ਡਿਕਟੇਟਰਸ਼ਿਪ, ਜਿਹਨੂੰ ਮੈਂ ਸੌਫਟ ਡਿਕਟੇਟਰਸ਼ਿਪ ਕਹਿਣਾ, ਉਹ ਪੂਰੀ ਤਾਂ ਹੁੰਦੀ ਹੈ ਜੇ ਲੋਕ ਗਰੀਬ ਰਹਿੰਦੇ ਨੇ। ਜੇ ਲੋਕਾਂ ਦੇ ਵਿੱਚ ਪੈਸੇ ਆਉਣਗੇ, ਲੋਕ ਪੜ੍ਹਾਈ ਕਰਨਗੇ, ਜਾਗਰੂਕ ਹੋਣਗੇ, ਅਵੇਅਰਨੈਸ ਹੋਊਗੀ। ਜਦੋਂ ਅਵੇਅਰਨੈਸ ਹੋਊਗੀ, ਨੈਚੁਰਲੀ ਉਹ ਉੱਠ ਕੇ ਸਰਕਾਰ ਨੂੰ ਕੁਐਸਚਨ ਕਰਨਗੇ, ਤਾਂ ਉਹ ਉਹਨਾਂ ਨੂੰ ਚੈਲੰਜ ਕਰਨਗੇ, ਉੱਥੋਂ ਉਹ ਕਰਪਸ਼ਨ ਖਤਮ ਕਰਨਗੇ। ਉਹ ਚਾਹੁੰਦੇ ਨੇ ਵੀ ਇਹ ਕਰਪਸ਼ਨ ਖਤਮ ਕਰਨ, ਉਹ ਚਾਹੁੰਦੇ ਨੇ ਵੀ ਸਾਨੂੰ ਕੋਈ ਕੁਐਸਚਨ ਕਰੇ।
ਉਹ ਚਾਹੁੰਦੇ ਨੇ ਕਿ ਵੀ ਇਹ ਇੰਨੇ ਗਰੀਬ ਰਹਿਣ ਕਿ ਹਮੇਸ਼ਾ ਸਾਡੀਆਂ ਪੋਲੀਟੀਕਲ ਪਾਰਟੀਆਂ ਤੇ ਸਾਡੇ ਰਹਿਮੋ ਕਰਮ ਤੇ ਇਹਨਾਂ ਦਾ ਜੀਵਨ ਚੱਲੇ, ਇਹ ਸਾਡੇ ਮੂਹਰੇ ਭੀਖ ਮੰਗਦੇ ਰਹਿਣ। ਇਹੀ ਗੱਲ ਹੈ ਵੀ ਇਹ ਜਿਹੜਾ ਪੰਜਾਬ ਨੂੰ ਇੱਕੋ ਸਟੇਟ, ਜੇ ਪੰਜਾਬ ਤੇ ਹਰਿਆਣਾ 2 ਸਟੇਟਾਂ ਨੇ ਜਿਹੜੀਆਂ ਫਿਲਹਾਲ ਰੋਟੀ ਖਾ ਰਹੀਆਂ ਨੇ, ਉਹ ਸਾਨੂੰ ਉਸ ਉਹਨੇ ਗਰੀਬ ਕਰਨਾ ਚਾਹੁੰਦੇ ਨੇ ਜਿੱਦਾਂ ਕਿ ਬਿਹਾਰ, ਉੱਤਰ ਪ੍ਰਦੇਸ਼ ਤੇ ਸਾਊਥ ਦੀਆਂ ਸਟੇਟਾਂ ਦੇ ਲੋਕ ਗਰੀਬ ਨੇ। ਪਰ ਉਹਨਾਂ ਨੂੰ ਇਹ ਪਤਾ ਨਹੀਂ ਸੀ ਵੀ ਇਹ ਡਿਫਰੈਂਟ ਨਸਲ ਦੇ ਲੋਕ ਨੇ, ਇਹਨਾਂ ਨੇ ਬੜੀਆਂ ਮਾਰਾਂ ਖਾਧੀਆਂ ਹੋਈਆਂ ਨੇ। ਮੈਂ ਇੱਕ ਮੇਰਾ ਪੈਟ ਡਾਇਲੌਗ ਹੈ ਵੀ ਸਾਡੇ ਦੁਸ਼ਮਣ ਨੇ ਸਾਨੂੰ ਬੜੇ ਵਾਰੀ ਕੁਚਲਿਆ, ਮਸਲਿਆ, ਮਿੱਟੀ 'ਚ ਮਿਲਾਇਆ, ਪਰ ਉਹਨੂੰ ਇਹ ਨਹੀਂ ਸੀ ਪਤਾ ਸੀ ਘਾਹ ਅਸੀਂ ਫੇਰ ਉੱਗ ਪੈਣਾ। ਹਾਂਜੀ, ਥੈਂਕ ਯੂ। ਆਪਣੇ ਕੋਲ ਆਪਾਂ ਟਾਈਮ ਦਾ ਵੀ ਥੋੜਾ ਖਿਆਲ ਰੱਖਣਾ ਤੇ ਆਪਾਂ ਟਾਈਮ ਸਮਾਪਤੀ ਵੱਲ ਵੀ ਵੱਧ ਰਹੇ ਹਾਂ ਤੇ ਟਾਈਮ ਦੀ ਤਾਂ ਆਪਾਂ ਸਾਰੇ ਪ੍ਰੋਫੈਸ਼ਨਲ ਬੈਠੇ ਆ ਇੱਥੇ, ਕਦਰ ਕਰਦੇ ਆ ਆਪਾਂ ਸਾਰੇ। ਤੇ ਉਸ ਨੂੰ ਮੈਂ ਇੱਕ ਗੱਲ ਦੱਸਣੀ ਚਾਹਣਾ ਵੀ ਜਿਹੜੀ ਸਵਾਮੀਨਾਥਨ ਰਿਪੋਰਟ ਹੈ ਨਾ, ਹਾਲਾਂਕਿ ਕੋਈ ਦਿੱਲੀ ਹੈ ਜਿਹੜੀ ਸਟੇਟ, ਸਬ ਸਟੇਟ ਆ, ਉੱਥੇ ਉਹ ਲਾਗੂ ਤਾਂ ਨਹੀਂ ਕਰ ਸਕਦੇ, ਪਰ ਫਿਰ ਵੀ ਜਿਹੜੇ ਉੱਥੋਂ ਦੇ ਸੀਐਮ ਨੇ ਅਰਵਿੰਦ ਕੇਜਰੀਵਾਲ ਜੀ, ਉਹਨਾਂ ਨੇ ਬੜੀ ਬਾਖੂਬੀ ਨਾਲ, ਜੋ ਕਿ ਗਵਰਨਮੈਂਟ ਚਲਾ ਰਹੇ ਨੇ ਉੱਥੇ ਔਰ ਰਿਮਾਰਕੇਬਲ ਕੰਮ ਕਰ ਰਹੇ ਨੇ, ਉਹਨਾਂ ਨੇ ਉੱਥੇ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਕੇ ਜਿੰਨੇ ਵੀ ਕਿਸਾਨ ਨੇ, ਬਹੁਤੇ ਨੇ ਘੱਟ ਨੇ, ਉਹਨਾਂ ਨੂੰ ਉੱਥੇ ਉਹ ਸਮਰਥਨ ਮੁੱਲ ਦੇ ਰਹੇ ਨੇ। ਮੈਂ ਸਰੋਤਾਂ ਦੀ ਜਾਣਕਾਰੀ ਲਈ ਦੱਸਦਾ। ਤੇ ਨੰਬਰ 2 ਤੇ ਜਿਹੜਾ ਆਖਰੀ ਪੜਾਅ ਹੈ ਮੇਰਾ ਜਿਹੜਾ ਸਵਾਲਾਂ ਦਾ, ਉਹ ਇੱਕ ਬੜਾ ਮੀਟਿੰਗ ਦੇ ਸੰਦਰਭ ਦੇ ਵਿੱਚ ਆ, ਜਿਹੜੀ ਹੁਣ ਤੱਕ ਬਹੁਤ ਮੀਟਿੰਗਾਂ ਹੋ ਚੁੱਕੀਆਂ ਕਿਸਾਨਾਂ ਤੇ ਸਰਕਾਰ ਦੇ ਵਿੱਚ, ਤੇ ਕੁਝ ਵੀ ਆਪਾਂ ਜਿਵੇਂ ਪਹਿਲਾਂ ਹੀ ਕਿਹਾ ਵੀ ਉਹਦੇ ਵਿੱਚ ਥੋੜੀ ਬਹੁਤੀ ਦੋਨਾਂ ਪਾਸਿਆਂ ਤੋਂ ਠੰਡੀ ਹਵਾ ਦੇ ਬੁੱਲੇ ਆ ਰਹੇ ਨੇ। ਹੁਣ ਆਪਾਂ 4 ਤਰੀਕ ਤੇ ਸਾਰਿਆਂ ਦੀਆਂ ਅੱਖਾਂ ਲੱਗੀਆਂ ਹੋਈਆਂ ਨੇ, ਮੀਡੀਆ ਦੀਆਂ ਔਰ ਪਬਲਿਕ ਦੀਆਂ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੰਨੇ ਬੰਦੇ ਬੈਠੇ ਨੇ। ਹੁਣ 4 ਤਰੀਕ ਦੇ ਵਿੱਚ ਜਿਹੜੀ ਮੀਟਿੰਗ ਹੋਣੀ ਹੈ, ਉਹ ਜਿਹੜੇ ਮੇਜਰ 2 ਟੌਪ ਦੇ ਇਸ਼ੂਜ਼ ਨੇ, ਉਹ ਤਾਂ ਇੱਕ ਤਾਂ 3 ਬਿੱਲ, ਇੱਕ MSP ਵੀ ਉਹ ਹੁਣ ਮੀਟਿੰਗ ਹੋਣੀ ਆ। ਮੀਟਿੰਗ ਦੇ ਵਿੱਚ ਕੀ ਨਿਕਲਣਾ ਹਾਲਾਂਕਿ ਕਿਸੇ ਨੂੰ ਪਤਾ ਨਹੀਂ ਹੈਗਾ, ਪਰ ਫਿਰ ਵੀ ਆਪਾਂ ਜਿਹੜੇ ਸੱਜਣ ਜੁੜੇ ਆ ਪੈਨਲਿਸਟ ਮੇਰੇ ਨਾਲ, ਵੀ ਉਹਨਾਂ ਦੇ ਵਿੱਚ ਤੁਸੀਂ ਕੁਇਕਲੀ ਆਪਣੇ 30 ਸਕਿੰਟ ਦੇ ਵਿੱਚ ਪਲੀਜ਼ ਤੁਸੀਂ ਆਪਣੇ ਵਿਚਾਰ ਦਿਓ। ਮੈਂ ਹੀਰ ਸਾਹਿਬ ਤੋਂ ਹੀ ਸ਼ੁਰੂ ਕਰ ਦਿੰਦਾ ਵੀ ਤੁਸੀਂ ਹੀਰ ਸਾਹਿਬ, ਤੁਸੀਂ ਕੀ ਸਮਝੋ ਵੀ ਮੀਟਿੰਗ ਦਾ what will be the outcomes? ਮੀਟਿੰਗ ਦਾ ਐਕਚੁਅਲੀ ਇਹਨਾਂ ਨੇ ਆਪਣੇ ਪੱਤੇ ਇੰਨੇ ਕਲੋਜ਼ ਰੱਖੇ ਆ, ਗਵਰਨਮੈਂਟ ਆਫ ਇੰਡੀਆ ਨੇ ਸਾਨੂੰ ਮਤਲਬ ਕਾਮਦਾਨ, ਦੰਡ ਭੇਦ ਸਭ ਕੁਝ ਉਹਨਾਂ ਨੇ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਆ। ਹਾਲੇ ਤੱਕ ਤਾਂ ਇਹ ਐਜੂਟੇਸ਼ਨ, ਗਵਰਨਮੈਂਟ ਦੀ ਪੋਜੀਸ਼ਨ ਡੇ ਬਾਈ ਡੇ ਲੋ ਹੋ ਰਹੀ ਹੈ ਔਰ ਐਜੂਟੇਸ਼ਨ ਦੀ ਪੋਜੀਸ਼ਨ ਡੇ ਬਾਈ ਡੇ ਉੱਪਰ ਤੱਕ ਜਾ ਰਹੀ ਹੈ, ਗ੍ਰਾਫ ਉੱਪਰ ਤੱਕ ਜਾ ਰਿਹਾ। ਹੁਣ ਜਿਹੜੀ 4 ਤਰੀਕ ਦੀ ਮੀਟਿੰਗ ਹੈ, ਉਹਦੇ 'ਚ ਮੇਰੇ ਹਿਸਾਬ ਨਾਲ ਗਵਰਨਮੈਂਟ ਕੋਲ 3 ਆਪਸ਼ਨਸ ਨੇ। ਇੱਕ ਆਪਸ਼ਨ ਹੈ ਕਿ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਇਹਨਾਂ ਨੂੰ ਬਿੱਲਾਂ ਨੂੰ ਪੈਂਡ ਕਰ ਦੇਣ 2 ਸਾਲ ਲਈ। ਇਨਡਾਇਰੈਕਟਲੀ ਦਾ ਮਤਲਬ ਆ ਉਹ ਸੁਪਰੀਮ ਕੋਰਟ ਤੋਂ ਕਰਵਾ ਲੈਣ, ਆਪ ਨਾ ਕਹਿਣ, ਕਿਉਂਕਿ ਉਹਨਾਂ ਦੀ ਇੱਜ਼ਤ ਉਹ ਥੋੜਾ ਜਿਹਾ ਉਹ ਹੈਗਾ। ਔਰ ਦੂਸਰਾ MSP ਦਾ ਕੋਈ ਨਾ ਕੋਈ ਫਾਰਮੂਲਾ ਐਗਰੀ ਹੋ ਜਾਣ। ਇਹ ਤਾਂ ਹੈਗੀ ਆਪਸ਼ਨ A, ਜਿਹੜੀ ਬੈਸਟ ਆਪਸ਼ਨ ਹੈ। ਪਰ ਮੇਰਾ ਨਹੀਂ ਖਿਆਲ ਕਿ ਜਿਸ ਤਰ੍ਹਾਂ ਹਾਲੇ ਤੱਕ ਉਹਨਾਂ ਦੇ ਐਟੀਟਿਊਡ ਨੇ ਕਿ ਉਹ ਬੈਸਟ ਆਪਸ਼ਨ ਅਡਾਪਟ ਕਰੂਗੇ। ਉਹਨਾਂ ਨੇ ਜਿਹੜਾ ਕੰਸੈਸ਼ਨ ਦਿੱਤਾ ਜਿਹੜੇ 2 ਬਿੱਲਾਂ ਦਾ, ਉਹਨਾਂ ਤੇ ਥੋੜੀ ਹੋਰ ਡਿਸਕਸ਼ਨ ਕਰਕੇ ਉਹਨਾਂ ਨੂੰ ਕੁਝ ਫਾਈਨਲਾਈਜ਼ ਕਰਕੇ ਕਹਿਣ ਵੀ ਤੁਹਾਨੂੰ ਕਾਫੀ ਕੁਝ ਦੇ ਦਿੱਤਾ ਹੈ, ਔਰ ਬਾਕੀ ਜਿਹੜਾ ਹੈਗਾ ਮੀਡੀਆ 'ਚ ਪ੍ਰਚਾਰ ਕਰ ਦੇਣ ਵੀ ਜਿਵੇਂ ਹੁਣੇ ਉਹਨਾਂ ਨੇ 50% ਕਰਨ ਸ਼ੁਰੂ ਕਰ ਦਿੱਤੀ ਹੈ, ਔਰ ਥੋੜੀ ਬਹੁਤੀ ਅਮੈਂਡਮੈਂਟ ਕਹਿਣ ਜੀ ਵੀ ਦੇਖੋ ਜੀ ਅਸੀਂ ਇਹਨਾਂ ਦਾ 75% ਮੰਨ ਲਿਆ, ਹੁਣ ਨਾਓ ਦੇ ਆਰ ਬਿਕਮਿੰਗ ਟੂ ਮਚ। ਜੇ ਜ਼ਿਆਦਾ ਹੋ ਜਾਣਗੇ ਤਾਂ ਕੁਝ ਇੱਕ ਲੀਡਰਾਂ ਨੂੰ ਉਹ ਫੜ ਵੀ ਸਕਦੇ ਆ, ਨਜ਼ਰਬੰਦ ਵੀ ਕਰ ਸਕਦੇ ਆ। 2 ਸਟੇਟ 'ਚ ਉਹ ਗਵਰਨਰੀ ਰਾਜ ਵੀ ਲਾ ਸਕਦੇ ਆ, ਔਰ ਬਾਕੀ ਸਟੇਟ 'ਚ ਦਫਾ 144 ਕਰਕੇ, ਫੋਰਸ ਯੂਜ਼ ਕਰਕੇ, ਮੀਡੀਆ ਯੂਜ਼ ਕਰਕੇ ਇਸ ਐਜੀਟੇਸ਼ਨ ਨੂੰ ਉਹ ਵੀ ਕਰ ਸਕਦੇ ਆ। ਔਰ ਲਾਸਟਲੀ ਇਹ ਹੈ ਕਿ ਸਾਨੂੰ ਕਿਤੇ ਨਾ ਕਿਤੇ ਐਗਰੀ ਵੀ ਹੋ ਜਾਣ, ਬਾਅਦ 'ਚ ਟ੍ਰਿਕ ਕਰ ਦੇਣ। ਟ੍ਰਿਕ ਦੇ ਚਾਂਸਸ ਘੱਟ ਹੈ ਕਿਉਂਕਿ ਹੁਣ ਫਾਰਮਰਸ ਵੀ ਅਲਰਟ ਹੋ ਗਏ ਆ। ਤਾਂ ਪਹਿਲੀ ਜਿਹੜੀ ਆ 2 ਆਪਸ਼ਨ ਹੈ, ਮੇਰਾ ਖਿਆਲ ਉਹਨਾਂ 2 ਆਪਸ਼ਨਸ ਤੋਂ ਲੈਣਗੇ। ਲੌਜੀਕਲੀ ਉਹਨਾਂ ਨੂੰ ਪਹਿਲੀ ਆਪਸ਼ਨ ਲੈਣੀ ਚਾਹੀਦੀ ਆ, ਪਰ ਕਈ ਵਾਰੀ ਲੌਜਿਕ ਨਹੀਂ ਪ੍ਰਵੇਲ ਹੁੰਦਾ, ਖਾਸ ਕਰ ਇਸ ਗਵਰਨਮੈਂਟ ਨਾਲ, ਕਿਉਂਕਿ ਉਹਨਾਂ ਦਾ ਸ਼ੁਰੂ ਤੋਂ ਨੈਰੇਟਿਵ ਡਿਫਰੈਂਟ ਰਿਹਾ ਔਰ ਉਹਨਾਂ ਦੇ ਵੀ ਹੱਥ 'ਚ ਕਾਫੀ ਚੀਜ਼ਾਂ ਨਹੀਂ ਹੈ ਕਿ ਉਹਨਾਂ ਦੇ ਪਿੱਛੇ ਵੀ ਵੀਲ ਬਿਹਾਈਂਡ ਦਾ ਵੀਲਸ ਹੈ। ਤੇ ਮੇਰਾ ਤੇ ਇਹ ਮੰਨਣਾ ਹੈ। ਥੈਂਕ ਯੂ। ਸੇਖੋਂ ਸਾਹਿਬ, ਤੁਸੀਂ ਕੀ ਸਮਝਦੇ ਵੀ ਯੈਸ ਔਰ ਨੋ?
ਵੀ ਕੀ ਉਸੇ ਸੰਦਰਭ ਦੇ ਵਿੱਚ ਫੈਸਲਾ ਹੋਊਗਾ? ਯੈਸ ਔਰ ਨੋ ਸਰਕਾਰ ਨਹੀਂ ਹੋਣ ਦੇਣਾ। ਜੇ ਯੈਸ ਔਰ ਨੋ ਕਰਨਾ ਹੁੰਦਾ ਉਹਨਾਂ ਨੇ ਪਹਿਲੇ ਦਿਨ ਹੀ ਹੁਣੇ ਕਹਿ ਦੇਣਾ ਸੀਗਾ। ਉਹ ਪਹਿਲਾਂ ਵੀ ਜਿਹੜੀਆਂ ਚਾਲਾਂ ਕਹਿ ਲਓ ਸ਼ਬਦ ਵਰਤਿਆ ਜਾ ਸਕਦਾ ਹੈ ਕਿ ਪਹਿਲਾਂ ਜਿਹੜਾ 1% ਮੰਨਿਆ ਤੇ ਉਹਨੂੰ 50% ਦਾ ਰੌਲਾ ਪਾਤਾ। ਪਹਿਲਾਂ ਜਦੋਂ ਅਮੈਂਡਮੈਂਟ ਅਸੀਂ ਸਾਰਾ ਕੁਝ ਹੀ ਮੰਨ ਲਿਆ, ਖਾਲੀ ਡੱਬਾ ਰਹਿ ਗਿਆ, ਦੱਸੋ ਇਹਦਾ ਕੀ ਕਰਨਾ। ਇਹ ਸਾਰੀਆਂ ਗੱਲਾਂ ਇਹ ਦਰਸਾਉਂਦੀਆਂ ਨੇ ਕਿ ਉਹ ਚਾਹੇ ਹੋਰ ਲਮਕਾਉਣਾ ਪੈ ਜੇ ਉਸ ਨੂੰ 4 ਤਰੀਕ ਦੀ ਤਰੀਕ ਨੂੰ ਮੈਨੂੰ ਨਹੀਂ ਲੱਗਦਾ ਹੈਗਾ ਕਿ ਸਰਕਾਰ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲੂਗੀ। ਥੈਂਕ ਯੂ। ਸੰਧੂ ਸਾਹਿਬ, ਤੁਸੀਂ ਕੀ ਸਮਝਦੇ ਹੋ ਵੀ ਤੁਹਾਡੇ ਹਿਸਾਬ ਦੇ ਵਿੱਚ ਬਈ ਮਠਿਆਈ ਦੇ ਵਿੱਚ ਡੱਬੇ ਦੇ ਵਿੱਚੋਂ ਮਠਿਆਈ ਖਾ ਲੈਣਗੇ ਕਿ ਸਣੇ ਡੱਬਾ ਦੇ ਦੇਣਗੇ ਕਿਸਾਨਾਂ ਨੂੰ? ਮੈਨੂੰ ਇੱਕ ਛੋਟਾ ਜਿਹਾ ਜੋਕ ਯਾਦ ਆ ਗਿਆ ਜੀ ਉੱਪਲ ਸਾਹਿਬ। ਉਹ ਹਾਂਜੀ ਕਹਿੰਦੇ ਵੀ ਇੱਕ ਬੰਦਾ ਗਿਆ, ਕਹਿੰਦਾ ਵੀ ਸਬਜ਼ੀ ਕਾਹਦੀ ਬਣੀ ਹੈ, ਕਹਿੰਦਾ ਵੀ ਆਪਣਾ ਕੱਦੂ ਦੇ ਤੇ ਅੰਗੂਰ ਦੀ। ਕਹਿੰਦਾ ਵੀ ਦੇ ਰੇਸ਼ੋ ਕੀ ਹੈ, ਕਹਿੰਦਾ 50-50। ਤੇ ਉਹਨੇ ਸਬਜ਼ੀ ਖਾਧੀ ਤਾਂ ਉਹ ਕਹਿੰਦਾ ਵੀ ਤੇਰਾ ਅੰਗੂਰ ਤਾਂ ਦਿਸਿਆ ਨਹੀਂ ਕਿਤੇ। ਉਹ ਕਹਿੰਦਾ ਇੱਕ ਅੰਗੂਰ ਸੀ ਤੇ ਇੱਕ ਕੱਦੂ ਸੀਗਾ। ਸਾਡੇ ਨਾਲ ਇਹ ਉਹ ਚਾਲ ਚੱਲ ਰਹੇ ਨੇ। ਇਹ ਕਹਿ ਰਹੇ ਨੇ ਵੀ ਤੁਹਾਡੀਆਂ 50% ਮੰਗਾਂ ਮੰਨ ਲਈਆਂ, 4 ਮੰਗਾਂ ਸੀਗੀਆਂ ਤੁਹਾਡੀਆਂ, ਉਹਦੇ ਚੋਂ 2 ਮੰਨ ਲਈਆਂ, 2 ਰਹਿ ਗਈਆਂ। ਹੁਣ ਤੁਸੀਂ 2 ਸਾਡੀਆਂ ਮੰਨ ਲਓ। ਹਾਂਜੀ 4 ਤਰੀਕ ਨੂੰ ਸਾਡੇ ਨਾਲ ਇਹ ਕਰਨਗੇ। ਇਹ ਕਹਿਣਗੇ ਵੀ 4 ਤੁਹਾਡੀਆਂ ਡਿਮਾਂਡ ਸੀ, 4 ਚੋਂ 2 ਮੰਨ ਲਈਆਂ, 2 ਤੁਸੀਂ ਹੁਣ ਸਾਡੀਆਂ ਮੰਨੋ। ਹਾਂਜੀ 4 ਤਰੀਕ ਨੂੰ ਜਿਵੇਂ ਆਪਣੇ ਹੀਰ ਸਾਹਿਬ ਨੇ ਕਿਹਾ ਤੇ ਆਪਣੇ ਸਿੱਖੋ ਸਾਹਿਬ ਡਾਕਟਰ ਸਾਹਿਬ ਨੇ ਕਿਹਾ, ਬਿਲਕੁਲ ਸਾਡੇ ਨਾਲ ਗੇਮ ਪਲੇ ਕਰਨਗੇ। ਇਹ ਸੰਘਰਸ਼ ਹਾਲੇ ਲੰਬਾ ਚੱਲੂਗਾ। ਹੋ ਸਕਦਾ ਇਹ 2 ਮਹੀਨੇ ਹੋਰ ਚੱਲ ਜਾਏ। ਮੇਰੇ ਮੁਤਾਬਕ ਜਿਹੜਾ ਜਿਵੇਂ ਮੈਨੂੰ ਦਿਖਾਈ ਦਿੰਦਾ ਕਿ ਵੀ ਇਹ ਜਿਹੜਾ ਸੰਘਰਸ਼ ਹੈ ਗਵਰਨਮੈਂਟ ਇਹਨੂੰ ਮੈਲਾਈਨ ਕਰਨ ਦੀ ਵੀ ਕੋਸ਼ਿਸ਼ ਕਰੂ। ਹੋ ਸਕਦਾ ਵੀ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਇਹਨੂੰ ਵਾਇਲੈਂਟ ਕਰਨ ਦੀ ਕੋਸ਼ਿਸ਼ ਕਰਨਗੇ। ਥੈਂਕ ਯੂ ਤੇ ਇਸ ਦੇ ਨਾਲ ਹੀ ਟਾਈਮ ਬਹੁਤ ਉੱਚਾ ਹੋ ਚੁੱਕਿਆ ਤੇ ਜਿਹੜੇ ਵੀ ਸਰੋਤਿਆਂ ਨੇ ਸਾਨੂੰ ਜੁਆਇਨ ਕੀਤਾ, ਸਾਨੂੰ ਲਿਸਨ ਕੀਤਾ ਜਾਂ ਲਿਸਨ ਕਰਨਗੇ, ਅਸੀਂ ਸਾਰਿਆਂ ਦੀ ਧੰਨਵਾਦ ਕਰਦੇ ਹਾਂ। ਤੇ ਸਾਰਿਆਂ ਨੂੰ ਇੱਕ ਵਾਰ ਫੇਰ ਸਾਡੇ ਸਾਰੇ ਪੈਨਲਿਸਟ ਵੱਲੋਂ, ਸਾਡੀ ਟੀਮ ਵੱਲੋਂ ਨਵੇਂ ਸਾਲ ਦੀਆਂ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ, ਉਹਨਾਂ ਦੇ ਪਰਿਵਾਰਾਂ ਨੂੰ ਦਿੰਦੇ ਹਾਂ। ਅਸੀਂ ਇਹੀ ਆਸ ਕਰਦੇ ਹਾਂ ਵੀ ਸਾਰੀ ਦੁਨੀਆ ਦੇ ਵਿੱਚ ਪਰਮਾਤਮਾ ਖੁਸ਼ਹਾਲੀ ਵਰਤੇ ਔਰ ਸਿਹਤਯਾਬੀ ਸਾਰਿਆਂ ਨੂੰ ਬਖਸ਼ੇ, ਤੇ ਇਹੀ ਉਮੀਦ ਹੈ। ਔਰ ਜਿਹੜੇ ਕਿਸਾਨ ਉੱਥੇ ਠੰਡ 'ਚ ਠਰ ਕਰਦੇ ਬੈਠੇ ਨੇ ਔਰ ਪੂਰੇ ਜਜ਼ਬੇ ਨਾਲ ਬੈਠੇ ਨੇ, ਅਸੀਂ ਉਹਨਾਂ ਲਈ ਉਮੀਦ ਕਰਦੇ ਹਾਂ ਵੀ ਉਹ ਇੱਕ ਚੰਗਾ ਫੈਸਲਾ ਕਰਕੇ ਆਪਣੇ ਘਰਾਂ ਨੂੰ ਪਰਤਣ। ਇਹੀ ਅਸੀਂ ਉਮੀਦ ਕਰਦੇ ਹਾਂ। ਇਹਦੇ ਨਾਲ ਮੈਂ ਸਾਰਿਆਂ ਨੂੰ ਕਹਿੰਦਾ ਵੀ ਇਸ ਸਾਡੇ ਜਿਹੜਾ ਪ੍ਰੋਗਰਾਮ ਸੀ ਇਹਨੂੰ ਸ਼ੇਅਰ ਕਰੋ ਤੇ ਨਾਲ ਵੱਧ ਤੋਂ ਵੱਧ YouTube ਚੈਨਲ ਤੇ ਜਾ ਕੇ ਉਹਨੂੰ ਵੀ ਤੁਸੀਂ ਸ਼ੇਅਰ ਕਰੋ। ਤੇ ਮੈਂ ਇਸ ਦੇ ਨਾਲ ਜਿਹੜੀ ਸਾਡੀ ਟੈਕਨੀਕਲ ਟੀਮ ਸੀ, ਬਲਜਿੰਦਰ ਸਿੰਘ ਉਬੀ ਵੈਨਕੂਵਰ ਤੋਂ, ਅਮਰਜੀਤ ਸਿੰਘ ਕੈਲੀਫੋਰਨੀਆ ਤੋਂ, ਤੇ ਉਹਨਾਂ ਦਾ ਧੰਨਵਾਦ ਕਰਦਾ। ਮੇਰੇ ਨਾਲ ਜਿਹੜੇ ਸਤਿਕਾਰਯੋਗ ਮੇਰੇ ਪੈਨਲ ਦੇ ਮੈਂਬਰ ਨੇ, ਸਨੀ ਸੰਧੂ ਸਾਹਿਬ, ਡਾਕਟਰ ਬਲਜਿੰਦਰ ਸੇਖੋਂ ਜੀ ਤੇ ਬ੍ਰਿਗੇਡੀਅਰ ਨਵਾਬ ਹੀਰ ਜੀ, ਮੈਂ ਇਹਨਾਂ ਦਾ ਬਹੁਤ ਹੀ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਡੇ ਇੱਕ ਕੁਇਕ ਸੱਦੇ ਤੇ ਆਏ ਔਰ ਆਪਣਾ ਟਾਈਮ ਸਾਡੇ ਨਾਲ ਬਤੀਤ ਕੀਤਾ। ਤੇ ਇਹ ਬਹੁਤ ਵੈਲਿਊਏਬਲ ਇਨਫੋਰਮੇਸ਼ਨ ਸੀਗੀ ਸਰੋਤਿਆਂ ਲਈ ਔਰ ਹੋਪਫੁਲੀ ਸਾਰਿਆਂ ਨੇ ਸਾਡਾ ਪ੍ਰੋਗਰਾਮ ਨੂੰ ਲਾਈਕ ਕੀਤਾ ਹੋਊਗਾ। ਅਸੀਂ ਆਉਂਦੇ ਸਮੇਂ ਦੇ ਵਿੱਚ ਵੀ ਇਹੋ ਜਿਹੇ ਸੱਜਣਾਂ ਨੂੰ ਜਾਂ ਇਹਨਾਂ ਨੂੰ ਵੀ ਲਿਆ ਕੇ ਇੱਥੇ ਤੁਹਾਡੇ ਨਾਲ ਸਾਂਝਾਂ ਪਾਉਂਦੇ ਰਹਾਂਗੇ। ਇਹਦੇ ਨਾਲ ਹੀ ਮੈਨੂੰ ਔਰ ਸਾਡੀ ਟੀਮ ਨੂੰ ਮੈਂ ਪ੍ਰੋਗਰਾਮ ਬੰਦ ਕਰਨ ਦੀ ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ।